ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਿਨ ਕਾ ਏਕ ਜਿਸ ਜੀ ਬਸਾਵੇ, ਤਾਕੀ ਮਹਿਮਾ ਗਨੀ ਨ ਆਵੇ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। ਜਨਮ ਮਰਨ ਦੋਹੂੰ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਇਹ ਜਨਮ ਤੁਮਾਰੇ ਲੇਖੇ, ਜੀ ਇਹ ਜਨਮ ਤੁਮਾਰੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜੀਏ ਜਨਮ ਤੁਮਾਰੇ ਲਿਖੇ। ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜੀਏ ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ। ਇਹ ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਲਿਖੇ ਜੀਏ ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜੀਏ ਜਨਮ ਤੁਮਾਰੇ ਲਿਖੇ। ਬਹੁਤ ਜਨਮ ਵਿਛੁਰੇ ਥੇ, ਬਹੁਤ ਜਨਮ ਵਿਛੁਰੇ ਥੇ ਮਾਧੋ। ਬਹੁਤ ਜਨਮ ਵਿਛੁਰੇ ਤੇ ਮਾਧੋ, ਬਹੁਤ ਜਨਮ ਵਿਛੁਰੇ ਤੇ ਮਾਧੋ। ਰੇ ਤੇ ਮਾਧੋ, ਬਹੁਤ ਜਨਮ ਵਿਛੁਰੇ ਤੇ ਮਾਧੋ। ਬਹੁਤ ਜਨਮ ਵਿਛੁਰੇ ਥੇ, ਬਹੁਤ ਜਨਮ ਵਿਛੁਰੇ ਥੇ ਮਾਧੋ। ਬਹੁਤ ਜਨਮ ਵਿਛੁਰੇ ਤੇ ਮਾਧੋ, ਬਹੁਤ ਜਨਮ ਵਿਛੁਰੇ ਤੇ ਮਾਧੋ। ਮਾਧੋ ਬਹੁਤ ਜਨਮ ਵਿਛੁਰੇ ਤੇ ਮਾਧੋ। ਤੁਮਾਰੇ ਲਿਖੇ, ਇਹ ਜਨਮ ਤੁਮਾਰੇ। ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਇਹ ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜੀਏ ਜਨਮ ਤੁਮਾਰੇ ਲਿਖੇ। ਜੀਏ ਜਨਮ ਤੁਮਾਰੇ ਲਿਖੇ। ਜਨਮ ਤੁਮਾਰੇ ਲਿਖੇ, ਜੀਏ ਜਨਮ ਤੁਮਾਰੇ ਲਿਖੇ। ਹਮ ਸਰ ਦੀਨ ਦਇਆਲ ਨ ਤੁਮ ਸਰ,
आप पतियार क्या कीचै। बचनी तोर मोर मन मानै, जन को पूरन दीजै। हम बल बल जाऊं रमैया करने, कारण कवन अबूर। बहुत जन्म बिछुरे थे मारू, यह जन्म तुम्हारे लिखे। कह रविदास आस लग जीवो, चिर पयो दर्शन। कह रविदास आस लग जीवो, चिर पयो दर्शन देखे। वाहिगुरु 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 वाहिगुरु। हर सोहीरा छाड़ के करें आन की आस। ते नर दोजक जाएंगे, सत भाखै वाहिगुरु 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 वाहिगुरु। सारी संगत जपो जी, सारे मिल के बोलो वाहिगुरु 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 वाहिगुरु। चौंकड़े मार के अखां बंद करके गुरु साहब के चरणों का ध्यान धर के सारे लिव लाओ जी। गज के पढ़ो वाहिगुरु 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 गुरु 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 वाहिगुरु 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 वाहिगुरु। साज रोक दियो, साज रोक के सारे पढ़ो वाहिगुरु 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 वाहिगुरु
ਵਾਹਿਗੁਰੂ ਗੱਜ ਕੇ ਸਾਰੇ ਬੋਲੋ ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੜੋ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਬੋਲੋ। ਜੀ। ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਇਹ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਇਹ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਜਨਮ ਤੁਮਾਰੇ ਪੜੋ ਲੇਖੇ ਵਿੱਚ ਇਹ ਹੈ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਇਹ ਹੈ ਜਨਮ ਤੁਮਾਰੇ ਲੇਖੇ ਤੁਮਾਰੇ ਲੇਖੇ ਲਿਖੇ ਵਿੱਚ ਲਾਲੀ ਮਾਲਕਾ। ਜਨਮ ਤੁਮਾਰੇ ਲੇਖੇ ਲਿਖੇ ਵਿੱਚ ਲਾਲੀ ਮਾਲਕਾ। ਇਹ ਹੈ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ। ਇਹ ਹੈ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾਲੀ ਮਾਲਕਾ।
ਜਗ ਜੀਵੋ ਤੇਰ ਪਾਇਓ ਦਰਸ਼ਨ ਦੇਖੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਜਿੰਨੇ ਵੀ ਸਰੀਰ ਚੱਲ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ, ਸਭ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਖੁਸ਼ੀਆਂ ਬਖਸ਼ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਭੇਜਣ। ਸਾਰਿਆਂ ਨੇ ਮਿਲ ਕੇ ਉਦਮ ਉਪਰਾਲਾ ਕੀਤਾ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਸਤਿਕਾਰਯੋਗ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਪਾਵਨ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਅਰਾ ਬੁਲੰਦ ਕਰੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਸ਼ ਹੋਇਆ ਹੈ। ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਉੱਪਰ ਆਰੰਭ ਹੋਏ। ਸਮੇਂ ਸਿਰ ਬਾਣੀ ਪੜ੍ਹ ਸੁਣ ਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ। ਉਪਰੰਤ ਕੁਝ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਅਤੇ ਕੋਸ਼ਿਸ਼ ਕਰੀਏ ਜਿੱਥੇ ਅਸੀਂ ਇੰਨਾ ਖਰਚਾ ਕੀਤਾ, ਇੰਨਾ ਉਦਮ ਕੀਤਾ, ਉਪਰਾਲਾ ਕੀਤਾ ਹੈ, ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਵਿੱਚ ਜਿਹੜਾ ਕਥਾ ਕੀਰਤਨ ਹੋਣਾ ਹੁੰਦਾ ਹੈ, ਇਹ ਸਾਡੇ ਸਾਰੇ ਸਮਾਗਮ ਦਾ ਰਿਜ਼ਲਟ ਕਹਿ ਸਕਦੇ ਹਾਂ ਆਪਾਂ। ਸਾਰੀ ਗੁਰਬਾਣੀ ਜਿਹੜੀ ਪੜ੍ਹੀ ਗਈ ਹੈ, ਇਹਦਾ ਤੱਤ ਭਾਵ ਕਹਿ ਸਕਦੇ ਹਾਂ, ਕਿਉਂਕਿ ਪਰਸੋਂ ਤੋਂ ਬਾਣੀ ਆਰੰਭ ਹੋਈ, ਅੱਜ ਭੋਗ ਪੈ ਗਿਆ। ਕਿਸੇ ਨੂੰ ਬਾਣੀ ਦੀ ਸਮਝ ਹੈ, ਕਿਸੇ ਨੂੰ ਨਹੀਂ ਹੈ। ਗੁਰੂ ਸਾਹਿਬ ਜੀ ਆਪਣੇ ਬਚਨਾਂ 'ਚ ਸਾਨੂੰ ਸਮਝਾਉਂਦੇ ਕੀ ਹਨ, ਕਿਸੇ ਦੇ ਪੱਲੇ ਪੈਂਦੀ ਹੈ ਅਤੇ ਕਿਸੇ ਦੇ ਨਹੀਂ ਪੈਂਦੀ। ਪਰ ਜਦੋਂ ਆਪਾਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਵਿੱਚ ਕੋਈ ਜਥਾ ਬੁਲਾ ਕੇ ਕਥਾ ਕਰਾਉਂਦੇ ਹਾਂ, ਕੀਰਤਨ ਕਰਾਉਂਦੇ ਹਾਂ, ਫਿਰ ਆਇਆ ਹੋਇਆ ਜਥਾ ਸਾਨੂੰ ਗੁਰਬਾਣੀ 'ਚੋਂ ਸ਼ਬਦ ਲੈ ਕੇ ਗੁਰੂ ਸਾਹਿਬ ਜੀ ਦਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰਦਾ ਹੈ। ਇਤਿਹਾਸਕ ਸਥਾਨ ਹੈ, ਮੈਨੂੰ ਭਾਈ ਸਾਹਿਬ ਜੀ ਦੱਸਦੇ ਸਨ, ਮੈਂ ਨਾਮ ਤੋਂ ਜਾਣੂ ਨਹੀਂ, ਵੀ ਤਕਰੀਬਨ ਲਾਗੇ ਦੇ 5-7 ਪਿੰਡਾਂ ਦੀ ਸੰਗਤ ਇੱਥੇ ਹਾਜ਼ਰੀ ਭਰਦੀ ਹੈ। ਤਕਰੀਬਨ ਅੱਜ ਸਾਰੇ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਰਵਿਦਾਸ ਮਹਾਰਾਜ ਜੀ ਨੂੰ ਸੰਗਤ ਸਤਿਕਾਰ ਕਰਦੀ ਹੈ, ਮੰਨਦੀ ਹੈ, ਉਹਨਾਂ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਕਰਕੇ ਸੰਗਤ ਆਪੋ ਆਪਣੇ ਨਗਰਾਂ 'ਚ ਬਿਜੀ ਹੋਣ ਕਰਕੇ ਸਵਾਈ ਹੈ। ਅਤੇ ਜਿੰਨੇ ਤੁਸੀਂ ਬੈਠੇ ਹੋ, ਟਿਕਾ ਬਣਾ ਕੇ ਬੈਠੇ ਹੋ, ਇੰਨੇ ਹੀ ਬਹੁਤ ਹੋ। ਸੁਣਨ ਵਾਲਾ ਤਾਂ ਕੋਈ ਇੱਕ ਹੋਵੇ ਸੁਣਨ ਵਾਲਾ। ਗਿਣਤੀ ਵਿੱਚ ਨਹੀਂ ਆਪਾਂ ਕਦੇ ਪੈਣਾ, ਸਾਡੇ ਗੁਰੂ ਘਰ ਸੰਗਤ ਦੀ ਗਿਣਤੀ ਬਹੁਤ ਹੁੰਦੀ ਹੈ। ਅੱਜ ਸਾਡੇ ਸਿੱਖਾਂ 'ਚ ਵੈਸੇ ਵੀ ਥੋੜ੍ਹਾ ਜਿਹਾ ਇਹ ਰਿਵਾਜ਼ ਚੱਲ ਪਿਆ ਵੀ ਜਿਹਦੇ ਦੀਵਾਨ 'ਚ ਬਹੁਤਾ ਇਕੱਠ ਹੁੰਦਾ, ਕਹਿੰਦੇ ਬਹੁਤਾ ਜ਼ਿਆਦਾ ਤਕੜਾ ਸੱਚਾ ਹੈ, ਇਹ ਬਹੁਤਾ ਹੀ ਸੱਚ ਬੋਲਦਾ ਹੈ। ਅਤੇ ਜਿਹਦੇ ਦੀਵਾਨ 'ਚ ਜਾਂ ਜਿਹੜੇ ਗੁਰੂ ਘਰੇ ਸੰਗਤ ਘੱਟ ਆਉਂਦੀ ਹੈ, ਕਹਿੰਦੇ ਜੀ ਇੱਥੇ ਗੁਰਮਤਿ ਦਾ ਪ੍ਰਬੰਧ ਠੀਕ ਨਹੀਂ ਹੈ, ਇੱਥੇ ਸੱਚ ਨਹੀਂ ਬੋਲਿਆ ਜਾਂਦਾ, ਤਾਂ ਕਰਕੇ ਸੰਗਤ ਨਹੀਂ ਆਉਂਦੀ। ਇਹ ਆਪਣੀਆਂ ਸਟੇਜਾਂ 'ਤੇ ਇਹ ਕੁਛ ਹੀ ਹੁਣ ਹੁੰਦਾ ਹੈ। ਮੈਂ ਬਹੁਤ ਥਾਵਾਂ 'ਤੇ ਸਾਧ ਸੰਗਤ ਜੀ ਇਹ ਬੇਨਤੀ ਤਕਰੀਬਨ ਹਰ ਦੀਵਾਨ 'ਤੇ ਕਰਦਾ ਹੁੰਦਾ, ਜਿੰਨੇ ਤੁਸੀਂ ਇੱਥੇ ਹਾਜ਼ਰ ਬੈਠੇ ਹੋ, ਚਾਹੇ ਕੋਈ ਪਰਸੋਂ ਦਾ ਇੱਥੇ ਸੇਵਾ ਕਰਦਾ ਹੈ ਅਤੇ ਚਾਹੇ ਕੋਈ ਅੱਜ ਸਵੇਰੇ ਭੋਗ ਪੈਣ ਤੋਂ ਪਹਿਲਾਂ ਦਾ ਇੱਥੇ ਆਇਆ ਹੋਇਆ ਹੈ, ਅਤੇ ਚਾਹੇ ਕੋਈ ਹੁਣ ਹਾਜ਼ਰੀ ਭਰ ਰਿਹਾ ਹੈ, ਜੇ ਤੁਸੀਂ ਪਰਸੋਂ ਤੋਂ ਲੈ ਕੇ ਹੁਣ ਤੱਕ ਸੇਵਾ ਕੀਤੀ 48 ਘੰਟੇ, ਜਾਂ ਬੈਠ ਕੇ 2 ਘੰਟੇ ਕੀਰਤਨ ਸੁਣਿਆ, ਜਾਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਵਾਸਤੇ 2, 4, 5 ਘੰਟੇ ਲਾਏ, ਗੌਰ ਕਰਿਓ, ਬੇਨਤੀ ਵੱਲ ਧਿਆਨ ਦਿਓ।
ਇੰਨਾ ਕੁਛ ਕਰਨ ਤੋਂ ਬਾਅਦ ਵਿੱਚ ਜੇ ਇੱਕ ਵਾਰੀ ਵੀ ਇਹ ਗੱਲ ਕਹਿ ਦਿੱਤੀ ਨਾ ਕਿ ਮੈਂ ਕੀਤਾ, ਸਾਰੇ ਦਾ ਸਾਰਾ ਹੀ ਮਿੱਟੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜੇ ਇਹ ਘਰ ਜਾ ਕੇ ਕਹਿਤਾ ਮੈਂ ਅੱਜ ਗੁਰਦੁਆਰੇ ਗਿਆ ਸੀ ਦੀਵਾਨ ਸੁਣਨ, ਕੋਈ ਫਾਇਦਾ ਨਹੀਂ, ਜ਼ੀਰੋ। ਤੁਸੀਂ ਇੱਥੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਆਇਆ ਤੁਹਾਡੇ ਤੋਂ ਚੱਲ ਕੇ, ਨਾ ਅਸੀਂ ਆਪਣੀ ਮਰਜ਼ੀ ਨਾਲ ਆਏ ਹਾਂ। ਇੱਥੇ ਉਹ ਆਏ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਬੁਲਾਇਆ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਥੇ ਉਹ ਆ ਕੇ ਬੈਠੇ ਨੇ। ਇਹਦੀ ਗਵਾਹੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਾਣੀ 'ਚ ਭਰਦੇ ਨੇ। ਮਹਾਰਾਜ ਕਹਿੰਦੇ ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ ਕਰਾਵੇ। ਜਿਹਦੇ ਉੱਪਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ, ਉਹ ਇੱਥੇ ਚੱਲ ਕੇ ਆਉਂਦਾ ਹੈ। ਇਹ ਸਮਾਂ ਆਪਣੇ ਸਾਰਿਆਂ ਦੇ ਸਾਂਭਣ ਦਾ ਹੈ। ਆਪਾਂ ਸਾਰਿਆਂ ਨੇ ਹੁਣੇ ਮਹਾਰਾਜ ਦੀ ਬਾਣੀ ਦਾ ਸ਼ਬਦ ਪੜ੍ਹਿਆ ਸੀ ਨਾ ਜੀ, ਤੁਹਾਨੂੰ ਸਾਰਿਆਂ ਨੂੰ ਇਹ ਪੰਕਤੀ ਯਾਦ ਹੋਏਗੀ, ਸਾਰੇ ਬੋਲਿਓ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸੱਚੇ ਪਾਤਸ਼ਾਹ ਕਿੰਨੇ ਕੁ ਜਨਮਾਂ ਦਾ ਵਿਛੋੜਾ ਪਿਆ ਹੋਇਆ ਹੈ। ਮਹਾਰਾਜ ਕਹਿੰਦੇ 1 ਨਹੀਂ, 2 ਨਹੀਂ, 10 ਨਹੀਂ, 5 ਨਹੀਂ, ਕੋਈ ਹਿਸਾਬ ਹੀ ਨਹੀਂ ਹੈ ਕਿੰਨੇ ਜਨਮਾਂ ਦੇ ਵਿਛੜੇ ਫਿਰਦੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਹੁਣ ਇੰਨਾ ਲੰਮਾ ਵਿਛੋੜਾ ਖਤਮ ਕਰਨ ਵਾਸਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ, ਆਪਣੇ ਆਪ ਨੂੰ ਖਤਮ ਕਰਨਾ ਪਏਗਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਪਰ ਸਾਧ ਸੰਗਤ ਦੇ ਸਮਾਂ ਜਿਹੜਾ ਸਾਂਭਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਸਾਰੇ ਸਮੇਂ ਤੋਂ ਪੂਰਾ ਲਾਭ ਨਹੀਂ ਲੈ ਸਕਦੇ। ਉਹ ਕਹਿੰਦੇ ਬਾਜ਼ਾਰ ਦੇ ਵਿੱਚ ਨਾ ਜੀ ਗੌਰ ਕਰਿਓ, ਇਹ ਧਿਆਨ ਛੱਡ ਦਿਓ ਵੀ ਕੌਣ ਆਇਆ, ਕਿਵੇਂ ਮੱਥਾ ਟੇਕਿਆ, ਕਿੱਥੇ ਬੈਠ ਗਿਆ, ਕਿਹੋ ਜਿਹੇ ਕੱਪੜੇ ਪਾ ਕੇ ਆਇਆ, ਇਹ ਕੰਮ ਛੱਡ ਦਿਓ, ਟਿਕਾ ਬਣਾ ਕੇ ਬੈਠੋ। ਕਹਿੰਦੇ ਬਾਜ਼ਾਰ ਦੇ ਵਿੱਚ ਨਾ ਜੀ ਇੱਕ ਸਾਧੂ, ਇੱਕ ਫਕੀਰ ਖੜਾ, ਉਹ ਰੋਵੇ ਉੱਚੀ ਉੱਚੀ। ਉਹਨੂੰ ਕਿਸੇ ਨੇ ਰਾਹ ਜਾਂਦੇ ਰਾਹੀ ਨੇ ਪੁੱਛਿਆ ਰੋਕ ਕੇ, ਕਹਿੰਦੇ ਬਾਬਾ ਤੈਨੂੰ ਕੀ ਗੱਲ ਹੋ ਗਈ, ਤੂੰ ਰੋਂਦਾ ਕਾਹਤੋਂ ਹੈ? ਸਾਰੇ ਬਾਜ਼ਾਰ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ, ਬੜੇ ਲੋਕੀ ਲੰਘ ਰਹੇ ਨੇ, ਤੂੰ ਰੋ ਕਾਹਤੋਂ ਰਿਹਾ? ਉਹ ਸਾਧੂ, ਉਹ ਮਹਾਂਪੁਰਸ਼, ਉਹ ਫਕੀਰ ਕਹਿਣ ਲੱਗਾ ਮੇਰੀ ਰੱਬ ਨਾਲ ਗੱਲਬਾਤ ਹੋਈ ਅੱਜ। ਕਹਿੰਦੇ ਫਿਰ? ਕਹਿੰਦੇ ਮੈਂ ਰੱਬ ਦੇ ਘਰ ਵਿੱਚ ਇਹ ਅਰਦਾਸ ਕੀਤੀ, ਇਹ ਫਰਿਆਦ ਕੀਤੀ, ਰੱਬਾ ਸੰਸਾਰ ਦੇ ਲੋਕੀ ਤੈਨੂੰ ਭੁੱਲ ਗਏ ਹਨ, ਤੈਨੂੰ ਯਾਦ ਨਹੀਂ ਕਰਦੇ, ਬਹੁਤ ਗੁਨਾਹ ਕਰਦੇ ਨੇ। ਮੇਰੀ ਬੇਨਤੀ ਹੈ ਇਹਨਾਂ ਨੂੰ ਮਾਫ ਕਰ ਦੇ। ਮੇਰੀ ਅਰਦਾਸ ਹੈ ਇਹਨਾਂ ਦੇ ਗੁਨਾਹ ਬਖਸ਼ ਦੇ। ਕਹਿੰਦੇ ਫਿਰ ਰੋਣਾ ਕਾਹਤੋਂ ਹੈ? ਕਹਿੰਦੇ ਰੋ ਮੈਂ ਤਾਂ ਰਿਹਾ, ਮੈਨੂੰ ਪ੍ਰਮਾਤਮਾ ਦੇ ਘਰੋਂ ਆਵਾਜ਼ ਆਈ, ਰੱਬ ਦੀ ਆਵਾਜ਼ ਆਈ। ਕਹਿੰਦੇ ਚੰਗਾ ਤੇਰੀ ਗੱਲ ਮੰਨ ਲੈਂਦੇ ਆ, ਜਾ ਮੈਂ ਰਾਜੀ ਹਾਂ, ਬੁਲਾ ਕੇ ਲਿਆ ਸਾਰਿਆਂ ਨੂੰ। ਜਿਹੜਾ ਇੱਕ ਵਾਰੀ ਆ ਕੇ ਆਪਣੀ ਗਲਤੀ ਮੰਨ ਲਏਗਾ ਮੈਂ ਉਹਨੂੰ ਮਾਫ ਕਰ ਦਿਆਂਗਾ, ਜੰਮਣ ਮਰਨ ਖਤਮ ਕਰ ਦਿਆਂਗਾ ਉਹਦਾ। ਕਹਿੰਦੇ ਰੋਂਦਾ ਕਾਹਤੋਂ ਹੈ ਫਿਰ ਤੂੰ? ਉਹ ਕਹਿੰਦਾ ਰੋ ਮੈਂ ਤਾਂ ਰਿਹਾ, ਮੈਂ ਆ ਕੇ ਇਹਨਾਂ ਲੋਕਾਂ ਨੂੰ ਕਿਹਾ, ਲੋਕੋ 84 ਲੱਖ ਜੂਨ ਭੁਗਤਣ ਤੋਂ ਬਾਅਦ ਵਿੱਚ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਹੈ, ਹੁਣ ਵਾਰੀ ਮਿਲੀ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵੀ ਅੱਜ ਪ੍ਰਮਾਤਮਾ ਵਾਹਿਗੁਰੂ ਰੱਬ ਗੋਡ ਭਗਵਾਨ ਮੰਨ ਰਿਹਾ ਹੈ, ਤੁਹਾਡਾ ਭਲਾ ਹੋ ਸਕਦਾ ਹੈ, ਆਓ ਉਹਦੇ ਘਰ ਨੂੰ ਚੱਲੀਏ, ਉਹਦੀ ਸ਼ਰਨ ਪਈਏ ਜਾ ਕੇ। ਕਹਿੰਦਾ ਰੋ ਮੈਂ ਤਾਂ ਰਿਹਾ, ਅੱਜ ਉਹ ਮੰਨਦਾ, ਇਹ ਨਹੀਂ ਮੰਨਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉਹ ਆਵਾਜ਼ਾਂ ਮਾਰਦਾ ਹੈ ਵੀ ਆਓ ਮੇਰੀ ਸ਼ਰਨ ਵਿੱਚ ਇੱਕ ਵਾਰੀ, ਤੁਹਾਡੇ ਸਾਰੇ ਗੁਨਾਹ ਮਾਫ ਕਰ ਦਿਆਂਗਾ। ਕਹਿੰਦਾ ਮੈਂ ਰੋ ਤਾਂ ਰਿਹਾ, ਬੜਾ ਸੋਹਣਾ ਮੌਕਾ ਮਿਲਿਆ, ਕੁਝ ਕਰਨਾ ਨਹੀਂ ਪੈਣਾ, ਜਾ ਕੇ ਹੱਥ ਜੋੜ ਕੇ ਆਪਣੀ ਗਲਤੀ ਮੰਨਣੀ ਹੈ, ਮੈਂ ਤਾਂ ਰੋ ਰਿਹਾ। ਉਹ ਜਿਹਨੇ ਰਾਹੀ ਨੇ ਪੁੱਛਿਆ ਸੀ ਜੀ, ਸੁਣਿਓ, ਉਹ ਲੰਘ ਗਿਆ ਅੱਗੇ। ਦੂਸਰਾ ਦਿਨ ਹੋਇਆ, ਉਹੀ ਸਾਧੂ, ਉਹੀ ਫਕੀਰ, ਉਹ ਸ਼ਮਸ਼ਾਨ ਘਾਟ ਵਿੱਚ ਬੈਠਾ, ਕਬਰਾਂ ਕੋਲ ਬੈਠਾ ਰੋਵੇ, ਜਿੱਥੇ ਕਬਰਾਂ ਸਨ, ਜਿੱਥੇ ਆਪਾਂ ਸੰਸਕਾਰ ਕਰਦੇ ਹਾਂ। ਅੱਜ ਫੇਰ ਉੱਥੇ ਬੈਠਾ ਰੋਂਦਾ, ਤੇ ਉਹੀ ਰਾਹੀ ਫੇਰ ਲੰਘਿਆ ਉੱਥੋਂ ਦੀ, ਉਹਨੂੰ ਪੁੱਛਦਾ, ਕਹਿੰਦਾ ਬਾਬਾ ਅੱਜ ਕੀ ਹੋਇਆ? ਕੱਲ ਵੀ ਰੋਂਦਾ ਸੀ, ਅੱਜ ਕਾਹਤੋਂ ਰੋ ਰਿਹਾ ਹੈ? ਅੱਜ ਕੀ ਗੱਲ ਹੋ ਗਈ? ਕਹਿੰਦਾ ਮੈਂ ਇਸ ਕਰਕੇ ਅੱਜ ਰੋ ਰਿਹਾ ਵੀ ਪ੍ਰਮਾਤਮਾ ਦੇ ਘਰੇ ਇਹਨਾਂ ਦੀ ਸਿਫਾਰਿਸ਼ ਕੀਤੀ ਸੀ, ਇਹਨਾਂ ਨੂੰ ਬਖਸ਼ ਦੇ, ਮੰਨੇ ਨਹੀਂ। ਕਹਿੰਦਾ ਹੁਣ ਇਹ ਮਰੇ ਹੋਏ ਮੰਨਦੇ, ਅੱਜ ਉਹ ਨਹੀਂ ਮੰਨਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਇਹ ਮੰਨ ਰਹੇ ਆ ਵੀ ਸਾਨੂੰ ਬਖਸ਼ਾ ਦੇ, ਸਾਡੀ ਭੁੱਲ ਬਖਸ਼ ਦੇ, ਪਰ ਅੱਜ ਬਖਸ਼ਣ ਵਾਲਾ ਨਹੀਂ ਬਖਸ਼ ਰਿਹਾ।
ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਇਹ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਜੇ ਸਾਂਭਿਆ ਜਾ ਸਕੇ, ਪਰ ਸਾਂਭਦਾ ਕੋਈ ਵਿਰਲਾ ਹੈ, ਸਾਰੇ ਨਹੀਂ ਸਾਂਭਦੇ। ਲਓ ਪੜ੍ਹਿਓ ਸਾਰੇ ਗੱਜ ਕੇ ਧਾਰਨਾ। ਪਹਿਲੇ ਹਿੱਸੇ ਦਾਸ ਬੋਲੇਗਾ, ਫਿਰ ਸਾਰੇ ਭਾਈ ਸੰਗਤ ਵਿੱਚ ਜਿੰਨੇ ਬੈਠੇ ਹੋ ਸਾਰੇ ਜਥੇ ਵਾਲੇ ਸਿੰਘ ਬੋਲਿਓ, ਤੇ ਤੀਜੇ ਹਿੱਸੇ ਸਾਰੀਆਂ ਬੀਬੀਆਂ ਗੱਜ ਵੱਜ ਕੇ ਆਪਣੀ ਜ਼ੁਬਾਨ ਸਫਲੀ ਕਰਿਓ। ਕੌਣ ਸੰਗਤ ਵਿੱਚ ਚੱਲ ਕੇ ਆਉਂਦਾ ਜੀ? ਜੀਓ ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਜੀਓ ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਪੜ੍ਹੋ। ਆਏ। ਓ ਭਾਗਾਂ ਵਾਲੇ ਨੇ ਜਿਹੜੇ ਚੱਲ ਕੇ, ਵਾਹ, ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਜੀਓ ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਜੀਓ ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। ਭਾਗਾਂ ਵਾਲੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਪੜ੍ਹੋ। ਆਏ। ਓ ਭਾਗਾਂ ਵਾਲੇ ਜਿਹੜੇ ਚੱਲ ਕੇ ਸੰਗਤ ਵਿੱਚ ਆਏ। 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 ਚੱਲ ਕੇ ਸੰਗਤ ਵਿੱਚ ਆਏ। ਸੰਗਤ ਵਿੱਚ ਆਏ। ਹੋਵੇ ਸਾਧ ਸੰਗਤ ਦਾ ਮੇਲਾ ਜੀ ਜਦੋਂ ਰੱਬ ਮੇਰ ਕਰੇ। ਹੁੰਦਾ ਸਾਧ ਸੰਗਤ ਦਾ ਮੇਲਾ ਜਦੋਂ ਰੱਬ ਮੇਰ ਕਰੇ। ਹੋਵੇ ਸਾਧ ਸੰਗਤ ਦਾ ਮੇਲਾ ਜਦੋਂ ਰੱਬ ਮਿਹਰ ਕਰੇ। ਹੋਵੇ ਸਾਧ ਸੰਗਤ ਦਾ ਮੇਲਾ ਜਦੋਂ ਰੱਬ ਮਿਹਰ ਕਰੇ। ਜਦੋਂ ਰੱਬ ਮੇਰ ਹੋਵੇ ਸਾਧ ਦਾ ਮੇਲਾ ਜਦੋਂ ਰੱਬ ਮਿਹਰ ਕਰੇ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਧੰਨ ਭਾਗੀਓ ਤੁਸੀਂ ਸਾਰੇ ਜਿਹੜੇ ਰਲ ਕੇ ਇੱਥੇ ਰਵਿਦਾਸ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਮਨਾ ਰਹੇ ਹੋ। ਆਓ ਆਪਾਂ ਸਾਰਿਆਂ ਨੂੰ ਪਤਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ ਹੈ। ਉਹਨਾਂ 15 ਦੇ ਵਿੱਚੋਂ ਇੱਕ ਹਨ ਰਵਿਦਾਸ ਜੀ ਮਹਾਰਾਜ, ਤੇ ਮਹਾਰਾਜ ਜੀ ਦੇ 40 ਸ਼ਬਦ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਦਰਜ ਹੈ। ਬਹੁਤੇ ਵਿਦਵਾਨਾਂ ਨੇ 40 ਮੰਨੇ ਹਨ। ਜਿਹੜਾ ਸ਼ਲੋਕ ਹੈ ਉਹ ਭਗਤ ਕਬੀਰ ਸਾਹਿਬ ਜੀ ਦਾ ਕਿਹਾ ਜਾਂਦਾ ਵੈਸੇ, ਪਰ ਬਹੁਤਿਆਂ ਨੇ ਇਹ ਗੱਲ ਕਹੀ ਹੈ ਕਿ ਨਹੀਂ, ਇਹ ਵੀ ਮਹਾਰਾਜ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਚਲੋ ਕਿਸੇ ਦਾ ਉਚਾਰਨ ਕੀਤਾ ਹੋਵੇ, ਆਪਣੇ ਵਾਸਤੇ ਸਾਰੀ ਬਾਣੀ ਇੱਕ ਰੂਪ ਹੈ। ਸਿੱਖ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ, ਸਿੱਖ ਵਾਸਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ, ਸਿੱਖ ਵਾਸਤੇ 15 ਭਗਤਾਂ ਦੀ ਬਾਣੀ, ਸਿੱਖ ਵਾਸਤੇ 17 ਭੱਟਾਂ ਦੀ ਬਾਣੀ। ਗੁਰਸਿੱਖਾਂ ਦੀ ਬਾਣੀ 'ਚ ਕੋਈ ਫਰਕ ਨਹੀਂ ਹੈ। ਜਦੋਂ ਆਪਾਂ ਆਖੇ ਤੇ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਕਦੇ ਸੋਚਿਆ ਵੀ ਮੈਂ ਅੱਜ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਮੱਥਾ ਟੇਕ ਰਿਹਾ, ਬਾਕੀਆਂ ਦੇ ਨੂੰ ਨਹੀਂ ਟੇਕਣਾ, ਜਾਂ ਬਾਕੀ ਮੇਰੇ ਕੁਛ ਨਹੀਂ ਲੱਗਦੇ?
ਸਾਰੇ ਸਤਿਕਾਰਯੋਗ ਹਨ। ਆਪਾਂ ਤੇ ਬਾਣੀ ਵਿੱਚੋਂ ਆਪਣੀ ਜ਼ਿੰਦਗੀ ਦਾ ਮਨੋਰਥ ਲੱਭਣਾ ਹੈ। ਆਪਾਂ ਇੱਥੇ ਕਰਨ ਵਾਸਤੇ ਕੀ ਆਏ ਹਾਂ। ਤੇ ਮਹਾਰਾਜ ਜੀ ਆਪਣੀ ਬਾਣੀ 'ਚ ਬਹੁਤ ਸੋਹਣਾ ਸ਼ਬਦ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਉਚਾਰਨ ਕਰਦੇ ਨੇ। ਮਹਾਰਾਜ ਕਹਿੰਦੇ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਬਹੁਤ ਸੋਹਣਾ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰਿਆਂ ਨੂੰ ਇੱਥੇ ਮੈਸੇਜ ਦਿੱਤਾ ਹੈ, ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਰੱਬ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਜੇ ਕੋਈ ਬੰਦਾ, ਜੇ ਕੋਈ ਜੀਵ ਕਿਸੇ ਹੋਰ ਪਾਸੇ ਆਸ ਰੱਖਦਾ ਹੈ, ਕਰਹਿ ਆਨ ਕੀ ਆਸ, ਰੱਬ ਤੋਂ ਬਿਨਾਂ ਕਿਸੇ ਦੂਜੇ ਤੇ ਆਸ ਆਪਣੀ ਰੱਖਦਾ ਹੈ, ਤੇ ਉਹਦਾ ਰਿਜ਼ਲਟ ਕੀ ਹੈ? ਤੇ ਨਰ ਦੋਜਕ ਜਾਹੇਂਗੇ। ਦੋਜਕ ਕਹਿੰਦੇ ਨੇ ਨਰਕ ਨੂੰ। ਕਹਿੰਦੇ ਜਿਹੜੇ ਰੱਬ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ, ਰੱਬ ਦੇ ਨਾਮ ਨੂੰ ਛੱਡ ਕੇ, ਰੱਬ ਦੀ ਬੰਦਗੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਆਸਾਂ ਰੱਖਦੇ ਹਨ, ਸਾਰੇ ਨਰਕਾਂ 'ਚ ਜਾਣਗੇ। ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਤੇ ਆਪਾਂ ਪੜ੍ਹਦੇ ਨਹੀਂ, ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ। ਏਕ ਊਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਮੈਂ ਬਹੁਤ ਥਾਵਾਂ 'ਤੇ ਬੇਨਤੀ ਕੀਤੀ ਹੈ, ਸਿੱਖ ਨੇ ਸਤਿਕਾਰ ਸਾਰਿਆਂ ਦਾ ਕਰਨਾ ਹੈ। ਕਦੇ ਵੀ ਆਪਣੇ ਧਰਮ ਨੂੰ ਉੱਚਾ ਦੱਸਣ ਵਾਸਤੇ ਕਿਸੇ ਦੂਜੇ ਧਰਮ ਨੂੰ ਮਾੜਾ ਨਹੀਂ ਕਹੀਦਾ। ਸਾਡੇ 'ਚ ਅੱਜ ਇਹ ਬਹੁਤ ਬਿਮਾਰੀ ਸਿੱਖਾਂ ਵਿੱਚ ਖਾਸ ਕਰਕੇ ਪ੍ਰਚਾਰਕਾਂ 'ਚ ਫੈਲ ਗਈ। ਅਸੀਂ ਸਟੇਜ 'ਤੇ ਬੈਠਦੇ ਹਾਂ, ਆਪਣੇ ਧਰਮ ਦੀ ਵਡਿਆਈ ਘੱਟ ਕਰਦੇ ਹਾਂ, ਦੂਜੇ ਦੀ ਨਿੰਦਿਆ ਵੱਧ ਕਰਦੇ ਹਾਂ। ਆਹ ਮਾੜਾ ਹੈ, ਆਹ ਵੀ ਮਾੜਾ ਹੈ, ਆਹ ਵੀ ਮਾੜਾ ਹੈ। ਅਸੀਂ ਕੀ ਲੈਣਾ? ਤੁਸੀਂ ਆਪਣਾ ਗੁਣ ਦੱਸੋ, ਤੁਸੀਂ ਆਪਣੀ ਕੁਆਲਿਟੀ ਲੋਕਾਂ ਤੱਕ ਪਹੁੰਚਾਓ। ਇੱਕ ਬਹੁਤ ਸੋਹਣੀ ਉਦਾਹਰਨ ਹੈ, ਕਹਿੰਦੇ ਪਿਓ ਆਪਣਾ ਹੀ ਚੰਗਾ ਹੁੰਦਾ ਹੈ, ਪਰ ਮਾੜੇ ਤਾਏ ਚਾਚੇ ਵੀ ਨਹੀਂ ਹੁੰਦੇ। ਆਖੋ ਸਤਿਨਾਮ ਵਾਹਿਗੁਰੂ। ਮਾੜੇ ਉਹ ਵੀ ਨਹੀਂ ਹੁੰਦੇ। ਆਪਣੇ ਪਿਓ ਤੋਂ ਬਿਨਾਂ ਕਿਸੇ ਦੂਜੇ ਨੂੰ ਕਦੇ ਪਿਓ ਨਹੀਂ ਕਹੀਦਾ, ਪਰ ਤਾਏ ਚਾਚਿਆਂ ਦਾ ਸਤਿਕਾਰ ਵੀ ਕਰਨਾ ਬਣਦਾ ਹੈ। ਅਸੀਂ ਸਿੱਖ ਧਰਮ ਵਿੱਚ ਜਨਮ ਲਿਆ ਹੈ, ਸਾਡਾ ਧਰਮ ਬਹੁਤ ਉੱਚਾ ਹੈ, ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ, ਪਰ ਇਹਦਾ ਇਹ ਮਤਲਬ ਨਹੀਂ ਸਿੱਖ ਦੂਜਿਆਂ ਦੇ ਧਰਮਾਂ 'ਤੇ ਉਂਗਲ ਚੁੱਕਦਾ ਫਿਰੇ, ਦੂਜਿਆਂ ਨੂੰ ਮਾੜਾ ਕਹਿੰਦਾ ਫਿਰੇ। ਇੱਥੇ ਤੇ ਮਹਾਰਾਜ ਨੇ ਬਹੁਤ ਸੋਹਣਾ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਵਲ ਅੱਲ੍ਹਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਤਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਨੇ ਆਪਣੀ ਗੱਲ ਵਕੜੀ 'ਚ ਲੈ ਕੇ ਬਿਠਾਇਆ ਹੈ। ਕਦੇ ਦੂਜੇ ਧਰਮ ਦੀ ਨਿੰਦਿਆ ਨਹੀਂ ਕਰਨੀ, ਪਰ ਹਮੇਸ਼ਾ ਆਸ, ਹਮੇਸ਼ਾ ਸਾਧ ਸੰਗਤ ਦੀ ਉਮੀਦ ਆਪਣੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਹੋਰ ਨਹੀਂ ਕਰੀਦੀ ਹੈ। ਜਿਹੜਾ ਬੰਦਾ ਦੋ ਬੇੜੀਆਂ ਵਿੱਚ ਪੈਰ ਰੱਖਦਾ ਹੈ, ਉਹ ਕਦੇ ਪਾਰ ਨਹੀਂ ਹੋ ਸਕਦਾ। ਹਮੇਸ਼ਾ ਬੇੜੀ ਇੱਕ ਵਿੱਚ ਬੈਠ ਕੇ ਬੰਨੇ ਲੱਗੇਗੀ, ਪਾਰ ਹੋਏਗੀ। ਤੇ ਮਹਾਰਾਜ ਕਹਿੰਦੇ ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਸਿੱਖ ਦੀ ਆਸਾ 36 ਥਾਵਾਂ 'ਤੇ ਅੱਜ ਹਫ਼ਤੇ ਦੇ ਦਿਨ ਸਾਡੇ ਘਟ ਜਾਂਦੇ ਨੇ, ਸਾਡੇ ਬਾਬੇ ਵੱਧ ਜਾਂਦੇ ਪੂਜਣ ਵਾਲੇ। ਸੋਮਵਾਰ ਕਿਤੇ ਹੋਰ, ਮੰਗਲਵਾਰ ਹੋਰ, ਬੁੱਧਵਾਰ ਹੋਰ, ਵੀਰਵਾਰ ਹੋਰ। ਇੱਕ ਹਾਸੇ ਵਾਲੀ ਗੱਲ ਹੈ, ਮੈਂ ਬਹੁਤ ਥਾਵਾਂ 'ਤੇ ਸੁਣਾਈ ਹੈ। ਕਹਿੰਦੇ ਕੋਈ ਕਿਸੇ ਨੂੰ ਮਿਲਣ ਗਿਆ, ਉਹਦੇ ਕਮਰੇ 'ਚ ਵੜਿਆ, ਉਹਦੇ ਕਮਰੇ 'ਚ ਨਾ ਸਾਰੇ ਗੁਰੂ ਪੀਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ। ਗੁਰੂ ਨਾਨਕ ਸਾਹਿਬ ਦੀ ਵੀ ਲੱਗੀ ਹੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਲੱਗੀ ਹੋਈ, ਭਗਤ ਕਬੀਰ ਸਾਹਿਬ ਦੀ ਵੀ ਲਾਈ ਹੋਈ, ਭਗਵਾਨ ਬੁੱਧ ਦੀ ਵੀ ਲਾਈ ਹੋਈ, ਭਗਵਾਨ ਰਾਮ, ਸਾਰੇ ਕੋਈ ਛੱਡਿਆ ਹੀ ਨਹੀਂ, ਸਾਰਿਆਂ ਦੀਆਂ ਲਾਈਆਂ ਹੋਈਆਂ। ਉਹ ਜਿਹੜਾ ਮਿਲਣ ਗਿਆ ਸੀ ਉਹ ਪੁੱਛਦਾ, ਉਹ ਕਹਿੰਦਾ ਤੂੰ ਇੰਨੇ ਬਾਬਿਆਂ ਨੂੰ ਮੰਨਦਾ ਹੈ, ਤੂੰ ਇੰਨੇ ਜ਼ਿਆਦਾ ਬਾਬੇ ਮਨਾਉਂਦਾ ਹੈ? ਸੁਣਿਓ ਗੌਰ ਨਾਲ, ਇੰਨੀਆਂ ਫੋਟੋਆਂ ਲਾਈਆਂ ਹੋਈਆਂ ਨੇ। ਉਹ ਕਹਿੰਦਾ ਹਾਂ ਮੈਂ ਸਾਰਿਆਂ ਨੂੰ ਮੰਨਦਾ। ਕਹਿੰਦੇ ਕਾਹਤੋਂ, ਇੱਕ ਨੂੰ ਕਿਉਂ ਨਹੀਂ ਮੰਨਦਾ? ਕਹਿੰਦੇ ਮੈਂ ਤਾਂ ਸਾਰਿਆਂ ਨੂੰ ਮੰਨਦਾ ਵੀ ਔਖੇ ਟਾਈਮ ਕੋਈ ਤੇ ਬੜੂਗਾ ਹੀ। ਆਖੋ ਸਤਿਨਾਮ ਵਾਹਿਗੁਰੂ। ਕੋਈ ਤੇ ਆਊਗਾ ਨਾ। ਜੇ ਗੁਰੂ ਨਾਨਕ ਸਾਹਿਬ ਕੋ ਸਮਾਂ ਨਾ ਹੋਇਆ, ਗੁਰੂ ਗੋਬਿੰਦ ਸਿੰਘ ਜੀ ਆ ਜਾਣਗੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋ ਸਮਾਂ ਨਾ ਹੋਇਆ, ਬਾਬਾ ਦੀਪ ਸਿੰਘ ਜੀ ਆ ਜਾਣਗੇ। ਇੱਦਾਂ ਨਹੀਂ ਵੀ ਗੱਡੀ ਚੱਲਦੀ ਹੈ। ਇੱਕ ਤੇ ਆਸ ਰੱਖ ਕੇ, ਇੱਕ ਤੇ ਸਿਦਕ ਰੱਖਣਾ ਪਏਗਾ। ਜੀ ਜਿੰਨਾ ਸਿਦਕ ਤੇਰੇ ਤੇ ਰੱਖਿਆ, ਉਹਨਾਂ ਸਭ ਕੁਛ ਪਾਇਆ ਹੈ। ਜਿੰਨਾ ਸਿਦਕ ਤੇਰੇ ਤੇ ਰੱਖਿਆ, ਉਹਨਾਂ ਸਭ ਕੁਛ ਪਾਇਆ ਹੈ। ਜਿੰਨਾ ਸਿਦਕ ਤੇਰੇ ਤੇ ਰੱਖਿਆ, ਉਹਨਾਂ ਸਭ ਕੁਛ
ਕੁਝ ਪਾਇਆ ਹੈ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ। ਬੋਲੋ ਸਿਦਕ ਤੇਰੇ ਤੇ ਰੱਖਿਆ ਉਹਨਾਂ ਜਿਨ੍ਹਾਂ ਸਿਦਕ ਉਹਨਾਂ ਸਭ ਕੁਝ ਪਾਇਆ ਉਹ ਤਾਂ ਹੈ। ਗਏ ਜਹਾਨੋਂ ਖਾਲੀ ਉਹ ਤਾਂ ਗਏ ਜਹਾਨੋਂ ਖਾਲੀ ਗਏ ਜਹਾਨੋਂ ਖਾਲੀ ਉਹ ਤਾਂ ਗਏ ਜਹਾਨੋਂ ਖਾਲੀ, ਉਹ ਤਾਂ ਗਏ ਜਹਾਨੋਂ ਖਾਲੀ, ਗਏ ਜਹਾਨੋਂ ਖਾਲੀ। ਉਹ ਤਾਂ ਗਏ ਜਹਾਨੋਂ ਖਾਲੀ ਉਹ ਉਹ ਤਾਂ ਤਾਂ ਗਏ ਜਹਾਨੋਂ ਖਾਲੀ, ਉਹ ਤਾਂ ਗਏ ਜਹਾਨੋਂ ਖਾਲੀ। ਉਹ ਤਾਂ ਗਏ ਜਹਾਨੋਂ ਖਾਲੀ ਜਿਨ੍ਹਾਂ ਨੂੰ ਸਿਦਕ ਨਾ ਆਇਆ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਹੈ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਹੈ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਹੈ। ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਹੈ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਝ ਪਾਇਆ ਹੈ। ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ। ਤੇ ਗੌਰ ਕਰਿਓ ਜਿਨ੍ਹਾਂ ਦਾ ਆਪਾਂ ਸਾਰੇ ਅੱਜ ਦਿਨ ਮਨਾ ਰਹੇ ਹਾਂ ਉਹਨਾਂ ਦੀ ਪੂਜਾ ਕਿਉਂ ਹੋ ਰਹੀ ਹੈ ਅੱਜ ਬਈ? ਤਕਰੀਬਨ 650 ਸਾਲ ਸੰਸਾਰ ਵਿੱਚ ਉਹਨਾਂ ਨੂੰ ਆਇਆ ਨੂੰ ਹੋ ਗਿਆ। ਅੱਜ ਵੀ ਜੈ ਜੈਕਾਰ ਹੁੰਦੀ ਹੈ। ਪੰਜਾਬ ਦਾ ਅੱਜ ਕਿਹੜਾ ਇਹੋ ਜਿਹਾ ਪਿੰਡ ਜਿੱਥੇ ਉਹਨਾਂ ਦਾ ਅਵਤਾਰ ਦਿਹਾੜਾ ਨਾ ਮਨਾਇਆ ਜਾਂਦਾ ਹੋਵੇ? ਇਹਦਾ ਕਾਰਨ ਕੀ ਹੈ? ਕਿਉਂਕਿ ਇੱਕ ਦੇ ਬਣੇ ਸੀ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇੱਕ ਦੇ ਹੋ ਕੇ ਸਿਮਰਨ ਕੀਤਾ, ਇੱਕ ਦੇ ਹੋ ਕੇ ਬੰਦਗੀ ਕੀਤੀ। ਤੇ ਬੰਦਗੀ ਕਰਦਿਆਂ ਕਰਦਿਆਂ ਕਿਹੜੀ ਅਵਸਥਾ ਤੇ ਚਲੇ ਗਏ, ਕਿਹੜੀ ਅਵਸਥਾ ਪ੍ਰਾਪਤ ਹੋਈ? ਮਹਾਰਾਜ ਨੇ ਆਪਣੀ ਬਾਣੀ 'ਚ ਕਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਰਵਿਦਾਸ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸ਼ਬਦ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਨਿਕ ਕਟਕ ਜਲ ਤਰੰਗ ਜੈਸਾ। ਬੰਦਗੀ ਕਰਦੇ ਕਰਦੇ ਕਹਿੰਦੇ ਇੰਨੀ ਉੱਚੀ ਅਵਸਥਾ ਹੋ ਗਈ। ਹੁਣ ਰੱਬ ਨੂੰ ਕਹਿੰਦੇ ਨੇ ਰਵਿਦਾਸ ਜੀ ਮਹਾਰਾਜ, ਰੱਬਾ ਤੇਰੇ ਤੇ ਮੇਰੇ 'ਚ ਫਰਕ ਕੀ ਹੈ? ਤੋਹੀ ਮੋਹੀ ਤੇਰਾ, ਤੇਰੇ ਤੇ ਮੇਰੇ, ਮੋਹੀ ਤੋਹੀ ਮੇਰੇ ਤੇ ਤੇਰੇ ਵਿੱਚ, ਅੰਤਰ ਕੈਸਾ ਕਨਿਕ ਕਟਕ ਜਲ ਤਰੰਗ ਜੈਸਾ। ਕਹਿੰਦੇ ਇੰਨਾ ਕੀ ਫਰਕ ਹੈ ਵੀ ਜਿਵੇਂ ਇੱਕ ਪਾਸੇ ਸੋਨੇ ਦੀ ਡਲੀ ਰੱਖੀ ਹੋਵੇ ਤੇ ਇੱਕ ਪਾਸੇ ਸੋਨੇ ਦਾ ਗਹਿਣਾ ਰੱਖਿਆ ਹੋਵੇ, ਹੈ ਸੋਨਾ ਹੀ ਆ। ਕਨਿਕ ਕਟਕ ਜਲ ਤਰੰਗ ਜੈਸਾ, ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚੋਂ ਪਾਣੀ ਦੀ ਲਹਿਰ ਪੈਦਾ ਹੋਵੇ ਤੇ ਪਾਣੀ 'ਚ ਸਮਾ ਜਾਵੇ। ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਹੁਣ ਜਦੋਂ ਕੋਈ ਰੱਬ ਦਾ ਬੰਦਾ, ਰੱਬ ਦਾ ਪਿਆਰਾ ਇਸ ਅਵਸਥਾ ਤੇ ਪਹੁੰਚਦਾ ਹੈ ਵੀ ਰੱਬ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਹੈ ਉਸ ਨੂੰ। ਜਿਵੇਂ ਭਾਈ ਕਨ੍ਹਈਆ ਜੀ ਨਾਲ ਘਟਨਾ ਵਾਪਰੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਸੀ ਨਾ ਭਾਈ ਕਨ੍ਹਈਏ ਨੂੰ, ਕਹਿੰਦੇ ਭਾਈ ਸਾਹਿਬ ਸਿੰਘਾਂ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ, ਤੁਸੀਂ ਆਪਣਾ ਬਗਾਨਾ ਕੋਈ ਦੇਖਦੇ ਹੀ ਨਹੀਂ। ਤੇ ਭਾਈ ਕਨ੍ਹਈਆ ਸਾਹਿਬ ਜੀ ਨੇ ਜਵਾਬ ਕੀ ਦਿੱਤਾ ਸੀ? ਕਹਿੰਦੇ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਮਹਾਰਾਜ ਕਹਿੰਦੇ ਫਿਰ ਸਿੰਘ ਝੂਠ ਬੋਲਦੇ ਨੇ ਸਾਰੇ। ਨਹੀਂ ਸੱਚੇ ਪਾਤਸ਼ਾਹ ਇਹ ਵੀ ਸੱਚ ਕਹਿੰਦੇ ਨੇ। ਮਹਾਰਾਜ ਕਹਿੰਦੇ ਦੋ ਗੱਲਾਂ ਨਹੀਂ ਹੋ ਸਕਦੀਆਂ, ਇੱਕ ਹੋਏਗੀ, ਜਾਂ ਤੇ ਸਾਰੇ ਦੁਸ਼ਮਣਾਂ ਨੂੰ ਤੂੰ ਪਾਣੀ ਪਿਆਉਂਦਾ ਹੈ ਵੈਰੀਆਂ ਨੂੰ, ਤੇ ਜਾਂ ਫਿਰ ਸਿੰਘ ਝੂਠ ਬੋਲਦੇ ਨੇ। ਸੁਣਿਓ ਬਹੁਤ ਗੌਰ ਨਾਲ ਬੇਨਤੀ। ਭਾਈ ਕਨ੍ਹਈਆ ਜੀ ਨੇ ਹੱਥ ਜੋੜ ਲਏ, ਕਹਿੰਦੇ ਸੱਚੇ ਪਾਤਸ਼ਾਹ ਜਦੋਂ ਕੋਈ ਮੇਰੇ ਸਾਹਮਣੇ ਬੁੱਕ ਅੱਡ ਕੇ ਪਾਣੀ ਮੰਗਦਾ ਨਾ ਜੰਗ ਦੇ ਮੈਦਾਨ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਕਨ੍ਹਈਆ ਜੀ ਕਹਿੰਦੇ ਨੇ, ਮਹਾਰਾਜ ਜਦੋਂ ਕੋਈ ਮੇਰੇ ਸਾਹਮਣੇ ਬੁੱਕ ਅੱਡ ਕੇ ਪਾਣੀ ਮੰਗਦਾ, ਮੈਨੂੰ ਸਿੱਖ ਜਾਂ ਮੁਸਲਮਾਨ ਨਹੀਂ, ਮੈਨੂੰ ਤੁਸੀਂ ਦਿਸਦੇ ਹੋ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮੈਨੂੰ ਇਹ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਕੋਲ ਪਾਣੀ ਮੰਗ ਰਹੇ ਹਨ। ਮਹਾਰਾਜ ਤੁਸੀਂ ਮੇਰੇ ਕੋਲ ਪਾਣੀ ਮੰਗੋ ਤੇ ਮੈਂ ਤੁਹਾਨੂੰ ਪਿਆਵਾਂ ਨਾ? ਇਹ ਤਾਂ ਨਹੀਂ ਹੋ ਸਕਦਾ। ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਸਾਰੇ ਹੀ ਆਪਣੇ ਹਨ, ਕੋਈ ਬੇਗਾਨਾ ਨਹੀਂ ਹੈ ਇੱਥੇ।
ਤੇ ਜਦੋਂ ਕੋਈ ਜਗਿਆਸੂ, ਸੁਣਿਓ, ਜਦੋਂ ਕੋਈ ਰੱਬ ਦਾ ਬੰਦਾ ਇਸ ਅਵਸਥਾ 'ਤੇ ਪਹੁੰਚੇਗਾ ਉਹਨੂੰ ਆਪਣੀ ਵਡਿਆਈ ਕਰਾਉਣੀ ਨਹੀਂ ਪਏਗੀ, ਆਪਣੇ ਆਪ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੀ ਵਡਿਆਈ। ਹੁਣ ਅੱਜ ਕੱਲ੍ਹ ਦੇ ਸੰਤ ਤਾਂ ਮੇਰੇ ਵਰਗੇ ਨਾ ਐਡਾਂ ਲਾ ਲਾ ਕੇ ਆਪਣੀ ਮਸ਼ਹੂਰੀ ਕਰਦੇ ਹੈ, ਐਡ ਦਿੰਦੇ ਨੇ, ਹੋਰ ਕਈ ਕੁਛ ਹੁੰਦਾ ਵੀ ਸਾਡੀ ਮਸ਼ਹੂਰੀ ਹੋ ਜਾਏ, ਜਿਹੜੇ ਆਪਣੇ ਆਪ ਬਣੇ ਹੋਏ ਹੈ। ਰੱਬ ਦੇ ਬੰਦਿਆਂ ਨੂੰ ਆਪਣੀ ਵਡਿਆਈ ਕਰਾਉਣੀ ਨਹੀਂ ਪੈਂਦੀ, ਉਹਨਾਂ ਦੀ ਵਡਿਆਈ ਆਪਣੇ ਆਪ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਐਟੋਮੈਟਿਕ ਉਹਨਾਂ ਦੀ ਵਡਿਆਈ ਹੋਏਗੀ ਤੇ ਰੱਬ ਨੂੰ ਉਹਨਾਂ ਦੀ ਵਡਿਆਈ ਚੰਗੀ ਲੱਗਦੀ ਹੈ। ਜੇ ਚਾਹੁੰਦੇ ਹੋ ਨਾ, ਐਵੇਂ ਨਹੀਂ ਅੱਜ ਦਿਨ ਮਨਾਏ ਜਾਂਦੇ ਉਹਨਾਂ ਦੇ। ਕਿਵੇਂ, ਕਿਉਂ, ਕਿਸ ਕਰਕੇ ਵਡਿਆਈ ਹੁੰਦੀ ਹੈ ਬਈ? ਜੀ ਜੈ ਜੈਕਾਰੀ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਪੜੋ ਭੈਣਾਂ, ਜੈ ਜੈਕਾਰੀ ਉਹਨਾਂ ਦੀ ਜਿਨ੍ਹਾਂ ਨੇ ਕਮਾਈਆਂ, ਗੱਜ ਕੇ ਜੈ ਜੈਕਾਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈਕਾਰੀ ਉਹਨਾਂ ਦੀ ਹੋਵੇ, ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ, ਕਾਰੀ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਪੜੋ, ਕਾਰੀ ਉਹਨਾਂ ਦੀ ਜਿਨ੍ਹਾਂ ਨੇ, ਜੈ ਜੈਕਾਰ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਬੜੀ ਦੂਰ ਤੱਕ ਕਹਿੰਦੇ ਰਵਿਦਾਸ ਮਹਾਰਾਜ ਜੀ ਦੀ ਵਡਿਆਈ ਫੈਲ ਗਈ। ਪਰ ਇੱਕ ਗੱਲ ਨੋਟ ਕਰਿਓ ਇੱਥੇ, ਭਾਵੇਂ ਸਾਰੇ ਸੰਸਾਰ ਵਿੱਚ ਵਡਿਆਈ ਹੋਣ ਲੱਗ ਗਈ, ਲੋਕੀ ਸੋਭਾ ਕਰਨ ਲੱਗ ਗਏ, ਪਰ ਮਹਾਰਾਜ ਨੇ ਆਪਣੀ ਕਿਰਤ ਨਹੀਂ ਛੱਡੀ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕਿਰਤ ਨਹੀਂ ਛੱਡੀ ਮਹਾਰਾਜ ਨੇ। ਇੱਥੇ ਤਾਂ ਅੱਜ ਕੱਲ੍ਹ ਜੇ ਕਿਸੇ ਮੇਰੇ ਵਰਗੇ ਕੋਈ ਗੱਡੀ ਆ ਜਾਏ ਕਿਤੇ ਗੁਰਦੁਆਰਾ ਸਾਂਭ ਲਵੇ, ਉਹ ਕਹਿੰਦਾ ਹੁਣ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ, ਹੁਣ ਤੇ ਮੇਰੇ ਤੋਂ ਵੱਡਾ ਸੰਤ ਹੀ ਕੋਈ ਹੋਰ ਹੈ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਪਹਿਲਾ ਸਿਧਾਂਤ ਹੈ ਕਿਰਤ ਕਰੋ। ਆਪਾਂ ਪੜ੍ਹਦੇ ਹਾਂ ਨਾ, ਕਿਰਤ ਕਰੋ, ਨਾਮ ਜਪੋ, ਬੋਲੋ, ਵੰਡ ਛਕੋ। ਸਭ ਤੋਂ ਪਹਿਲਾ ਸਿਧਾਂਤ ਹੈ। ਮਹਾਰਾਜ ਜੀ ਨੇ ਨਾ ਜੀ ਆਪਣੀ ਕਿਰਤ ਨਹੀਂ ਛੱਡੀ। ਜੋੜੇ ਗੰਢਦੇ ਨੇ ਬੈਠ ਕੇ ਰਾਹ ਦੇ ਉੱਪਰ ਛੰਨ ਪਾ ਲਈ। ਪਿਤਾ ਦੇ ਨਾਲ ਤਕਰਾਰਬਾਜ਼ੀ ਕੁਝ ਹੁੰਦੀ ਹੈ। ਇਹ ਯਾਦ ਰੱਖਿਓ, ਰੱਬ ਦੇ ਬੰਦਿਆਂ ਦਾ, ਰੱਬ ਦੇ ਪਿਆਰਿਆਂ ਦਾ, ਮਹਾਂਪੁਰਸ਼ਾਂ ਦਾ ਸਭ ਤੋਂ ਪਹਿਲਾ ਵਿਰੋਧ ਉਹਨਾਂ ਦੇ ਘਰ ਤੋਂ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾ ਵਿਰੋਧ। ਸੰਸਾਰ ਦੇ ਲੋਕੀ ਬਾਅਦ ਵਿੱਚ ਉਹਨਾਂ ਦੇ ਖਿਲਾਫ ਹੋਣਗੇ, ਦੁਨੀਆ ਉਹਨਾਂ ਦੇ ਵਿਰੁੱਧ ਬਾਅਦ ਵਿੱਚ ਹੋਏਗੀ, ਸਭ ਤੋਂ ਪਹਿਲਾਂ ਪਰਿਵਾਰ ਵਿਰੁੱਧ ਹੁੰਦਾ ਹੈ। ਮੈਂ ਕੱਲ੍ਹ ਨਾ ਜੀ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਸ਼, ਉਹਨਾਂ ਦਾ ਵਚਨ ਸੁਣਦਾ ਸੀ, ਇੱਕ ਬੜਾ ਵਧੀਆ ਲੱਗਾ। ਕਹਿੰਦੇ ਸਾਡੇ ਘਰਾਂ ਦੇ ਹਾਲਾਤ ਅੱਜ ਇਹ ਹੋ ਗਏ ਆ ਵੀ ਜੇ ਤਾਂ ਕਿਸੇ ਦੂਜੇ ਦੇ ਨਿਆਣੇ ਨੇ ਚੋਲਾ ਪਾ ਲਿਆ, ਜੇ ਤਾਂ ਆਪਣੇ ਬੱਚੇ ਨੇ ਕਹਿਤਾ ਮੈਂ ਬਾਣੀ ਪੜ੍ਹਨੀ, ਮੈਂ ਨਾਮ ਜਪਣਾ, ਮੈਂ ਅੰਮ੍ਰਿਤ ਛਕਣਾ, ਤੇ ਕਹਿਣਗੇ ਸਿਰ ਸਵਾਹ ਪਾਉਣ ਲੱਗਾ ਤੂੰ ਸਾਧ ਬਣਨਾ। ਤੇ ਜੇ ਕਿਸੇ ਦੂਜੇ ਦੇ ਨੇ ਚੋਲਾ ਪਾ ਲਿਆ, ਅੰਮ੍ਰਿਤ ਛਕ ਲਿਆ, ਕਹਿਣਗੇ ਤੁਹਾਡੀ ਮਾਂ ਦੀ ਤਾਂ ਕੁੱਖ ਸਫਲੀ ਹੋ ਗਈ। ਆਖੋ ਸਤਿਨਾਮ। ਵੀ ਤੁਹਾਡੀ ਨਹੀਂ ਇਹ ਗੱਲ ਟੁੱਕਦੀ ਹੈ ਵੀ ਆਪਣੇ ਸਾਡਾ ਬੱਚਾ ਨਾ ਸਾਧ ਬਣ ਜਾ, ਸੰਤ ਬਣ ਜਾ ਕਿਤੇ। ਸਭ ਤੋਂ ਪਹਿਲਾਂ ਪਰਿਵਾਰ ਵਿਰੋਧ ਕਰਦਾ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰਵਿਦਾਸ ਜੀ ਮਹਾਰਾਜ ਜੀ ਦੇ ਪਿਤਾ ਜੀ ਕਹਿਣ ਲੱਗੇ, ਰਵਿਦਾਸ ਤੇਰੀ ਤੇ ਮੇਰੀ ਨਿਭਣੀ ਨਹੀਂ,
ਤੂੰ ਜੋ ਕਮਾਉਣਾ ਹੈ ਸਾਧੂ ਸੰਤਾਂ 'ਚ ਜਾ ਕੇ ਵੰਡ ਆਉਣਾ, ਸੰਗਤ ਵਿੱਚ ਵੰਡ ਆਉਣਾ ਹੈ। ਇੱਦਾਂ ਗ੍ਰਸਤੀ ਨਹੀਂ ਚੱਲਦੀ ਹੁੰਦੀ। ਆਪਣੀ ਛੰਨ ਪਾ ਲਾ ਅਤੇ ਆਪਣਾ ਕਾਰੋਬਾਰ ਕਰ। ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਸਾਧ ਸੰਗਤ ਜੇ ਪਛਾਣਿਆ ਤਾਂ ਬੇਬੇ ਨਾਨਕੀ ਨੇ ਪਛਾਣਿਆ ਨਾ, ਅਤੇ ਜੇ ਮਹਾਰਾਜ ਦੇ ਚਪੇੜਾਂ ਮਾਰੀਆਂ ਤਾਂ ਸਭ ਤੋਂ ਪਹਿਲਾਂ ਬਾਪੂ ਨੇ ਮਾਰੀਆਂ। ਘਰ 'ਚੋਂ ਵਿਰੋਧ ਹੁੰਦਾ ਹੈ। ਮੈਂ ਸੰਖੇਪ ਬੇਨਤੀ ਕਰਾਂ, ਮਹਾਰਾਜ ਨੇ ਆਪਣੀ ਛੰਨ ਪਾ ਲਈ, ਬੈਠੇ ਜੋੜਾ ਗੰਢਣ ਲੱਗ ਪਏ ਅਤੇ ਕਹਿੰਦੇ ਨੇ ਨਾ ਜੀ, ਗੰਗਾ ਦੇ ਉੱਪਰ ਤੀਰਥ ਦੇ ਉੱਪਰ ਕੁੰਭ ਦਾ ਮੇਲਾ ਲੱਗਾ। ਕਈ ਵਿਦਵਾਨਾਂ ਨੇ ਅਭੀਚ ਦਾ ਨਛੱਤਰ ਲਿਖਿਆ ਹੈ। ਇਸ਼ਨਾਨ ਕਰਨ ਵਾਸਤੇ ਕਹਿੰਦੇ ਇੱਕ ਪੰਡਤਾਂ ਦਾ ਜਥਾ, ਬ੍ਰਾਹਮਣਾਂ ਦਾ ਜਥਾ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਤੁਰਿਆ ਜਾਂਦਾ ਹੈ। ਅਤੇ ਭਾਈ ਗੁਰਦਾਸ ਸਾਹਿਬ ਜੀ ਇਸ ਗੱਲ ਦੀ ਗਵਾਹੀ ਭਰਦੇ ਨੇ। ਮਹਾਰਾਜ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਭਗਤ ਭਗਤ ਜਗ ਵਚਿਆ, ਚੌਂ ਚੱਕਾਂ ਦੇ ਵਿੱਚ ਚਮਰੀਟਾ। ਮਹਾਰਾਜ ਰਵਿਦਾਸ ਸਾਹਿਬ ਜੀ ਬੈਠੇ ਜੋੜਾ ਗੰਢਦੇ ਨੇ, ਅਤੇ ਇੱਕ ਕਹਿੰਦੇ ਲੰਘਿਆ ਜਾਂਦਾ ਜਥਾ ਬ੍ਰਾਹਮਣਾਂ ਦਾ ਇਸ਼ਨਾਨ ਕਰਨ ਗਿਆ, ਅਤੇ ਇੱਕ ਦੇ ਨਾ ਪੈਰ ਦਾ ਜੋੜਾ ਟੁੱਟਾ ਹੋਇਆ, ਅਤੇ ਮਹਾਰਾਜ ਨੇ ਖੋ ਦੀ ਆਵਾਜ਼ ਮਾਰ ਲਈ। ਕਹਿੰਦੇ ਭਗਤ ਜੀ ਕਿੱਥੇ ਜਾ ਰਹੇ ਹੋ? ਕਹਿੰਦੇ ਜੀ ਗੰਗਾ 'ਤੇ ਇਸ਼ਨਾਨ ਕਰਨ ਚੱਲੇ ਆ। ਤੁਹਾਡਾ ਜੋੜਾ ਟੁੱਟਾ ਹੋਇਆ, ਲਿਆਓ ਮੈਂ ਗੰਢ ਦੇਵਾਂ। ਖੁਦ ਮੰਗ ਲਿਆ। ਕਹਿੰਦੇ ਉਹ ਪੰਡਤ ਨੇ ਆਪਣਾ ਜੋੜਾ ਲਾ ਕੇ ਦੇ ਦਿੱਤਾ। ਇੱਕ ਛੋਟੀ ਜਿਹੀ ਬੇਨਤੀ ਤੁਹਾਨੂੰ ਰੁਕ ਕੇ ਇੱਥੇ ਮੈਂ ਕਰਾਂ। ਕਈਆਂ ਦੇ ਮਨ ਵਿੱਚ ਨਾ ਵਹਿਮ ਹੁੰਦਾ ਇਸ ਗੱਲ ਦਾ ਵੀ ਸ਼ਾਇਦ ਇੱਥੇ ਪੰਡਤ ਦਾ ਨਾਮ ਜਾਂ ਬ੍ਰਾਹਮਣ ਦਾ ਨਾਮ ਲਿਆ, ਸ਼ਾਇਦ ਉਹਨਾਂ ਦੀ ਕੋਈ ਨਰਾਦਰ ਹੋ ਰਿਹਾ, ਬੇਇੱਜ਼ਤੀ ਹੋ ਰਹੀ ਹੈ। ਨਹੀਂ, ਗੁਰੂ ਨਾਨਕ ਦੇ ਘਰ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ, ਜਿੱਥੇ ਭਗਤ ਕਬੀਰ ਸਾਹਿਬ ਦੀ ਬਾਣੀ ਦਰਜ ਹੈ ਜੁਲਾਹਿਆਂ ਦੀ, ਜਿੱਥੇ ਰਵਿਦਾਸ ਜੀ ਮਹਾਰਾਜ ਦੀ ਬਾਣੀ ਦਰਜ ਹੈ, ਚਮਾਰਾਂ ਦੇ ਘਰੇ ਭਾਵੇਂ ਜਨਮ ਲਿਆ ਸੀ, ਉੱਥੇ ਬ੍ਰਾਹਮਣ ਭਗਤਾਂ ਦੀ ਬਾਣੀ ਵੀ ਦਰਜ ਹੈ। ਇੱਥੇ ਮਹਾਰਾਜ ਨੇ ਕਿਸੇ ਨੂੰ ਨਿੰਦਿਆ ਨਹੀਂ, ਆਪਣੀ ਵਿਚਾਰਧਾਰਾ ਦੇਖੀ ਹੈ। ਭਗਤ ਤਰਲੋਚਨ ਜੀ ਕੌਣ ਸਨ? ਭਗਤ ਰਾਮਾਨੰਦ ਜੀ ਕੌਣ ਸਨ? ਔਰ ਯਾਦ ਰੱਖਿਓ, ਪੰਡਤ ਅਤੇ ਬ੍ਰਾਹਮਣ 'ਚ ਫਰਕ ਹੁੰਦਾ ਹੈ। ਬ੍ਰਾਹਮਣ ਹੋਰ ਹੁੰਦਾ ਹੈ, ਪੰਡਤ ਹੋਰ ਹੁੰਦਾ ਹੈ। ਸਿੱਖਾਂ ਵਿੱਚ ਵੀ ਪੰਡਤ ਹੋਏ ਨੇ। ਸਤਿਕਾਰਯੋਗ ਪੰਡਤ ਤਾਰਾ ਸਿੰਘ ਜੀ ਨਰੋਤਮ ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਨੇ, ਅੱਜ ਵੀ ਹੈਗੇ ਨੇ ਪੰਡਤ। ਪੰਡਤ ਦਾ ਅਰਥ ਹੁੰਦਾ ਜੀ ਵਿਦਵਾਨ, ਗਿਆਨੀ, ਜਿਹਨੇ ਵਿਦਿਆ ਪੜ੍ਹੀ ਹੋਵੇ, ਉਹਨੂੰ ਕਹਿੰਦੇ ਨੇ ਪੰਡਤ। ਸੰਖੇਪ ਬੇਨਤੀ ਕਰਾਂ ਕਿ ਉਹ ਤੁਰੇ ਜਾਂਦੇ ਨੇ, ਅਤੇ ਮਹਾਰਾਜ ਕਹਿੰਦੇ ਲਿਆਓ ਤੁਹਾਡਾ ਜੋੜਾ ਗੰਢ ਦਈਏ। ਜੋੜਾ ਗੰਢ ਕੇ ਦੂਰੋਂ ਸਿੱਟ ਦਿੱਤਾ, 10 ਫੁੱਟ ਦੂਰੋਂ, ਲਾਗੇ ਨਹੀਂ ਗਏ ਵੀ ਤੇਰੀ ਜਾਤ ਨੀਵੀਂ ਹੈ, ਤੇਰੇ ਲਾਗੇ ਮੈਂ ਗਿਆ ਤਾਂ ਪਿੱਟਿਆ ਜਾਵਾਂਗਾ। ਜੋੜਾ ਉਹਦੇ ਹੱਥ ਦਾ ਗੰਢਿਆ ਹੀ ਪਾਉਣਾ ਹੈ, ਪਰ ਤੇਰਾ ਪਰਛਾਵਾਂ ਨਹੀਂ ਮੇਰੇ 'ਤੇ ਪੈਣਾ ਚਾਹੀਦਾ। ਕਿੰਨੀ ਨਿਮਰਤਾ ਹੋਏਗੀ ਮਹਾਰਾਜ ਦੇ ਵਿੱਚ। ਜੋੜਾ ਚੁੱਕਿਆ, ਗੰਢਿਆ, ਗੰਢ ਕੇ ਵਾਪਸ ਕਰ ਦਿੱਤਾ। ਅਤੇ ਪੁੱਛਦੇ, ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਗੰਗਾ 'ਤੇ ਇਸ਼ਨਾਨ ਕਰਨ ਚੱਲੇ, ਤੁਸੀਂ ਨਹੀਂ ਜਾਣਾ? ਰਵਿਦਾਸ ਜੀ ਮਹਾਰਾਜ ਨੂੰ ਕਹਿੰਦੇ ਤੁਸੀਂ ਨਹੀਂ ਜਾਣਾ? ਕਹਿੰਦੇ ਜੀ ਮੈਨੂੰ ਉੱਥੇ ਕਿਹਨੇ ਜਾਣ ਦੇਣਾ ਹੈ? ਉੱਥੇ ਉੱਚੀਆਂ ਜਾਤਾਂ ਵਾਲਿਆਂ ਦਾ ਮੇਲਾ ਲੱਗਾ, ਮੈਨੂੰ ਗਰੀਬ ਨੇ ਕਿਹਨੂੰ ਪੁੱਛਣਾ ਹੈ? ਕਹਿੰਦੇ ਆਪਣੇ ਜੋੜੇ ਗੰਢੇ ਦੀ ਭੇਟਾ ਕੀ ਹੈ? ਅਤੇ ਮਹਾਰਾਜ ਕਹਿਣ ਲੱਗੇ ਮੈਂ ਕੋਈ ਭੇਟਾ ਨਹੀਂ ਲੈਣੀ, ਪਰ ਮੇਰਾ ਇੱਕ ਕੰਮ ਕਰ ਦਿਓ। ਕਹਿੰਦੇ ਜੀ ਹੁਕਮ ਕਰੋ। ਰਵਿਦਾਸ ਜੀ ਮਹਾਰਾਜ ਨੇ ਕਹਿੰਦੇ ਇੱਕ ਨਾ ਜੀ ਦਮੜਾ, ਅੱਜ ਦੀ ਭਾਸ਼ਾ 'ਚ ਕਹਿ ਲਓ 10 ਰੁਪਈਏ ਲਾ ਲਓ, 1 ਰੁਪਈਆ ਲਾ ਲਓ, 1 ਟਕਾ ਕੱਢ ਕੇ ਆਪਣੀ ਜੇਬ ਵਿੱਚੋਂ ਕਹਿੰਦੇ ਲਓ ਆਹ ਗੰਗਾ ਨੂੰ ਮੇਰੀ ਭੇਟਾ ਕਰ ਆਇਓ। ਤੁਸੀਂ ਇਸ਼ਨਾਨ ਕਰਨ ਚੱਲੇ ਹੋ ਅਤੇ ਗੰਗਾ ਨੂੰ ਮੇਰੀ ਭੇਟ ਕਰ ਆਇਓ। ਉਹ ਪੰਡਤ ਨੇ ਨਾ ਸਾਧ ਸੰਗਤ ਜੀ, ਉਹ ਜਿਹੜਾ ਟਕਾ ਸੀ ਉਹ ਬ੍ਰਾਹਮਣ ਨੇ ਲੈ ਕੇ, ਉਹਦੇ ਕੋਲ ਗੰਗਾ ਜਲ ਸੀ, ਗੰਗਾ ਜਲ, ਉਹਨੂੰ ਆਪਣੇ ਕਿਸੇ ਬਾਟੇ 'ਚ ਪਾਇਆ, ਕਿਸੇ ਭਾਂਡੇ 'ਚ ਪਾ ਕੇ ਛਿੱਟਾ ਦਿੱਤਾ ਗੰਗਾ ਜਲ ਦਾ, ਵੀ ਇਹ ਨੀਵੀਂ ਜਾਤ ਵਾਲੇ ਦੇ ਹੱਥੋਂ ਆਇਆ, ਕਿਤੇ ਮੈਂ ਪਿੱਟਿਆ ਨਾ ਜਾਵਾਂ। ਕਿੱਡੀ ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਜਿਸ ਨੀਚ ਕਾ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਜਿਹਨੂੰ ਕੋਈ ਨਹੀਂ ਜਾਣਦਾ, ਜਿਹਨੂੰ ਸੰਸਾਰ ਧੱਕੇ ਮਾਰਦਾ ਹੈ, ਉਹਨੂੰ ਗੁਰੂ ਨਾਨਕ ਦਾ ਘਰ ਆਪਣੇ ਗਲ ਲਾਉਂਦਾ ਹੈ। ਗੁਰੂ ਨਾਨਕ ਸਾਹਿਬ ਨੂੰ ਇੱਕ ਵਾਰੀ ਕਿਸੇ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਸਾਨੂੰ ਇਹ ਦੱਸੋ ਵੀ ਤੁਹਾਡੀ ਸਭ ਤੋਂ ਵੱਧ ਕਿਰਪਾ ਕਿੱਥੇ ਹੁੰਦੀ ਹੈ? ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿੱਥੇ ਹੁੰਦੀ ਹੈ? ਅਤੇ ਗੁਰੂ ਨਾਨਕ ਸਾਹਿਬ ਨੇ ਕੀ ਜਵਾਬ ਦਿੱਤਾ ਸੀ? ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਜਿੱਥੇ ਨੀਚ ਸੰਭਾਲੀਆਂ, ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿੰਦੇ ਉੱਥੇ ਕਿਰਪਾ ਹੁੰਦੀ ਜਿੱਥੇ ਨੀਵਿਆਂ ਨੂੰ ਗਲ ਲਾਇਆ ਜਾਂਦਾ ਹੈ। ਆਖੋ ਸਤਨਾਮ। ਭਾਈ ਮਰਦਾਨੇ ਨੂੰ ਸਾਰੇ ਦੁਰਕਾਰਦੇ ਸੀ ਨਾ, ਕਹਿੰਦੇ ਨੀਵੀਂ ਜਾਤ ਦਾ
ਸਾਡੇ ਨਾਲ ਬੈਠ ਨਹੀਂ ਸਕਦਾ, ਸਾਡੇ ਨਾਲ ਖਾ ਨਹੀਂ ਸਕਦਾ, ਸਾਡੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰ ਸਕਦਾ, ਤੇਰੀ ਜਾਤ ਨੀਵੀਂ ਹੈ। ਪਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਭਾਈ ਕਹਿ ਕੇ ਆਪਣਾ ਭਰਾ ਬਣਾ ਕੇ ਨਾਲ ਰੱਖਿਆ ਸਾਰੀ ਉਮਰ। ਗੁਰੂ ਨਾਨਕ ਸਾਹਿਬ ਜਦੋਂ ਆਵਾਜ਼ ਮਾਰਦੇ ਸੀ ਭਾਈ ਮਰਦਾਨਾ ਨੂੰ, ਤੇ ਕਦੇ ਸਿੱਧਾ ਮਰਦਾਨਿਆਂ ਕਹਿ ਕੇ ਨਹੀਂ ਆਵਾਜ਼ ਮਾਰਦੇ ਸੀ, ਮਹਾਰਾਜ ਹਮੇਸ਼ਾ ਕਹਿੰਦੇ ਸੀ ਭਾਈ ਮਰਦਾਨਾ ਜੀ। ਮਹਾਰਾਜ ਨੇ ਆਪਣਾ ਭਰਾ ਬਣਾਇਆ। ਗੁਰੂ ਨਾਨਕ ਦਾ ਘਰ ਹੀ ਇਹੋ ਜਿਹਾ। ਲੋ ਪੜਿਓ, ਜਿਹਨੂੰ ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਜਿਹਨੂੰ ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਜਿਹਨੂੰ ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਪੜੋ, ਦੁਨੀਆ ਸੀ ਨੀਚ ਨੀਚ, ਵਾਹ, ਬਾਬੇ ਨੇ ਉਹਨੂੰ, ਪੜਿਆ ਕਰੋ ਸਾਰੇ, ਜਿਹਨੂੰ ਦੁਨੀਆ ਸੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਬਾਬੇ ਨੇ ਉਹਨੂੰ ਜੀ ਗਲ ਲਾ ਲਿਆ। ਬਾਬੇ ਨੇ ਉਹਨੂੰ ਜੀ ਗਲ ਲਾ ਲਿਆ। ਗਲ ਲਾ ਲਿਆ। ਬਾਬੇ ਨੇ ਉਹਨੂੰ ਜੀ ਗਲ ਲਾ ਲਿਆ। ਗਲ ਲਾ ਲਿਆ। ਬਾਬੇ ਨੇ ਉਹਨੂੰ ਜੀ 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 ਗਲ ਲਾ ਲਿਆ। ਪੜੋ, ਬਾਬੇ ਨੇ ਉਹਨੂੰ ਜੀ ਗਲ, ਵਾਹ, ਬਾਬੇ ਨੇ ਉਹਨੂੰ ਹਾਂ ਗਲ ਲਾ ਲਿਆ। ਜਿਹਨੂੰ ਦੁਨੀਆ ਸੀ ਨੀਵਾ ਨੀਵਾ ਆਖਦੀ, ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ, ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਜਿਹਨੂੰ ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਜੇ ਤੂੰ ਦੁਨੀਆ ਸੀ ਨੀਚ ਨੀਚ ਆਖਦੀ, ਬਾਬੇ ਨੇ ਉਹਨੂੰ ਗਲ ਲਾ ਲਿਆ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੁਹ ਚਹੁ ਕੁੰਟ ਮਾਨੈ। ਸੰਖੇਪ ਬੇਨਤੀ ਕਰਾਂ, ਰਵਿਦਾਸ ਜੀ ਮਹਾਰਾਜ ਦੇ ਕੋਲੋਂ ਉਹ ਟਕਾ ਲੈ ਲਿਆ, ਜੇਬ 'ਚ ਪਾ ਲਿਆ ਤੇ ਤੁਰਨ ਲੱਗਾ ਉਹ ਪੰਡਤ। ਤੇ ਮਹਾਰਾਜ ਜੀ ਕਹਿੰਦੇ ਨੇ, ਪੰਡਤ ਜੀ ਗੱਲ ਸੁਣ ਕੇ ਜਾਇਓ। ਕਹਿੰਦੇ ਹੁਕਮ ਕਰੋ। ਕਹਿੰਦੇ ਮੇਰੀ ਭੇਟਾ ਗੰਗਾ ਦੇ ਵਿੱਚ ਸੁੱਟ ਕੇ ਨਾ ਆਇਓ। ਕਹਿੰਦੇ ਫਿਰ? ਕਹਿੰਦੇ ਮੇਰੀ ਅਰਦਾਸ ਕਰਿਓ ਮੇਰਾ ਨਾਮ ਲੈ ਕੇ, ਵੀ ਤੇਰੇ ਭਗਤ ਨੇ ਤੇਰੇ ਵਾਸਤੇ ਇਹ ਮਾਇਆ ਇਹ ਭੇਟਾ ਭੇਜੀ ਹੈ, ਦੇਣੀ ਤਾਂ ਹੈ ਜੇ ਹੱਥ ਕੱਢ ਕੇ ਲਵੇਂ। ਜੱਗੋਂ ਵੱਖਰੀ ਗੱਲ ਹੈ ਨਾ, ਇਹ ਕਦੇ ਹੋ ਸਕਦਾ ਦਰਿਆ ਵਿੱਚੋਂ ਨਦੀ ਚੋਂ ਕੋਈ ਬਾਂਹ ਕੱਢ ਕੇ ਤੁਹਾਡੀ ਭੇਟਾ ਲਵੇ? ਕਦੇ ਵੀ ਨਹੀਂ ਹੋ ਸਕਦਾ। ਪਰ ਗੁਰੂ ਨਾਨਕ ਦੇ ਘਰ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਇਹ ਸਭ ਪੋਸੀਬਲ ਹੈ, ਹੋ ਸਕਦਾ ਹੈ। ਇੱਥੇ ਤੇ ਮਹਾਰਾਜ ਕਹਿੰਦੇ ਨੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਇੱਕ ਸਕਿੰਟ ਦੇ ਵਿੱਚ ਰੱਬ ਚਾਹੇ ਤਾਂ ਰਾਜਿਆਂ ਨੂੰ ਕੰਗਾਲ ਬਣਾ ਕੇ ਰੱਖ ਦਿੰਦਾ ਹੈ।
ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ। ਉਹਦੀ ਕਿਰਪਾ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਸਭ ਕੁਝ ਹੋ ਜਾਂਦਾ ਹੈ, ਇਸ 'ਤੇ ਸਭ ਕੁਝ ਪੋਸੀਬਲ ਹੈ। ਸੰਸਾਰ ਦੀ ਵਿੱਦਿਆ ਅਤੇ ਧਰਮ ਦੀ ਵਿੱਦਿਆ ਅੱਡੋ ਅੱਡ ਹੈ, ਕਦੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਧਿਆਨ ਰੱਖਿਓ, ਜਿੱਥੇ ਬੰਦੇ ਦੀ ਮੱਤ ਖਤਮ ਹੁੰਦੀ ਹੈ, ਜਿੱਥੇ ਸੰਸਾਰ ਦੀ ਸਾਇੰਸ ਵਿਗਿਆਨ ਖਤਮ ਹੁੰਦੀ ਹੈ, ਉੱਥੋਂ ਧਰਮ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉੱਥੋਂ ਸ਼ੁਰੂ ਹੁੰਦੀ ਹੈ। ਕਹਿੰਦੇ ਤਾਂ ਦੇ ਕੇ ਆਇਓ ਜੇ ਮੇਰੀ ਭੇਟਾ ਬਾਂਹ ਕੱਢ ਕੇ ਗੰਗਾ ਲਵੇ ਤਾਂ। ਹੁਣ ਉਹ ਪੰਡਤ ਆਪਣੇ ਮਨ ਵਿੱਚ ਹੱਸਦਾ, ਕਹਿੰਦਾ ਲੋਕਾਂ ਕੋਲ ਸੁਣਿਆ ਸੀ ਰਵਿਦਾਸ ਕਮਲਾ, ਰਵਿਦਾਸ ਕਮਲਾ, ਅੱਜ ਅੱਖੀਂ ਦੇਖ ਵੀ ਲਿਆ। ਰੱਬ ਦੇ ਬੰਦਿਆਂ ਨੂੰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸੰਸਾਰ ਦੇ ਲੋਕੀ ਕਮਲਾ ਹੀ ਸੱਦਦੇ ਨੇ। ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਕਿਹੜਾ ਹਾਰ ਪਾਈ ਸੀ ਲੋਕਾਂ ਨੇ? ਇਹ ਕਿਹਾ ਸੀ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਹਿੰਦੇ ਸੁਣਿਆ ਸੀ ਵੀ ਰਵਿਦਾਸ ਨੂੰ ਲੋਕੀ ਕਮਲਾ ਬੋਰਾ ਬੋਰਾ ਕਹਿੰਦੇ, ਅੱਜ ਦੇਖ ਲਿਆ। ਇਹ ਲੋਕਾਂ ਦਾ ਸੁਭਾਅ ਹੈ ਜੀ। ਜਿਹੜਾ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਲੋਕੀ ਕਮਲਾ ਕਹਿੰਦੇ ਨੇ, ਲੋਕੀ ਕਮਲਾ ਕਹਿੰਦੇ ਨੇ। ਉਹ ਰੱਬ ਦੇ ਨਾਲ ਪਿਆਰ ਕਰੇ, ਜਿਹੜਾ ਰੱਬ ਦੇ ਨਾਲ ਪਿਆਰ ਕਰੇ, ਲੋਕੀ ਕਮਲਾ ਕਹਿੰਦੇ ਨੇ, ਲੋਕੀ ਕਮਲਾ ਕਹਿੰਦੇ ਨੇ। ਜਿਹੜਾ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਲੋਕੀ ਕਮਲਾ, ਲੋਕੀ ਕਮਲਾ ਕਹਿੰਦੇ ਨੇ। ਜਿਹੜਾ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਲੋਕੀ ਕਮਲਾ ਕਹਿੰਦੇ ਨੇ, ਉਹਨੂੰ ਲੋਕੀ ਕਮਲਾ ਬੋਲੋ। ਕਹਿੰਦੇ ਨੇ। ਜਿਹੜਾ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਲੋਕੀ ਕਮਲਾ ਕਹਿੰਦੇ ਨੇ। ਸੰਸਾਰ ਸਭ ਤੋਂ ਪਹਿਲਾਂ ਉਹਨਾਂ ਨੂੰ ਕਮਲਾ ਬੋਰਾ ਆਖੇਗਾ। ਤੇ ਜਿਹੜਾ ਹੋਏਗਾ ਪੱਕਾ, ਜਿਹੜਾ ਧਰੋਂ ਅੰਦਰੋਂ ਰੱਬ ਨਾਲ ਜੁੜਿਆ ਹੋਏਗਾ, ਸੰਸਾਰ ਦੇ ਮਿਹਣਿਆਂ ਤਾਨਿਆਂ ਦੀ ਪਰਵਾਹ ਨਹੀਂ ਕਦੇ ਕਰਦਾ। ਕਬੀਰ ਮੈਂ ਜਾਣਿਓ ਪੜ੍ਹਬੋ ਪਲੋ, ਪੜ੍ਹਵੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ। ਭਾਵੇਂ ਸਾਰਾ ਸੰਸਾਰ ਇੱਕ ਪਾਸੇ ਹੋ ਕੇ ਕਹੀ ਜਾਵੇ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਜਿਹੜਾ ਸਿਮਰਨ ਕਰਨ ਵਾਲਾ ਹੈ, ਜਿਹੜਾ ਬੰਦਗੀ ਕਰਨ ਵਾਲਾ ਹੈ, ਜਿਹਦੀ ਤਾਰ ਅੰਦਰੋਂ ਜੁੜੀ ਹੈ, ਉਹ ਕਦੇ ਸੰਸਾਰ ਦੀ ਨਹੀਂ ਮੰਨੇਗਾ। ਸੰਸਾਰ ਦੇ ਮਿਹਣਿਆਂ ਤਾਨਿਆਂ ਦੀ ਪਰਵਾਹ ਕਰਕੇ ਕਦੇ ਰੱਬ ਦਾ ਦਰ, ਰੱਬ ਦਾ ਪੱਲਾ ਨਹੀਂ ਛੱਡਦਾ। ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਲੋ ਅੱਧੀ ਅੱਧੀ ਧਾਰਨਾ ਪੜ੍ਹਿਓ, ਸਾਰੇ ਮੇਰੇ ਖਿਆਲ ਵਿੱਚ ਆ ਗਈ। ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੀ ਰਾਮ ਦੀ। ਗੱਜ ਕੇ ਪੜ੍ਹਿਓ ਅੱਧੀ ਅੱਧੀ। ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ, ਭਗਤੀ ਨਾ ਛੱਡੋ ਰਾਮ ਦੀ। ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰਾਮ ਦੀ। ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ, ਭਗਤੀ ਨਾ ਛੱਡੋ ਪੜੋ ਪੜੋ। ਰਾਮ ਦੀ। ਭਾਵੇਂ ਨਿੰਦਿਆ ਜੀ ਭਗਤੀ ਨਾ ਛੱਡੋ ਰਾਮ ਦੀ। ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰਾਮ ਦੀ। ਭਾਵੇਂ ਨਿੰਦਿਆ ਕਰੇ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰਾਮ ਦੀ। ਪੜੋ। ਭਾਵੇਂ ਨਿੰਦਿਆ ਕਰੇ ਜਗ, ਭਗਤੀ ਨਾ ਛੱਡੋ ਰਾਮ ਦੀ। ਨਿੰਦਿਆ ਕਰੇ ਜੀ ਜਗ, ਭਗਤੀ ਨਾ ਛੱਡੋ ਰਾਮ ਦੀ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਵੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ। ਇਹਨੇ ਟਕਾ ਆਪਣੀ ਜੇਬ ਵਿੱਚ ਪਾਇਆ ਤੇ ਇਸ਼ਨਾਨ ਕਰਨ ਵਾਸਤੇ ਚਲੇ ਗਿਆ ਗੰਗਾ ਤੇ। ਇਸ ਪੰਡਤ ਨੇ ਕਹਿੰਦੇ ਇਸ਼ਨਾਨ ਕੀਤਾ ਤੇ ਵਾਪਸ ਮੁੜਨ ਲੱਗੇ ਨੂੰ ਚੇਤਾ ਆ ਗਿਆ। ਆਪਣੇ ਮਨ ਵਿੱਚ ਕਹਿੰਦਾ ਹੈ ਜਦੋਂ ਵਾਪਸ ਗਿਆ ਤੇ ਰਾਹ 'ਚ ਰੋਕ ਕੇ ਮੈਨੂੰ ਫੇਰ ਉਸ ਰਵਿਦਾਸ ਨੇ ਪੁੱਛਣਾ ਹੈ ਵੀ ਮੇਰੀ ਭੇਟਾ ਦੇ ਆਇਆ। ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਤੁਸੀਂ ਖੜੋ 2 ਮਿੰਟ,
ਤੇ ਮੈਂ ਸੱਚਾ ਹੋ ਕੇ ਆਇਆ। ਮਨ ਵਿੱਚ ਭਾਵਨਾ ਨਹੀਂ ਸੀ। ਉਹ ਇਹ ਸੋਚਦਾ ਸੀ ਵੀ ਅੱਜ ਤੱਕ ਕਿਸੇ ਦੀ ਭੇਟਾ ਲਈ ਨਹੀਂ ਗੰਗਾ ਨੇ ਬਾਂਹ ਕੱਢ ਕੇ। ਲੋਕੀ ਸੋਨਾ ਚਾਂਦੀ ਦਾਨ ਕਰਦੇ ਐ, ਪਦਾਰਥ ਦਾਨ ਕਰਦੇ, ਗੰਗਾ ਤੇ ਜਾ ਕੇ ਪਾਣੀ 'ਚ ਸੁੱਟੀ ਜਾਂਦੇ, ਕਿਸੇ ਦੀ ਬਾਂਹ ਕੱਢ ਕੇ ਭੇਟਾ ਤੇ ਕਦੇ ਫੜੀ ਨਹੀਂ ਗੰਗਾ ਮਾਤਾ ਨੇ। ਇਹਦੀ ਕਿੱਦਾਂ ਹੋ ਜਾਏਗੀ? ਪਰ ਯਾਦ ਰੱਖਿਓ, ਗੱਲ ਸਾਰੀ ਭਾਵਨਾ ਦੀ ਹੈ। ਪੱਥਰ 'ਚੋਂ ਪ੍ਰਮਾਤਮਾ ਨਹੀਂ ਮਿਲ ਸਕਦਾ ਤੇ ਭਗਤ ਧੰਨੇ ਨੇ ਪੱਥਰ 'ਚੋਂ ਪਾਇਆ ਵੀ ਨਹੀਂ, ਉਹਨੇ ਸਾਧ ਸੰਗਤ ਆਪਣੀ ਭਾਵਨਾ ਤੇ ਆਪਣੇ ਪ੍ਰੇਮ ਵਿੱਚੋਂ ਪਾਇਆ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਵੇਂ ਸਾਰੀ ਉਮਰ ਤੁਸੀਂ ਬਾਣੀ ਪੜ੍ਹੀ ਜਾਇਓ, ਦਿਹਾੜੀ ਦੇ 100 ਪਾਠ ਜਪਜੀ ਸਾਹਿਬ ਦੇ ਕਰੋ, ਰੋਜ਼ 25 ਪਾਠ ਸੁਖਮਨੀ ਸਾਹਿਬ ਦੇ ਕਰੋ, ਅਖੰਡ ਪਾਠ ਕਰਵਾਓ, ਲੰਗਰ ਲਾਓ, ਜੇ ਤੁਹਾਡੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਨਹੀਂ ਹੈ, ਯਕੀਨ ਨਹੀਂ ਹੈ, ਤਾਂ ਕਿਸੇ ਅਰਥ ਨਹੀਂ। ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਤੇ ਭਗਤਾਂ ਨੇ ਕਿਹੜੀ ਚੀਜ਼ ਨਾਲ ਪ੍ਰਮਾਤਮਾ ਵਸ ਕੀਤਾ ਹੈ? ਕਿਹੜਾ ਹਥਿਆਰ ਸੀ ਰੱਬ ਦੇ ਪਿਆਰਿਆਂ ਦੇ ਕੋਲ? ਇੱਕੋ ਇੱਕ ਪ੍ਰੇਮ ਦਾ ਹਥਿਆਰ ਹੈ। ਤੁਸੀਂ ਰੋਜ਼ ਪੜ੍ਹਦੇ ਹੋ, ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ 5 ਬਾਣੀਆਂ ਵਿੱਚ ਮਹਾਰਾਜ ਕੀ ਕਹਿੰਦੇ ਨੇ? ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੁਹਾਡੇ ਰਮਾਲਿਆਂ, ਤੁਹਾਡੀਆਂ ਦੇਗਾਂ, ਤੁਹਾਡੇ ਚੜਾਵਿਆਂ ਦੀ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਤੁਹਾਡੀ ਭਾਵਨਾ ਦੇਖਦੇ ਹਨ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕੋਈ ਸ਼ਰਧਾ ਨਾ ਯਕੀਨ ਨਾਲ ਆ ਕੇ 1 ਰੁਪਈਆ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰ ਦੇਵੇ, ਮਹਾਰਾਜ ਆਪਣੇ ਸਾਰੇ ਖਜ਼ਾਨੇ ਉਹ ਸਿੱਖ ਵਾਸਤੇ ਖੋਲ ਦਿੰਦੇ ਹਨ। ਸ਼ਰਧਾ ਹੋਵੇ ਅੰਦਰ, ਭਾਵਨਾ ਤੋਂ ਬਿਨਾਂ ਬੇੜਾ ਬੰਨੇ ਨਹੀਂ ਲੱਗਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ 'ਚ ਕਹਿੰਦੇ ਨੇ, ਜੀ ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ। ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ ਪੜੋ। ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ, ਫੜ ਲਗੇ ਭਾਵਨਾ। ਸੱਚ ਕਹਿੰਦੀ ਹੈ ਬਾਣੀ, ਫੜ ਲੱਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਗੁਰਾਂ ਦੀ ਗੁਰਾਂ ਦੀ ਬਾਣੀ, ਫੜ ਲਗੇ ਭਾਵਨਾ। ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲੱਗੇ ਭਾਵਨਾ ਨੂੰ। ਪੜੋ। ਸੱਚ ਕਹਿੰਦੀ ਹੈ ਗੁਰਾਂ ਦੀ, ਗੱਜ ਕੇ ਫੜ ਲਗੇ। ਵਾਹ ਵਾਹ। ਸੱਚ ਕਹਿੰਦੀ ਹੈ ਬਾਣੀ, ਫੜ ਲੱਗੇ ਭਾਵਨਾ ਨੂੰ। ਪਿਆਰੇ ਜੀ, ਫੜ ਲਗੇ ਭਾਵਨਾ। ਸੰਗ ਤੇ ਫੜ ਲਗੇ ਭਾਵਨਾ ਨੂੰ। ਪਿਆਰੇ ਜੀ, ਫੜ ਲੱਗੇ ਭਾਵਨਾ ਨੂੰ। ਸੰਗ ਤੇ ਫੜ ਲਗੇ ਭਾਵਨਾ ਨੂੰ। ਬੋਲੋ। ਫੜ ਲਗੇ ਭਾਵਨਾ ਨੂੰ। ਸੰਗ ਤੇ ਫੜ ਲੱਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ, ਗੁਰਾਂ ਦੀ ਬਾਣੀ, ਫੜ ਲਗੇ ਭਾਵਨਾ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਫੜ ਲਗੇ ਭਾਵਨਾ ਨੂੰ। ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ,
ਹਲ ਲੱਗੇ ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਹਲ ਲੱਗੇ ਭਾਵਨਾ ਨੂੰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਸਮਝਾਉਂਦੇ ਨੇ, ਸ਼ਰਧਾ ਯਕੀਨ ਲੈ ਕੇ ਆਓ। ਇੱਕ ਨਾ ਜੀ ਆਪਣੇ ਪੰਜਾਬੀ ਦੀ ਕਹਾਵਤ ਹੈ, ਬਹੁਤ ਸੋਹਣੀ, ਸੁਣਿਓ ਧਿਆਨ ਨਾਲ। ਕਈ ਵਾਰੀ ਆਪਣਾ ਝਗੜਾ ਹੋ ਜਾਂਦਾ ਇਸ ਗੱਲ 'ਤੇ, ਸਾਨੂੰ ਬਹੁਤ ਇਹੋ ਜਿਹੇ ਮਿਲਦੇ ਹੈ। ਕੋਈ ਬੰਦਾ ਤੁਹਾਨੂੰ ਆਖੇ ਵੀ ਰੱਬ ਕਿੱਥੇ ਹੈ, ਰੱਬ ਦਿਖਾਓ, ਸਾਹਮਣੇ ਲਿਆਓ ਰੱਬ ਕਿੱਥੇ ਹੈ। ਬਹੁਤ ਮਿਲਦੇ ਇਹੋ ਜਿਹੇ। ਇਹਦਾ ਇੱਕੋ ਇੱਕ ਜਵਾਬ ਹੈ। ਪੰਜਾਬੀ ਦੀ ਕਹਾਵਤ ਹੈ ਬਹੁਤ ਸੋਹਣੀ, ਮੈਂ ਬਹੁਤ ਥਾਵਾਂ 'ਤੇ ਬੇਨਤੀ ਕਰਦਾ ਹੁੰਦਾ, ਕਹਿੰਦੇ ਜੇ ਰੱਬ ਹੈ ਤਾਂ ਫਿਕਰ ਕਿਉਂ, ਜੇ ਨਹੀਂ ਹੈ ਤਾਂ ਜ਼ਿਕਰ ਕਿਉਂ। ਜੇ ਤੂੰ ਇਸ ਗੱਲ ਨੂੰ ਮੰਨਦਾ ਹੈ ਵੀ ਪ੍ਰਮਾਤਮਾ ਹੈ, ਫਿਰ ਫਿਕਰ ਕਾਹਤੋਂ ਕਰਦਾ ਹੈ। ਤੇ ਜੇ ਤੂੰ ਕਹਿਣਾ ਵੀ ਪ੍ਰਮਾਤਮਾ ਹੈ ਹੀ ਨਹੀਂ, ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਫਿਰ ਉਹਦੀਆਂ ਗੱਲਾਂ ਕਾਹਤੋਂ ਕਰਦਾ ਹੈ। ਜੇ ਤੇਰੇ ਮਨ 'ਚ ਭਾਵਨਾ ਨਹੀਂ ਹੈ, ਇੱਕ ਪਾਸੇ ਅਖੰਡ ਪਾਠ ਵੀ ਕਰਵਾਈ ਜਾਂਦੇ ਆ, ਲੰਗਰ ਵੀ ਲਾਈ ਜਾਂਦੇ ਆ, ਸੁੱਖਾਂ ਵੀ ਸੁੱਖੀ ਜਾਂਦੇ ਆ, ਪਾਠ ਵੀ ਕਰੀ ਜਾਂਦੇ ਆ, ਤੇ ਨਾਲ ਕਹਿੰਦੇ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ, ਜੋ ਮਰਜ਼ੀ ਕਰ ਲਿਓ ਕਦੇ ਵੀ ਨਹੀਂ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਮਨ ਵਿੱਚ ਯਕੀਨ ਹੀ ਨਹੀਂ ਹੈ, ਮਨ ਵਿੱਚ ਭਰੋਸਾ ਹੀ ਨਹੀਂ ਹੈ, ਫੇਰ ਗੱਲ ਨਹੀਂ ਕਦੇ ਬਣੇਗੀ। ਇਹਦਾ ਇੱਕੋ ਇੱਕ ਜਵਾਬ ਹੈ। ਜੇ ਕੋਈ ਪੁੱਛੇ ਰੱਬ ਹੈ ਜਾਂ ਨਹੀਂ ਹੈ, ਭਾਈ ਇੱਕੋ ਇੱਕ ਜਵਾਬ ਹੈ, ਮੰਨਣ ਵਾਲਿਆਂ ਵਾਸਤੇ ਰੱਬ ਹੈ ਤੇ ਨਹੀਂ ਮੰਨਣ ਵਾਲਿਆਂ ਵਾਸਤੇ ਨਹੀਂ ਹੈ। ਮੰਨੇ ਕੀ ਗਤ ਜੇ ਕੋ ਕਹੇ, ਗੱਲ ਤੇ ਸਾਰੀ ਮੰਨਣ ਦੀ ਆ ਨਾ ਜੀ। ਜਿਹਦੇ ਮਨ ਵਿੱਚ ਭਾਵਨਾ ਹੈ, ਸ਼ਰਧਾ ਹੈ, ਯਕੀਨ ਹੈ, ਉਹਦੇ ਵਾਸਤੇ ਰੱਬ ਹੈ। ਜਿਹੜਾ ਮੰਨਦਾ ਹੀ ਨਹੀਂ ਹੈ, ਜਿਹਦੇ ਮਨ 'ਚ ਯਕੀਨ ਭਰੋਸਾ ਹੀ ਨਹੀਂ ਹੈ, ਉਹਦੇ ਵਾਸਤੇ ਨਹੀਂ ਹੈ। ਆਪਾਂ ਅਰਦਾਸ ਵਿੱਚ ਕੀ ਮੰਗਦੇ ਸੱਚੇ ਪਾਤਸ਼ਾਹ ਕੋ? ਸਿੱਖਾਂ ਨੂੰ ਸਿੱਖੀ ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਫੇਰ ਕੀ ਕਹਿੰਦੇ ਆ? ਭਰੋਸਾ ਦਾਨ। ਇਹ ਸਾਰਾ ਕੁਝ ਤਾਂ ਤੁਹਾਡੇ ਕੋਲ ਟਿਕੇਗਾ, ਜਿਹੜੀਆਂ ਪਹਿਲੀਆਂ ਮੰਗਾਂ ਮੰਗੀਆਂ ਨੇ, ਜੇ ਤੁਹਾਡੇ ਕੋਲ ਭਰੋਸਾ ਹੋਏਗਾ, ਯਕੀਨ ਹੋਏਗਾ। ਤੇ ਯਾਦ ਰੱਖਿਓ, ਬੇੜਾ ਹਮੇਸ਼ਾ ਭਰੋਸੇ ਵਾਲਿਆਂ ਦਾ ਹੀ ਬੰਨੇ ਲੱਗਦਾ ਹੈ। ਬੇੜੇ ਪਾਰ ਉਹਨਾਂ ਦੇ ਹੁੰਦੇ ਆ। ਜਦੋਂ ਬੇਬੇ ਨਾਨਕੀ ਨੂੰ ਜਾ ਕੇ ਸੁਨੇਹਾ ਦਿੱਤਾ ਸੀ ਨਾ ਕਿਸੇ ਨੇ, ਕਹਿਣ ਲੱਗੇ ਬੇਬੇ ਨਾਨਕੀ ਇਕੱਠੇ ਹੋ ਕੇ ਬੀਬੀਆਂ ਗਈਆਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ, ਬੇਬੇ ਜੀ ਥੱਲੇ ਕੱਪੜਾ ਵਿਛਾਓ, ਆਪਾਂ ਤੁਹਾਡੇ ਭਰਾ ਦਾ ਅਫਸੋਸ ਕਰੀਏ। ਕਹਿੰਦੇ ਕੀ ਹੋ ਗਿਆ? ਕਹਿੰਦੇ ਤੁਹਾਡਾ ਭਰਾ ਨਾਨਕ ਵੇਈਂ 'ਚ ਇਸ਼ਨਾਨ ਕਰਨ ਗਿਆ, ਡੁੱਬ ਕੇ ਚੜ੍ਹਾਈ ਕਰ ਗਿਆ, ਮਰ ਗਿਆ, ਜੋ ਲਫ਼ਜ਼ ਵਰਤਦੇ ਨੇ ਆਮ ਲੋਕੀ। ਤੇ ਇੱਕ ਸਾਰਾ ਸੁਲਤਾਨਪੁਰ ਲੋਧੀ ਇਹ ਗੱਲ ਕਹਿੰਦਾ ਸੀ, ਨਾਨਕ ਡੁੱਬ ਗਿਆ, ਨਾਨਕ ਡੁੱਬ ਗਿਆ। ਕੱਲੀ ਬੇਬੇ ਨਾਨਕੀ ਸੀ ਜਿਹੜੀ ਕਹਿੰਦੀ ਸੀ ਨਹੀਂ ਡੁੱਬਿਆ। ਬੇਬੇ ਨਾਨਕੀ ਨੂੰ ਕਹਿਣ ਲੱਗੇ ਜੀ ਆਪਾਂ ਅਫਸੋਸ ਕਰੀਏ, ਤੇ ਬੇਬੇ ਜੀ ਕਹਿੰਦੇ ਕਾਹਦਾ ਅਫਸੋਸ ਕਰਨਾ ਹੈ? ਕਹਿੰਦੇ ਜੀ ਤੁਹਾਡਾ ਭਰਾ ਚੜ੍ਹਾਈ ਕਰ ਗਿਆ, ਡੁੱਬ ਗਿਆ ਪਾਣੀ ਦੇ ਵਿੱਚ। ਤੇ ਬੇਬੇ ਨਾਨਕੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ। ਜਿਨ੍ਹਾਂ ਨੂੰ ਯਕੀਨ ਹੈ, ਜਿਨ੍ਹਾਂ ਨੂੰ ਭਰੋਸਾ ਹੈ, ਬੇਬੇ ਜੀ ਕਹਿਣ ਲੱਗੇ ਕੀ ਕਹਿੰਦੇ ਹੋ, ਡੁੱਬ ਗਿਆ? ਕਹਿੰਦੇ ਹਾਂ। ਕਹਿੰਦੇ ਉਹ ਨਹੀਂ ਡੁੱਬ ਸਕਦਾ। ਮਾਤਾ ਬੇਬੇ ਜੀ ਕਿਉਂ ਨਹੀਂ ਡੁੱਬ ਸਕਦਾ? ਕਹਿੰਦੇ ਜਿਹੜਾ ਦੂਜਿਆਂ ਨੂੰ ਤਾਰਨ ਵਾਸਤੇ ਆਇਆ ਹੋਵੇ, ਆਪ ਕਿਵੇਂ ਡੁੱਬ ਜਾਊ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਹੈ, ਸੰਸਾਰ ਦੇ ਬੇੜੇ ਬੰਨੇ ਲਾਉਣ ਵਾਸਤੇ ਆਇਆ ਹੈ, ਉਹ ਆਪ ਕਿਵੇਂ ਡੁੱਬ ਸਕਦਾ ਬਈ? ਤੇ ਬੇਬੇ ਨਾਨਕੀ ਦਾ ਯਕੀਨ ਹੀ ਸੀ, ਭਰੋਸਾ ਹੀ ਸੀ। ਸਭ ਤੋਂ ਪਹਿਲੀ ਸਿੱਖ ਬੇਬੇ ਨਾਨਕੀ ਨੂੰ ਮਾਣ ਪ੍ਰਾਪਤ ਹੈ ਗੁਰੂ ਨਾਨਕ ਸਾਹਿਬ ਜੀ ਦਾ ਹੋਣ ਦਾ। ਇਹ ਯਾਦ ਰੱਖਿਓ, ਤੁਹਾਡੇ ਗੱਲ ਕੰਮ ਆਏਗੀ। ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਜੇ ਕੋਈ ਹੋਇਆ ਤੇ ਬੇਬੇ ਨਾਨਕੀ ਹੋਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲੀ ਬੀਬੀ ਸਿੱਖ ਬਣੀ ਹੈ। ਭੈਣੋ ਯਾਦ ਰੱਖਿਓ, ਇਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਸੰਸਾਰ ਦਾ ਕੋਈ ਧਰਮ ਓਨਾ ਸਮਾਂ ਨਹੀਂ ਬਚ ਸਕਦਾ ਜਿੰਨਾ ਸਮਾਂ ਬੀਬੀਆਂ ਨਹੀਂ ਸਾਂਭਦੀਆਂ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਿੱਖੀ ਬੇਬੇ ਨਾਨਕੀ ਨੂੰ ਬਖਸ਼ੀ, ਇੱਕ ਔਰਤ ਨੂੰ ਬਖਸ਼ੀ, ਜਿਹਨੂੰ ਲੋਕੀ ਆਪਣੇ ਪੈਰ ਦੀ ਜੁੱਤੀ ਕਹਿੰਦੇ ਸੀ। ਇਹ ਸਾਡੇ ਧਾਰਮਿਕ ਸਥਾਨਾਂ 'ਤੇ ਜਾ ਕੇ ਪੂਜਾ ਪਾਠ ਨਹੀਂ ਕਰ ਸਕਦੀ, ਮੱਕੇ ਦੀ ਯਾਤਰਾ ਨਹੀਂ ਕਰ ਸਕਦੀ ਹੈ ਬੀਬੀ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ? ਨਹੀਂ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਿੰਨੀ ਸਿਫਤ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਬੀਬੀਆਂ ਦੀ ਕੀਤੀ, ਕਿੰਨਾ ਮਾਣ ਬਖਸ਼ਿਆ। ਭੈਣੋ ਇਸ ਗੱਲ ਤੇ ਮਾਣ ਕਰਿਆ ਕਰੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਧੀਆਂ ਹਾਂ। ਸਾਰੇ ਧਰਮ ਸਤਿਕਾਰਯੋਗ ਨੇ, ਪਰ ਯਾਦ ਰੱਖਿਓ ਕਿਸੇ ਬੀਬੀ ਨੂੰ
ਮੱਕੇ ਦੀ ਯਾਤਰਾ ਕਰਨ ਦਾ, ਹੱਜ ਕਰਨ ਦਾ ਹੱਕ ਨਹੀਂ ਹੈ। ਕੋਈ ਬੀਬੀ ਜਾ ਕੇ ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ ਹੈ। ਧਰਮ ਉਹਨਾਂ ਦਾ ਉਹਨਾਂ ਨੂੰ ਆਗਿਆ ਨਹੀਂ ਦਿੰਦਾ ਹੈ। ਹਿੰਦੂ ਧਰਮ ਦੇ ਵਿੱਚ ਬਹੁਤ ਇਹੋ ਜਿਹੇ ਮੰਦਰ ਹਨ ਜਿੱਥੇ ਬੀਬੀਆਂ ਜਾ ਕੇ ਨਮਸਕਾਰ ਨਹੀਂ ਕਰ ਸਕਦੀਆਂ, ਪੂਜਾ ਪਾਠ ਨਹੀਂ ਕਰ ਸਕਦੀਆਂ। ਇੱਕ ਗੁਰੂ ਨਾਨਕ ਦਾ ਘਰ ਹੈ, ਜੇ ਇੱਥੇ ਸਿੱਖ ਕੀਰਤਨ ਕਰ ਸਕਦਾ ਤੇ ਬੀਬੀ ਵੀ ਕਰ ਸਕਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਚੌਰ ਕਰ ਸਕਦਾ ਤੇ ਬੀਬੀ ਵੀ ਬਰਾਬਰ ਕਰ ਸਕਦੀ ਹੈ। ਜੇ ਸਿੱਖ ਆਪਣੇ ਸਿਰ ਤੇ ਦਸਤਾਰ ਸਜਾ ਸਕਦਾ, ਬੀਬੀ ਵੀ ਸਜਾ ਸਕਦੀ ਹੈ। ਜੇ ਸਿੱਖ ਅੰਮ੍ਰਿਤ ਛਕ ਸਕਦਾ ਤਾਂ ਬੀਬੀ ਵੀ ਛਕ ਸਕਦੀ ਹੈ। ਬੜੇ ਮਾਣ ਨਾਲੋਂ ਸਾਜ ਨਾ ਵਜਾਇਓ, ਇੱਦਾਂ ਹੀ ਪੜ੍ਹਿਓ ਸਾਰੇ, ਗੱਜ ਕੇ ਗੂੰਜ ਪਾਇਓ। ਕਹਿਣਾ ਕੀ ਹੈ? ਪਹਿਲਾਂ ਭਾਈ ਬੋਲਿਓ ਫਿਰ ਸਾਰੀਆਂ ਬੀਬੀਆਂ ਗੱਜ ਕੇ ਸੱਚੇ ਪਾਤਸ਼ਾਹ ਜੀ ਤੇ ਮਾਣ ਕਰਕੇ ਆਖਿਆ ਕਰੋ, ਅਸੀਂ ਕਲਗੀਧਰ ਦੀਆਂ ਧੀਆਂ ਹਾਂ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ। ਪੜੋ, ਅਸੀਂ ਕਲਗੀਧਰ ਦੀਆਂ, ਪੜੋ, ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਪੁੱਤ ਹਾਂ ਗੁਰੂ ਪਹਿਲਾਂ ਬੀਬੀਆਂ ਬੋਲੋ, ਸਿੰਘ ਦੇ, ਅਸੀਂ ਕਲਗੀ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਪੁੱਤ ਹਾਂ ਗੁਰੂ ਗੋਬਿੰਦ ਭੈਣਾਂ ਸਿੰਘ ਬੋਲੋ, ਦੇ, ਅਸੀਂ ਕਲਗੀਧਰ ਦੀਆਂ, ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਕਲਗੀਧਰ ਦੀਆਂ, ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ। ਜਦੋਂ ਇੱਦਾਂ ਕਹਾਂਗੇ ਆਪਾਂ, ਜਦੋਂ ਇਹ ਮਨ ਵਿੱਚ ਭਾਵਨਾ ਪੈਦਾ ਹੋਏਗੀ ਨਾ, ਤੇ ਸਾਧ ਸੰਗਤ ਜੀ ਆਟੋਮੈਟਿਕ ਸਿੱਖ ਦਾ, ਸਿੱਖੜੀ ਦਾ ਸਿਰ ਉੱਚਾ ਹੋਏਗਾ। ਆਪਣੇ ਆਪ ਨੂੰ ਮਾਣ ਨਹੀਂ ਲੱਗਦਾ ਜਦੋਂ ਅਸੀਂ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਹਾਂ। ਆਪਣੇ ਆਪ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਮਿਲਦੀ ਜਦੋਂ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਧੀਆਂ ਹਾਂ। ਤੇ ਜੇ ਮਹਾਰਾਜ ਨੇ ਆਪਣੇ ਗਲ ਲਾਇਆ ਹੈ, ਤੁਹਾਨੂੰ ਆਪਣੇ ਬਣਾਇਆ, ਫਿਰ ਬਣ ਕੇ ਦਿਖਾਓ। ਰਹਿਤ ਬੈਤ ਦੇ ਧਾਰਨੀ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤੇ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਬੀਬੀਓ ਤੁਸੀਂ ਸਾਂਭ ਸਕਦੀਆਂ ਹੋ ਜੇ ਸਿੱਖੀ ਬਚਾਉਣੀ ਹੈ ਤਾਂ। ਜੇ ਮਾਂ ਹੀ ਆਪਣੇ ਬੱਚੇ ਨੂੰ ਇਹ ਗੱਲ ਕਹੇਗੀ ਮੈਂ ਤੇਰਾ ਸਿਰ ਨਹੀਂ ਵਾਹ ਸਕਦੀ, ਤੇਰਾ ਜੂੜਾ ਨਹੀਂ ਕਰ ਸਕਦੀ, ਕਟਾਇਆ ਲੈ ਫੜ 50 ਰੁਪਏ, ਫਿਰ ਸਿੱਖੀ ਨੂੰ ਕਿ ਸਾਡੇ ਪ੍ਰਚਾਰ ਦਾ ਕੀ ਫਾਇਦਾ ਹੈ? ਅਸੀਂ ਸਟੇਜਾਂ ਤੇ ਇੱਥੇ ਬੈਠ ਕੇ 2 ਘੰਟੇ ਲਾ ਕੇ ਤੁਹਾਨੂੰ ਬੇਨਤੀ ਕਰ ਜਾਵਾਂਗੇ, ਪਰ ਅਸਲੀ ਪ੍ਰਚਾਰ ਤੁਹਾਡੇ ਘਰਾਂ 'ਚੋਂ ਸ਼ੁਰੂ ਹੋਏਗਾ ਤਾਂ ਗੱਲ ਬਣੇਗੀ। ਸਾਡੇ ਕਹਿ ਦਾ ਅਸਰ ਬਾਅਦ 'ਚ ਹੋਏਗਾ। ਸਭ ਤੋਂ ਪਹਿਲਾਂ ਬੱਚਾ ਤੁਹਾਡੇ ਜੀਵਨ ਵੱਲ ਦੇਖਦਾ ਹੈ ਵੀ ਮੇਰਾ ਮਾਂ ਪਿਓ ਕਿਹੋ ਜਿਹਾ ਜੀਵਨ ਜਿਉਂਦਾ ਹੈ। ਮੇਰਾ ਪਿਓ ਗਾਲਾਂ ਕੱਢਦਾ ਹੈ, ਮੇਰਾ ਬਾਪੂ ਸ਼ਰਾਬ ਪੀਂਦਾ ਹੈ, ਮੇਰਾ ਬਾਪੂ ਜੂਆ ਖੇਡਦਾ ਹੈ। ਅਸੀਂ ਬਹੁਤ ਵਾਰੀ ਗੱਲ ਸਟੇਜਾਂ ਤੇ ਸੁਣਦੇ ਹਾਂ, ਲੋਕਾਂ ਨੂੰ ਲਾਂਭੇ ਵੀ ਦਿੰਦੇ ਹਾਂ ਵੀ ਇੰਨਾ ਨਿਘਾਰ ਸਾਡੀ ਕੌਮ ਦਾ ਹੋ ਰਿਹਾ ਹੈ। ਬੱਚੇ ਕੇਸ ਕਟਾ ਰਹੇ ਹਨ, ਅੰਮ੍ਰਿਤ ਨਹੀਂ ਛਕ ਰਹੇ, ਨਸ਼ਿਆਂ ਵਿੱਚ ਪੈ ਗਏ। ਕਹਿਣਗੇ ਪ੍ਰਚਾਰਕ ਕੀ ਕਰਦੇ ਹੈ, ਬਾਬੇ ਕੀ ਕਰਦੇ ਹੈ? ਤੇ ਮੈਨੂੰ ਇਹ ਦੱਸੋ ਵੀ ਆਪਾਂ ਫਟਾਫਟ ਡਾਂਗ ਲੈ ਕੇ ਪ੍ਰਚਾਰਕਾਂ ਬਾਬਿਆਂ ਪਿੱਛੇ ਤੇ ਪੈ ਜਾਂਦੇ ਆ ਵੀ ਤੁਹਾਡੇ ਪੁੱਤ ਨੇ ਜਦੋਂ ਮੋਬਾਈਲ ਮੰਗਿਆ ਸੀ ਉਹ ਬਾਬਿਆਂ ਨੇ ਲੈ ਕੇ ਦਿੱਤਾ ਸੀ, ਜਦੋਂ ਮੋਟਰਸਾਈਕਲ ਦੀ ਜਿੱਦ ਕਰਦਾ ਸੀ ਉਹ ਪ੍ਰਚਾਰਕਾਂ ਨੇ ਲੈ ਕੇ ਦਿੱਤਾ ਸੀ। ਇਹ ਸਭ ਤੋਂ ਪਹਿਲਾਂ ਵਿਗਾੜਨ ਵਿੱਚ ਆਪਣਾ ਹੱਥ ਹੈ ਸਾਡਾ ਜੀ। ਕੱਲਾ ਕੱਲਾ ਹੈ, ਜੇ ਕੱਲਾ ਕੱਲਾ ਫਿਰ ਸਿਰ ਨਾ ਚਾੜੋ। ਸਤਿਕਾਰ ਪਿਆਰ ਆਪਣੀ ਥਾਂ ਤੇ ਹੈ, ਇੱਜ਼ਤ ਮਾਣ ਅਸੂਲ ਆਪਣੀ ਥਾਂ ਤੇ ਹਨ। ਮੈਂ ਆਪਣੀ ਬੇਨਤੀ ਵੱਲ ਆਵਾਂ, ਭਾਵਨਾ ਤੋਂ ਬਿਨਾਂ ਗੱਲ ਨਹੀਂ ਬਣੇਗੀ। ਇਹਨੇ ਨਾ ਜੀ ਉਹ ਟਕਾ ਕੱਢਿਆ ਤੇ ਕੱਢ ਕੇ ਗੰਗਾ ਮਾਤਾ ਵੱਲ ਨੂੰ ਇਸ਼ਨਾਨ ਕਰਕੇ ਨਾ ਉਧਰੋਂ ਨਦੀ ਵੱਲ ਨੂੰ ਮੂੰਹ ਕਰਕੇ ਕਹਿੰਦਾ ਹੈ, ਹੇ ਗੰਗਾ ਮਾਤਾ ਤੇਰੇ ਭਗਤ ਨੇ ਤੇਰੇ ਵਾਸਤੇ ਭੇਟਾ ਭੇਜੀ ਹੈ, ਇਹ ਪ੍ਰਵਾਨ ਕਰ, ਪਰ ਦੇਣੀ ਤਾਂ ਹੈ ਜੇ ਹੱਥ ਬਾਹਰ ਕੱਢ ਕੇ ਲਵੇਂ। ਹੁਣ ਸਾਰਾ ਸੰਸਾਰ ਖੜਾ ਦੇਖਦਾ ਸੀ, ਲੋਕੀ ਦੇਖ ਕੇ ਹੱਸਦੇ ਸੀ ਉਹਦੇ ਵੱਲ ਵੀ ਇੱਦਾਂ ਹੋ ਸਕਦੀ ਹੈ। ਤੇ ਕਹਿੰਦੇ ਜੱਗੋਂ 13ਵੀਂ ਗੱਲ ਹੋਈ, ਕਿਸੇ ਦੀ ਭੇਟਾ ਗੰਗਾ ਨੇ ਕਹਿੰਦੇ ਹੱਥ ਕੱਢ ਕੇ ਬਾਂਹ ਕੱਢ ਕੇ ਨਹੀਂ ਸੀ ਲਈ। ਜਦੋਂ ਇਹ ਪੰਡਤ ਨੇ ਕਿਹਾ ਨਾ ਵੀ ਰਵਿਦਾਸ ਦੀ ਭੇਟਾ ਦੇਣੀ ਤਾਂ ਹੈ ਜੇ ਹੱਥ ਕੱਢ ਕੇ ਲੈਵੇਂ, ਕਹਿੰਦੇ ਗੰਗਾ ਚੋਂ ਹੱਥ ਬਾਹਰ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਈਆਂ ਨੂੰ ਗੱਪ ਲੱਗੇਗਾ ਵੀ ਇਦਾਂ ਕਿੱਦਾਂ ਹੋ ਗਿਆ। ਇਹਦੀ ਗਵਾਹੀ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੋ। ਭਾਈ ਸਾਹਿਬ ਕਹਿੰਦੇ ਨੇ ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਭੇਟਾ।
ਸਾਡੇ ਕੋਲ ਸਬੂਤ ਹਨ ਇਹਨਾਂ ਗੱਲਾਂ ਦੇ। ਜਦੋਂ ਕਹਿੰਦੇ ਉਹ ਜਿਹੜਾ ਟਕਾ ਭੇਜਿਆ ਸੀ ਰਵਿਦਾਸ ਜੀ ਮਹਾਰਾਜ ਨੇ, ਉਹ ਹੱਥ ਵਿੱਚ ਫੜ ਕੇ ਹੱਥ ਵਿੱਚ ਪਾਣੀ ਦੇ ਫੇਰ ਅਲੋਪ ਹੋ ਗਿਆ ਤੇ ਆਵਾਜ਼ ਆਈ, ਕਹਿੰਦੇ ਭਗਤਾ ਜਾਈ ਨਾ, ਸਾਡੇ ਭਗਤ ਦੀ ਭੇਟਾ ਸਾਡੇ ਕੋਲ ਵੀ ਲੈ ਕੇ ਜਾਈ। ਜੇ ਸਾਨੂੰ ਉਹਨੇ ਸਾਡੇ ਵਾਸਤੇ ਕੁਝ ਭੇਜਿਆ ਨਾ, ਅਸੀਂ ਵੀ ਕੁਝ ਦੇਣਾ ਚਾਹੁੰਦੇ ਹਾਂ। ਲਓ ਸਮਾਂ ਭਾਵੇਂ ਹੁਣ ਆਪਣਾ ਵੱਧ ਲੱਗ ਜਾਏ, ਪਰ ਟਿਕਾ ਬਣਾ ਕੇ ਬੈਠੇ ਰਹੋ, ਬਹੁਤ ਆਨੰਦ ਬਣਿਆ ਹੋਇਆ। ਕਹਿੰਦੇ ਨੇ ਉਹ ਗੰਗਾ ਦੇ ਵਿੱਚੋਂ ਦੂਸਰਾ ਹੱਥ ਬਾਹਰ ਆਇਆ, ਸੋਨੇ ਦਾ ਕੜਾ ਉੱਪਰ ਹੀਰਿਆਂ ਨਾਲ ਜੜਿਆ ਹੋਇਆ, ਤੇ ਉਹ ਪੰਡਤ ਨੂੰ ਆਵਾਜ਼ ਆਈ, ਕਹਿਣ ਲੱਗੇ ਲੈ ਭਗਤਾ ਇਹ ਰਵਿਦਾਸ ਨੂੰ ਸਾਡੀ ਭੇਟਾ, ਸਾਡੀ ਸੁਗਾਤ ਦੇ ਦੇਈ। ਜੇ ਸਾਡੇ ਵਾਸਤੇ ਉਹਨੇ ਭੇਟਾ ਭੇਜੀ ਹੈ ਆ ਸਾਡੇ ਵੱਲੋਂ ਲੈ ਜਾ। ਹੁਣ ਜਦੋਂ ਇਹਨੇ ਵੇਖਿਆ ਵੀ ਇਹ ਸੋਨੇ ਦਾ ਕੜਾ ਹੈ, ਉੱਪਰ ਹੀਰੇ ਜੜੇ ਹੋਏ ਨੇ, ਮਨ ਵਿੱਚ ਲੋਭ ਆ ਗਿਆ, ਲਾਲਚ ਆ ਗਿਆ। ਕਹਿੰਦਾ ਰਵਿਦਾਸ ਨੂੰ ਕੀ ਪਤਾ ਹੈ ਬਈ ਉਹਦੇ ਵਾਸਤੇ ਕਿਸੇ ਨੇ ਭੇਟਾ ਭੇਜੀ ਹੈ, ਹੋਵੇ ਨਾ ਤਾਂ ਆਪਣੇ ਘਰ ਨਾ ਲੈ ਜਾਈਏ। ਜਿੱਧਰ ਦੀ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੀ ਛੰਨ ਵੱਜੀ ਹੋਈ, ਆਪਾਂ ਉਧਰ ਦੀ ਜਾਂਦੇ ਹੀ ਨਹੀਂ, ਆਪਾਂ ਦੂਜੇ ਪਾਸੇ ਦੀ ਹੋ ਜਾਵਾਂਗੇ। ਜਿਹੜਾ ਲੋਭ ਆ ਨਾ, ਸਾਧ ਸੰਗਤ ਲਾਲਚ ਹੈ ਜਿਹੜਾ, ਇਹ ਵੱਡਿਆਂ ਦੀ ਮੱਤ ਮਾਰ ਦਿੰਦਾ ਹੈ। ਲਾਲਚ ਵਿੱਚ ਆ ਕੇ ਬੰਦਾ ਆਪਣੇ ਮਾਂ ਪਿਓ ਦਾ ਕਤਲ ਕਰਨ ਲੱਗਾ ਵੀ ਨਹੀਂ ਸੋਚਦਾ ਹੈ। ਆਪਾਂ ਅਖਬਾਰਾਂ 'ਚ ਪੜ੍ਹਦੇ ਨਹੀਂ ਕਿਸੇ ਪੁੱਤ ਨੇ ਆਪਣੇ ਪਿਓ ਦਾ ਕਤਲ ਕਰਤਾ, ਕਾਹਦੇ ਵਾਸਤੇ? ਜ਼ਮੀਨ ਵਾਸਤੇ, ਆਪਣੇ ਹਿੱਸੇ ਵਾਸਤੇ, ਪੈਸੇ ਵਾਸਤੇ। ਭੈਣਾਂ ਭਰਾ ਮਰਵਾ ਦਿੰਦੀਆਂ ਹਨ, ਭਰਾ ਆਪਣੀਆਂ ਭੈਣਾਂ ਮਰਵਾ ਦਿੰਦੇ ਹਨ। ਤੇ ਮਹਾਰਾਜ ਆਪਣੀ ਬਾਣੀ 'ਚ ਕੀ ਕਹਿੰਦੇ ਨੇ? ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ। ਲੋਭੀ ਦਾ ਕਹਿੰਦੇ ਕਦੇ ਵਸਾ ਨਾ ਕਰਿਓ, ਨਹੀਂ ਇਹੋ ਜਿਹੇ ਥਾਂ ਜਾ ਕੇ ਮਾਰੇਗਾ ਜਿੱਥੇ ਤੁਹਾਨੂੰ ਕੋਈ ਬਚਾ ਵੀ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਾਲਚੀ ਬੰਦਾ ਸਕਾ ਨਹੀਂ ਕਦੇ ਕਿਸੇ ਦਾ ਹੁੰਦਾ। ਕਹਿੰਦੇ 3 ਚੋਰਾਂ ਨੇ ਚੋਰੀ ਕੀਤੀ, ਚੋਰੀ ਕਰਕੇ ਚੰਗਾ ਹੱਥ ਵਿੱਚ ਮਾਲ ਸਬਾਬ ਲੱਗਿਆ, ਮਾਇਆ ਲੱਗੀ, ਸੋਨੇ ਗਹਿਣੇ ਕਈ ਕਾਫੀ ਕੁਝ ਮਿਲ ਗਿਆ। ਇੱਕ ਰੁੱਖ ਦੇ ਥੱਲੇ ਰੱਖ ਕੇ ਬੈਠ ਗਏ, ਆਪਸ 'ਚ ਕਰਦੇ ਨੇ ਸਲਾਹ, ਕਹਿੰਦੇ ਇੱਦਾਂ ਕਰੀਏ ਬਾਅਦ 'ਚ ਵੰਡਾਂਗੇ, ਪਹਿਲਾਂ ਕੁਝ ਖਾ ਪੀ ਲਈਏ। ਹੁਣ ਬਾਜ਼ਾਰ ਕੌਣ ਜਾਵੇ? ਇੱਕ ਦੂਜੇ ਨੂੰ ਕਹਿੰਦੇ ਤੂੰ ਜਾ, ਫਲਾਂ ਦੂਜਾ ਕਹਿੰਦਾ ਤੂੰ ਜਾ। ਸਲਾਹ ਬਣ ਗਈ ਵੀ ਇੱਕ ਇੱਥੇ ਬੈਠ ਜਾਓ ਚੋਰੀ ਦੇ ਮਾਲ ਕੋਲ, ਤੇ 2 ਜਾਣੇ ਜਾ ਕੇ ਬਾਜ਼ਾਰ ਵਿੱਚੋਂ ਖਾਣ ਨੂੰ ਕੁਝ ਲੈ ਆਓ। ਲਾਲਚ ਬੰਦੇ ਹੱਥੋਂ ਕੀ ਕਰਵਾਉਂਦਾ ਹੈ। ਉਹ 2 ਜਾਣੇ ਕਹਿੰਦੇ ਬਾਜ਼ਾਰ ਗਏ ਖਾਣ ਪੀਣ ਵਾਸਤੇ, ਕੁਝ ਲੈਣ ਵਾਸਤੇ, ਤੇ ਇਹਨਾਂ ਦੇ ਮਨ ਵਿੱਚ ਇਹ ਗੱਲ ਚੱਲ ਪਈ ਜਿਹੜੇ ਬਾਜ਼ਾਰ ਗਏ ਸੀ, ਕਹਿੰਦੇ ਐ ਵੀ ਆਪਾਂ ਜਿੰਨਾ ਚੋਰੀ ਦਾ ਮਾਲ ਲੁੱਟਿਆ ਇਹਦੇ 3 ਹਿੱਸੇ ਰਹਿਣ ਦੀ ਆਪਾਂ 2 ਹਿੱਸੇ ਨਾ ਕਰ ਲਈਏ। ਪਹਿਲਾ ਦੂਜੇ ਨੂੰ ਪੁੱਛਦਾ, ਕਹਿੰਦਾ ਵੀ ਇਹ ਕਿੱਦਾਂ ਹੋ ਸਕਦੀ ਹੈ? ਕਹਿੰਦੇ ਜਿਹੜਾ ਉੱਥੇ ਬੈਠਾ ਰਾਖੀ ਆਪਣੇ ਸਮਾਨ ਦੇ ਕੋਲ, ਆਪਾਂ ਖਾਣ ਵਾਲੇ ਪ੍ਰਸ਼ਾਦੇ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੰਦੇ, ਉਹ ਮਰ ਜਾਏਗਾ ਤੇ ਆਪਾਂ ਭੇਟਾ ਆਪਸ ਵਿੱਚ ਵੰਡ ਲਵਾਂਗੇ ਸਾਰਾ ਕੁਝ। ਮਨ ਵਿੱਚ ਪੁੱਠੀ ਵਿਚਾਰ ਚੱਲ ਪਈ, ਲੋਭ ਆ ਗਿਆ। ਇਹਨਾਂ ਨੇ ਬਾਜ਼ਾਰ ਵਿੱਚੋਂ ਉਹਨਾਂ ਦੀ ਪ੍ਰਸ਼ਾਦਾ ਖਾਣ ਪੀਣ ਵਾਸਤੇ ਲਿਆ, ਉਹ 'ਚ ਜ਼ਹਿਰ ਪਾ ਦਿੱਤੀ। ਹੁਣ ਜਿਹੜਾ ਰਾਖੀ ਤੇ ਬੈਠਾ ਸੀ ਉੱਥੇ, ਉਹ ਆਪਣੇ ਮਨ ਵਿੱਚ ਸੋਚਦਾ ਹੈ ਵੀ ਹੋਵੇ ਨਾ ਤੇ ਮੈਂ ਸਾਰਾ ਕੁਝ ਇਕੱਲਾ ਨਾ ਸਾਂਭ ਲਵਾਂ, ਹਿੱਸਾ ਦੇਣਾ ਹੀ ਨਾ ਪਵੇ ਕਿਸੇ ਨੂੰ। ਕਹਿੰਦਾ ਹੈ ਵੀ ਜਦੋਂ ਖਾਣ ਵਾਸਤੇ ਕੁਛ ਨਾ ਕੁਛ ਲਿਆਉਣਗੇ ਨਾ, ਰੱਖਣਗੇ, ਤੇ ਆਪਣੇ ਹੱਥ ਵਿੱਚ ਦਾਤਰ ਲੈ ਲਿਆ, ਦਾਤਰ ਤਿੱਖਾ ਕਰਕੇ ਖੜ ਗਿਆ, ਵੀ ਜਦੋਂ ਰੱਖਣ ਵਾਸਤੇ ਨੀਵੇਂ ਹੋਣਗੇ ਧੌਣ ਤੇ ਮਾਰ ਕੇ ਧੌਣਾ ਲਾ ਦੇਣੀਆਂ, ਮਾਰ ਦੇਣੇ, ਖਤਮ ਕਰ ਦੇਣੇ ਆ। ਉਧਰ ਪਲੈਨਿੰਗ ਉਹ ਕਰੀ ਜਾਂਦੇ ਵੀ ਉਹਨੂੰ ਮਾਰ ਦਈਏ, ਉਹ ਪਲੈਨ ਕਰੀ ਜਾਂਦਾ ਵੀ ਉਹਨਾਂ ਨੂੰ ਮਾਰ ਦਈਏ। ਲੋਭੀ ਕਾਵੇ ਸਾਹੋ ਨਾ ਕੀਜੈ, ਹੇ ਲੋਭਾ ਲੰਪਟ ਸੰਗ ਸਿਰ ਮੋਰ ਅਣਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰ ਅਣਕ ਭਾਂਤ ਬਹੁ ਡੋਲ ਤੇ। ਇਹਨਾਂ ਨੇ ਪ੍ਰਸ਼ਾਦਾ ਲਿਆ, ਵਿੱਚ ਪਾ ਦਿੱਤੀ ਜ਼ਹਿਰ, ਤੇ ਜਦੋਂ ਜਿੱਥੇ ਰੱਖਿਆ ਸੀ ਸਮਾਨ ਨੂੰ ਰਾਖੀ ਕਰਨ ਵਾਸਤੇ ਬੈਠਾ ਸੀ, ਉੱਥੇ ਪਹੁੰਚ ਗਏ। ਜਾ ਕੇ ਨਾ ਰੱਖਣ ਲੱਗੇ, ਨੀਵੇਂ ਹੋਏ, ਉਹ ਲੁਕਿਆ ਖੜਾ ਸੀ ਪਾਸੇ, ਉਹਨੇ ਦਾਤਰ ਚਲਾਇਆ, ਦੋਵੇਂ ਥਾਂ ਮਾਰ ਕੇ ਰੱਖ ਦਿੱਤੇ, 2 ਚੋਰ ਮਾਰਤੇ। ਉਹ ਮਰ ਗਏ, ਸੋਚਦਾ ਸਾਰਾ ਕੁਝ ਹੁਣ ਮੇਰਾ ਹੀ ਹੈ, ਹੁਣ ਇਹ ਸਾਣੀ ਦੇਣਾ ਪਏਗਾ। ਤੇ ਕਹਿੰਦਾ ਪਹਿਲਾਂ ਪ੍ਰਸ਼ਾਦਾ ਨਾ ਛਕ ਲਈਏ, ਸਵੇਰ ਦੇ ਭੁੱਖੇ ਆ। ਇਹ ਤੇ ਮਰ ਗਏ, ਮਾਰ ਦਿੱਤੇ, ਹੁਣ ਜੋ ਲੈ ਕੇ ਆਏ ਸੀ ਉਹ ਖਾ ਲਈਏ। ਉਹ ਪ੍ਰਸ਼ਾਦੇ 'ਚ ਜ਼ਹਿਰ ਮਿਲੀ ਹੋਈ ਸੀ, ਖਾ ਕੇ ਉਹ ਵੀ ਉੱਥੇ ਮਰ ਗਿਆ, ਉਹ ਮਾਇਆ ਉੱਥੇ ਦੀ ਉੱਥੇ ਪਈ ਰਹਿ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਾਲਚ ਇੰਨੀ ਖਤਰਨਾਕ ਬਲਾ ਹੈ। ਇੱਕ ਛੋਟੀ ਜਿਹੀ ਹਾਸੇ ਵਾਲੀ ਗੱਲ ਯਾਦ ਆ ਗਈ, ਨਾਲੇ ਸਾਰੇ ਥੋੜ੍ਹਾ ਜਿਹਾ ਸੈੱਟ ਹੋ ਜਾਓਗੇ। ਜਦੋਂ ਲੰਮਾ ਸਮਾਂ ਬੈਠੇ ਰਹੀਏ ਨਾ, ਉਦੋਂ ਇੱਦਾਂ ਲੱਗਣ ਲੱਗ ਪੈਂਦਾ ਵੀ ਕਦੋਂ ਹੁਣ ਬਾਬੇ ਸਲੋਕ ਪੜ੍ਹਨਗੇ, ਕਦੋਂ ਜਾਨ ਛੁੱਟੂ, ਇੱਦਾਂ ਹੋ ਜਾਂਦੀ ਹੈ। ਨਾਲੇ ਤੁਹਾਡੇ ਕੰਮ ਆਏਗੀ ਗੱਲ।
ਕੋਈ ਮੇਰੇ ਵਰਗਾ ਘਰੋਂ ਤੁਰ ਪਿਆ ਲਾਲਚੀ, ਬਾਜ਼ਾਰ ਵਿੱਚ ਗਿਆ, ਜਾ ਕੇ ਕਹਿੰਦਾ ਜੀ ਨਾਰੀਅਲ ਖਰੀਦਣਾ ਹੈ। ਕਿੰਨੇ ਦਾ ਹੈ? ਉਹ ਮੋਹਰਿਓਂ ਦੁਕਾਨਦਾਰ ਕਹਿੰਦਾ ਵੀ 1 ਰੁਪਈਏ ਦਾ। ਕਹਿੰਦਾ ਮਹਿੰਗਾ ਹੈ, 8 ਆਨਿਆਂ ਦਾ ਨਹੀਂ ਮਿਲ ਸਕਦਾ। ਲਾਲਚੀ ਬੰਦਾ ਕੀ ਕੁਝ ਕਰਦਾ ਹੈ। ਉਹ ਕਹਿੰਦੇ 8 ਦਾ ਮਿਲ ਜਾਏਗਾ, ਇਹਦੇ ਵਾਸਤੇ ਤੈਨੂੰ ਨਾ ਮੰਡੀ ਜਾਣਾ ਪਏਗਾ, ਮੰਡੀਓਂ ਲੈ ਆ। ਉਹ ਮੰਡੀ ਚਲਿਆ ਗਿਆ, ਪੁੱਛਦਾ ਕਹਿੰਦਾ ਨਾਰੀਅਲ ਕਿੰਨੇ ਦਾ ਹੈ? ਕਹਿੰਦੇ 8 ਆਨਿਆਂ ਦਾ। ਕਹਿੰਦਾ 4 ਦਾ ਨਹੀਂ ਮਿਲ ਸਕਦਾ। ਕਹਿੰਦੇ 4 ਦਾ ਵੀ ਮਿਲ ਜਾਊ, ਜਿੱਥੇ ਬਾਗ ਹੈ ਨਾਰੀਅਲ ਦਾ ਉੱਥੇ ਚਲ ਜਾ। ਹੁਣ ਲਾਲਚ ਵਿੱਚ ਵੇਖੋ, ਲਾਲਚ ਬੰਦੇ ਨੂੰ ਕਿੱਥੇ ਲੈ ਜਾਂਦਾ ਹੈ। ਇਹ ਨਾ ਜੀ ਬਾਗ ਵਿੱਚ ਚਲੇ ਗਿਆ, ਜਾ ਕੇ ਬਾਗ ਦੇ ਮਾਲੀ ਨੂੰ ਕਹਿੰਦਾ ਮੈਂ ਨਾਰੀਅਲ ਖਰੀਦਣਾ ਹੈ। ਕਹਿੰਦੇ ਮਿਲ ਜਾਏਗਾ। ਕਿੰਨੇ ਦਾ? ਕਹਿੰਦੇ 4 ਆਨਿਆਂ ਦਾ। ਕਹਿੰਦਾ 1 ਦਾ ਨਹੀਂ ਮਿਲ ਸਕਦਾ। ਆਖੋ ਸਤਿਨਾਮ, 1 ਦਾ ਨਹੀਂ ਮਿਲ ਸਕਦਾ। ਕਹਿੰਦੇ 1 ਵੀ ਨਾ ਦਈ, ਫਰੀ ਲੈ ਜਾ, ਪਰ ਤੋੜਨਾ ਆਪ ਪਊ। ਉਹ ਕਹਿੰਦਾ ਤਾਂ ਗੱਲ ਬਣ ਗਈ, ਤੋੜਨ ਦੀ ਕਿੱਡੀ ਕੁ ਗੱਲ ਹੈ ਕਿਤੇ। ਉਹ ਕਹਿੰਦਾ ਵੀ ਸਾਡੇ ਨਾ ਬਾਗ ਦੇ ਵਿੱਚ ਖੂਹ ਲੱਗਾ ਹੋਇਆ, ਬਹੁਤ ਵੱਡਾ ਖੂਹ, ਉਹਦੇ ਬਿਲਕੁਲ ਸੈਂਟਰ ਵਿੱਚ ਲਮਕਦਾ ਨਾਰੀਅਲ ਇੱਕ, ਉਹ ਤੋੜ ਲਾ, ਉਹ ਤੇਰਾ, ਰੁਪਈਆ ਨਾ ਦੇ, 1 ਆਨਾ ਨਾ ਦੇ ਕੇ ਜਾਵੀਂ। ਉਹ ਖੁਸ਼ ਹੋ ਗਿਆ, ਸੋਚਦਾ ਵੀ ਹੁਣ ਇਹਨੂੰ ਤੋੜੀਏ ਕਿੱਦਾਂ, ਸੈਂਟਰ ਵਿੱਚ ਲਮਕਦਾ ਖੂਹ ਦੇ ਬਿਲਕੁਲ। ਅਤੇ ਤੁਹਾਨੂੰ ਪਤਾ ਜਿਹੜੀ ਨਾਰੀਅਲ ਦੀ ਟਾਹਣੀ ਹੁੰਦੀ ਬਹੁਤ ਸਖਤ ਹੁੰਦੀ ਹੈ, ਇਹ ਟੁੱਟਦੀ ਨਹੀਂ, ਵੱਢਣੀ ਪੈਂਦੀ ਹੈ। ਆਪਣੇ ਮਨ ਵਿੱਚ ਸੋਚਿਆ ਮਨਾ 1 ਰੁਪਈਆ ਬਚ ਜਾਊ, 16 ਆਨੇ ਬਚ ਜਾਣਗੇ, ਇਹਨੂੰ ਤੋੜ ਕੇ ਪਿੱਛੋਂ ਭੱਜ ਕੇ ਆਇਆ ਖੂਹ ਵੱਲ ਨੂੰ, ਵੀ ਭੱਜ ਕੇ ਟੱਪਾਂਗੇ ਖੂਹ ਉੱਪਰ ਦੀ, ਹੱਥ 'ਚ ਫੜਾਂਗੇ ਨਾਰੀਅਲ ਟੁੱਟ ਜਾਣਾ, ਆਪਾਂ ਛਾਲ ਮਾਰ ਜਾਣੀ ਹੈ। ਫਰੀ ਦਾ ਲਾਲਚੀ ਬੰਦਾ। ਇਹਨੇ ਪਿੱਛੋਂ ਭੱਜ ਕੇ ਆ ਕੇ ਜ਼ੋਰ ਨਾਲ ਦੌੜਾ ਕੇ ਛਾਲ ਮਾਰੀ, ਨਾਰੀਅਲ ਨੂੰ ਪਾ ਲਿਆ, ਹੱਥੋਂ ਟੁੱਟਿਆ ਨਹੀਂ, ਲਮਕ ਗਿਆ ਵਿਚਾਲੇ ਖੂਹ ਦੇ। ਆਖੋ ਸਤਿਨਾਮ, ਉਹ ਟੁੱਟਾ ਹੀ ਨਹੀਂ। ਬਾਗ ਦੇ ਮਾਲੀ ਨੇ ਵੇਖਿਆ ਵੀ ਇਹ ਮਰ ਜਾਣਾ, ਹੁਣ ਮੇਰੇ ਗਲ ਪੈ ਜਾਊ। ਉਹ ਬਾਗ ਛੱਡ ਕੇ ਦੌੜ ਗਿਆ, ਰੌਲਾ ਪਾਉਂਦਾ ਮੈਨੂੰ ਬਚਾਓ ਕੋਈ, ਨਾ ਤੇ ਨਾਰੀਅਲ ਛੱਡ ਸਕਦਾ ਹੈ, ਨਾ ਖੂਹ 'ਚ ਲਮਕਿਆ ਰਹਿ ਸਕਦਾ ਹੈ। ਉਹ ਕੋਈ ਲਾਗੇ ਦੀ ਲੰਘਦਾ ਜਾਵੇ, ਕੋਈ ਮੇਰੇ ਵਰਗਾ ਘੋੜੇ 'ਤੇ, ਜਦੋਂ ਉਹਨੇ ਚੀਕਾਂ ਸੁਣੀਆਂ, ਹਾਲ ਪਾਰਿਆ ਸੁਣੀ, ਬਾਗ ਵਿੱਚ ਗਿਆ, ਜਾ ਕੇ ਕਹਿੰਦਾ ਵੀ ਤੂੰ ਇੱਥੇ ਕਿੱਦਾਂ ਲਮਕ ਗਿਆ? ਕਹਿੰਦਾ ਫੇਰ ਦੱਸੋ, ਪਹਿਲਾਂ ਮੇਰੀ ਜਾਨ ਛਡਾ, ਇੱਥੋਂ ਕੱਢ ਮੈਨੂੰ। ਕਹਿੰਦੇ ਨਹੀਂ ਪਹਿਲਾਂ ਦੱਸ। ਉਹਨੇ ਸਾਰੀ ਕਹਾਣੀ ਸੁਣਾਤੀ ਵੀ ਮੈਂ 16 ਆਨਿਆਂ ਤੋਂ ਚੱਲ ਕੇ 1 ਆਨੇ 'ਤੇ ਆ ਗਿਆ, ਹੁਣ ਮੈਨੂੰ ਫਰੀ 'ਚ ਮਿਲਦਾ ਸੀ, ਪਰ ਤੋੜਨਾ ਆਪ ਪੈਣਾ ਸੀ। ਕਹਿੰਦੇ ਚੰਗਾ ਤੈਨੂੰ ਬਚਾ ਤਾਂ ਲਊਂ, ਹੁਣ ਇਹ ਦੱਸ ਮੈਨੂੰ ਕੀ ਦੇਵੇਂਗਾ? ਉਦੋਂ ਵੱਡਾ ਲਾਲਚੀ ਮੂਹਰਿਓਂ, ਬਚਾ ਤਾਂ ਲਊਂ, ਇਹ ਦੱਸ ਮੈਨੂੰ ਕੀ ਦੇਵੇਂਗਾ? ਕਹਿੰਦਾ ਮੇਰੇ ਨਾ ਇੱਥੇ ਕਮਰ ਕੱਸੇ 'ਚ 100 ਰੁਪਈਆ ਵੱਜਾ, ਉਹ ਤੈਨੂੰ ਦੇ ਦੂੰ। ਆਖੋ ਸਤਿਨਾਮ, ਕਿੱਥੇ ਰੁਪਈਆ ਨਹੀਂ ਲਾਉਣਾ, ਕਿੱਥੇ ਕਹਿੰਦਾ 100 ਦੇ ਦੂੰ, ਜਾਨ ਛਡਾ ਦੇ। ਉਹ ਵੀ ਲਾਲਚੀ ਤੇ ਉਹ ਵੀ ਲਾਲਚੀ, ਦੋਵੇਂ ਇਕੱਠੇ ਹੋ ਗਏ। ਕਹਿੰਦਾ ਚੰਗਾ ਫੇਰ ਤਾਂ ਕਰ, ਮੈਂ ਘੋੜੇ 'ਤੇ ਆ, ਤੂੰ ਲਮਕਿਆ ਹੋਇਆ ਖੂਹ ਦੇ ਵਿਚਾਲੇ, ਇੱਕ ਗੱਲ ਮੇਰੀ ਮੰਨ ਲਈ। ਕਹਿੰਦੇ ਕੀ? ਕਹਿੰਦੇ ਮੈਂ ਘੋੜਾ ਭਜਾ ਕੇ ਲਿਆਊਂ, ਖੂਹ ਦੇ ਉੱਪਰ ਦੀ ਉਹਦੀ ਛਾਲ ਮਰਵਾਊਂ, ਤੂੰ ਨਾਰੀਅਲ ਛੱਡ ਦੇਈਂ, ਜੇ ਛੱਡ ਦੇਂਗਾ ਤੈਨੂੰ ਮੈਂ ਖੂਹ ਤੋਂ ਪਾਸੇ ਕਰ ਲੂੰ, ਘੋੜੇ ਉੱਪਰ ਛਾਲ ਮਰਵਾ ਕੇ ਖੂਹ ਉੱਪਰ ਦੀ। ਕਹਿੰਦਾ ਚੰਗਾ। ਉਹ ਪਿੱਛੋਂ ਘੋੜਾ ਭਜਾ ਕੇ ਲਿਆਇਆ, ਇਹਦੇ ਮਨ ਵਿੱਚ ਇਹ ਆ ਗਈ, ਕਹਿੰਦਾ ਯਾਰ ਘੋੜਾ ਤੇ ਆਉਣਾ ਹੀ ਆਉਣਾ, ਨਾਰੀਅਲ ਕਾਹਤੋਂ ਛੱਡ ਗਏ, ਹੁਣੇ ਵੀ ਲੈ ਚੱਲ ਗਏ। ਆਖੋ ਸਤਿਨਾਮ, ਸ੍ਰੀ ਵਾਹਿਗੁਰੂ। ਛੱਡਣਾ ਕਾਹਤੋਂ, ਇੰਨੇ ਮਿਹਨਤ ਕੀਤੀ, ਕਿੱਥੋਂ ਚੱਲ ਕੇ ਆਏ, ਕਿੰਨਾ ਸਮਾਂ ਲੜ ਕੇ ਰਹਿ ਵਿੱਚ, ਵੀ ਇਹ ਛੱਡਣਾ ਕਾਹਤੋਂ ਹੁਣ। ਉਹਨੇ ਘੋੜਾ ਭਜਾ ਕੇ ਲਿਆਂਦਾ, ਸਾਧ ਸੰਗਤ ਜੀ, ਮਾਰੀ ਛਾਲ ਘੋੜੇ ਨੇ ਉੱਪਰ ਦੀ, ਉਹਨੇ ਲੱਕ ਨੂੰ ਪਾਇਆ ਜੱਫਾ, ਉਹਨੇ ਨਾਰੀਅਲ ਛੱਡਿਆ ਹੀ ਨਹੀਂ ਉੱਪਰੋਂ, ਘੋੜਾ ਨਿਕਲ ਗਿਆ ਥੱਲਿਓਂ, ਦੋਵੇਂ ਲਮਕ ਗਏ। ਆਖੋ ਸਤਿਨਾਮ, ਸ੍ਰੀ ਵਾਹਿਗੁਰੂ। ਦੋਵੇਂ ਲਮਕ ਗਏ। ਉਹ ਕਹਿੰਦਾ ਪੁੱਛਦਾ ਜਿਹੜਾ ਘੋੜੇ ਵਾਲਾ ਸੀ, ਕਹਿੰਦਾ ਵੀ ਤੂੰ, ਤੇਰੇ ਕੋਲ ਸੀਗਾ ਵੀ 100 ਰੁਪਈਆ, ਤਾਂ ਵੈਸੇ ਮੈਨੂੰ ਮਰਵਾ ਦਿੱਤਾ। ਉਹਨੂੰ ਪੁੱਛਦਾ ਵੀ ਤੂੰ ਵੈਸੇ ਮੈਨੂੰ ਤਾਂ ਕਿਤੇ ਮਰਵਾ ਨਹੀਂ ਦਿੱਤਾ ਨਾ, ਵੀ 100 ਰੁਪਈਆ ਤੇਰੇ ਕੋਲ ਹੈਗਾ ਵੀ ਹੈ। ਹੁਣ ਉਹਦੇ ਉੱਪਰ ਹੱਥ ਪਾਏ ਸੀ ਨਾਰੀਅਲ ਨੂੰ ਇੱਦਾਂ ਕਰਕੇ, ਇੱਥੇ ਬੰਨੇ ਸੀ ਪੈਸੇ, ਉਹਨੂੰ ਦੋਵੇਂ ਹੱਥ ਛੱਡ ਕੇ ਕਹਿੰਦਾ ਆ ਵੇਖ ਇੱਥੇ ਬੰਨਿਆ ਹੋਇਆ। ਆਖੋ ਸਤਿਨਾਮ, ਸ੍ਰੀ ਵਾਹਿਗੁਰੂ। ਹੱਥ ਦੋਵੇਂ ਛੱਡ ਕੇ ਕਹਿੰਦਾ ਆ ਵੀ ਇੱਥੇ ਬੰਨਿਆ ਹੋਇਆ, ਦੋਵੇਂ ਖੂਹ ਦੇ ਵਿੱਚ। ਲੋਭੀ ਬੰਦਾ ਕਦੇ ਕਿਸੇ ਦਾ ਸਕਾ ਨਹੀਂ ਹੁੰਦਾ। ਲੋ ਪੜਿਓ ਸਾਰੇ ਗੱਜ ਕੇ ਧਾਰਨਾ ਜੀ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਿਸਾ ਨਾ ਕਦੇ ਕਰੀਏ,
ਸਕਾ ਨਹੀਂ ਹੁੰਦਾ ਲੋਭੀ, ਲੋਭੀ ਬੰਦੇ ਦਾ ਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਬਾਣੀ ਕਹਿੰਦੀ ਸਕਾ ਨਹੀਂ ਹੁੰਦਾ ਲੋਭੀ, ਸਤਿਗੁਰ ਕਹਿੰਦੇ ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਬਾਣੀ ਕਹਿੰਦੀ ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਬਾਣੀ ਕਹਿੰਦੀ ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਬਾਣੀ ਕਹਿੰਦੀ ਸਕਾ ਨਹੀਂ ਹੁੰਦਾ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਸਾਨਾ, ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ, ਬੰਦੇ ਦਾ ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਬੰਦੇ ਦਾ ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਬੰਦੇ ਦਾ ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ। ਬੰਦੇ ਦਾ ਵਸਾਨਾ ਕਦੇ ਕਰੀਏ, ਸਕਾ ਨਹੀਂ ਹੁੰਦਾ ਲੋਭੀ ਕਿਸੇ ਦਾ। ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਇਹਨੇ ਟਕਾ ਆਪਣੇ ਹੱਥ ਵਿੱਚ ਲਿਆ, ਜੇਬ ਵਿੱਚ ਪਾਇਆ ਸੋਨੇ ਦਾ ਕੜਾ ਤੇ ਆਪਣੇ ਘਰ ਲੈ ਗਿਆ। ਬੇਈਮਾਨੀ ਕੀਤੀ। ਜਾ ਕੇ ਨਾ ਆਪਣੇ ਘਰ ਵਾਲੀ ਬੀਬੀ ਨੂੰ ਦਿਖਾਇਆ ਉਹ ਸੋਨੇ ਦਾ ਕੜਾ। ਉਹ ਪੁੱਛਦੀ ਹੈ, ਕਹਿੰਦੀ ਤੂੰ ਕਿੱਥੋਂ ਲੈ ਕੇ ਆਇਆ? ਇਹ ਤੇ ਹੀਰੇ ਲੱਗੇ ਨੇ, ਲਾਲ ਜੜੇ ਹੋਏ ਨੇ, ਇੰਨਾ ਮਹਿੰਗਾ, ਤੂੰ ਕਿੱਥੋਂ ਲਿਆਇਆ? ਮੋਰਿਓ ਨਾ ਢੀਠ ਜਾ ਹੋ ਕੇ ਕਹਿੰਦਾ ਤੂੰ ਹੀ ਘਰੇ ਮੇਰੀ ਕਦਰ ਨਹੀਂ ਕਰਦੀ, ਬਾਹਰ ਤੇ ਲੋਕੀ ਮੈਨੂੰ ਮੱਥੇ ਟੇਕਦੇ ਆ। ਆਖੋ ਸਤਨਾਮ। ਵੀ ਮੈਨੂੰ ਕਿਸੇ ਨੇ ਮੱਥਾ ਟੇਕਿਆ, ਇਸ਼ਨਾਨ ਕਰਨ ਗਏ ਨੂੰ। ਕਹਿੰਦਾ ਏਦਾਂ ਕਰ, ਹੁਣ ਇਹ ਕੜਾ ਨਾ ਬਾਹਰ ਨਾ ਲੈ ਕੇ ਜਾਈ, ਲੈ ਮੈਂ ਆਇਆ, ਮੱਥਾ ਮੈਨੂੰ ਕਿਸੇ ਨੇ ਟੇਕ ਦਿੱਤਾ ਹੈ, ਪਰ ਇਹ ਪਾਈ ਨਾ ਆਪਣੇ ਗੁੱਟ ਵਿੱਚ। ਤੇ ਤੁਹਾਨੂੰ ਪਤਾ ਵੀ ਜਿੰਨਾ ਸਮਾਂ ਬੀਬੀਆਂ ਦਾ ਸੁਭਾਅ ਹੁੰਦਾ ਵੀ ਨਵਾਂ ਸੂਟ ਲੈ ਆਉਣ, ਲਾਗੇ ਲਾਗੇ ਦਿਖਾ ਨਾ ਦੇਣ ਨੂੰ, ਸਮਾਂ ਠੰਡ ਨਹੀਂ ਪੈਂਦੀ। ਉਹ ਬੀਬੀ ਨੇ ਹੱਥ 'ਚ ਪਾਇਆ ਕੜਾ, ਆਪਣੀ ਗਵਾਂਢ ਚੱਲ ਗਈ। ਗਵਾਂਢ ਤੋਂ ਗੱਲ ਗਾਂਹ ਦੀ ਗਾਂਹ ਪਹੁੰਚਦੀ ਰਾਜੇ ਤੱਕ ਪਹੁੰਚ ਗਈ। ਰਾਜੇ ਦੀ ਰਾਣੀ ਨੂੰ ਲੱਗ ਗਿਆ ਪਤਾ, ਕਹਿੰਦੇ ਫਲਾਣੇ ਫਲਾਣੇ ਪੰਡਤ ਦੇ ਕੋਲ ਨਾ ਬਹੁਤ ਸੋਹਣਾ ਹੀਰਿਆਂ ਜੜਿਆ ਕੰਗਣ ਹੈ, ਕੜਾ ਹੈ ਇੱਕ। ਰਾਣੀ ਕਹਿੰਦੀ ਮੈਨੂੰ ਮੰਗਾ ਕੇ ਦਿਓ। ਰਾਜੇ ਨੇ ਉਹ ਪੰਡਤ ਸੱਦ ਲਿਆ। ਸੱਦ ਕੇ ਕਹਿੰਦਾ ਵੀ ਪਤਾ ਲੱਗਾ ਤੇਰੇ ਘਰ ਵਾਲੀ ਕੋਲ ਬਹੁਤ ਸੋਹਣਾ ਸੋਨੇ ਦਾ ਕੜਾ ਹੈ। ਇਹ ਸੋਚਦਾ, ਕਹਿੰਦਾ ਲਓ ਵੀ ਹੁਣ ਕੰਮ ਖਰਾਬ ਹੋ ਗਿਆ, ਹੁਣ ਫੜਿਆ ਜਾਣਾ ਹੈ। ਕਹਿੰਦਾ ਜੀ ਹੈਗਾ ਹੈ। ਕਹਿੰਦੇ ਮੇਰੀ ਰਾਣੀ ਨੂੰ ਚਾਹੀਦਾ ਹੈ, ਮੰਗਾ ਕੇ ਦੇ। ਲੈ ਆਇਆ, ਘਰ ਜਾ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ ਉਹ ਸੋਨੇ ਦਾ ਕੜਾ ਦੇ ਜਿਹੜਾ ਮੈਂ ਰਵਿਦਾਸ ਦੀ ਭੇਟਾ ਲੈ ਕੇ ਆਇਆ ਸੀ। ਕਹਿੰਦੇ ਕੀ ਹੋ ਗਿਆ? ਕਹਿੰਦੇ ਰਾਜੇ ਦੀ ਰਾਣੀ ਨੇ ਮੰਗ ਲਿਆ। ਇਹਨਾਂ ਨੇ ਨਾ ਜੀ ਉਹ ਕੜਾ ਰਾਜੇ ਦੀ ਰਾਣੀ ਨੂੰ ਦੇ ਦਿੱਤਾ। ਸੁਣਿਓ, ਸੰਖੇਪ ਬੇਨਤੀ ਕਰਕੇ ਆਪਾਂ ਸਮਾਪਤੀ ਕਰੀਏ। ਆ ਸਰੂਪਾ ਨਿਸ਼ਾਨੀ ਇਸੇ ਗੱਲ ਦੀ ਹੁੰਦੀ ਵੀ ਹੁਣ ਸਮਾਪਤੀ ਕਰ ਦਿਓ। ਆਖੋ ਸਤਨਾਮ। ਇਹ ਨਿਸ਼ਾਨੀ ਹੁੰਦੀ ਹੈ, ਸਮਝਣਾ ਚਾਹੀਦਾ ਬੰਦੇ ਨੂੰ ਵੀ ਹੁਣ ਅਸੀਂ ਬੋਰ ਹੋ ਰਹੇ ਹਾਂ, ਵੀ ਹੁਣ ਤੁਸੀਂ ਬਸ ਕਰੋ। ਅੱਛਾ ਜੀ, ਕਹਿੰਦੇ ਨਾ ਉਹ ਸੋਨੇ ਦਾ ਕੜਾ ਲੈ ਗਿਆ, ਰਾਜੇ ਦੇ ਰਾਣੀ ਨੂੰ ਦੇ ਦਿੱਤਾ। ਹੁਣ ਰਾਜੇ ਦੀ ਰਾਣੀ ਦੀਆਂ ਸਹੇਲੀਆਂ ਕਹਿੰਦੀਆਂ ਵੀ ਗੱਲ ਤਾਂ ਬਣੇ ਜੇ ਇਹਦੇ ਨਾਲ ਦਾ ਇੱਕ ਹੋਰ ਹੋਵੇ। ਤੇ ਰਾਜਾ ਕਹਿੰਦਾ ਬੁਲਾਓ ਉਸੇ ਪੰਡਤ ਨੂੰ। ਸੱਦ ਲਿਆ। ਕਹਿੰਦੇ ਵੀ ਮੇਰੀ ਰਾਣੀ ਨੂੰ ਇਹਦੇ ਨਾਲ ਦਾ ਇੱਕ ਕੜਾ ਹੋਰ ਚਾਹੀਦਾ, ਲਿਆ ਕੇ ਦੇ। ਉਹ ਸੋਚਦਾ ਵੀ ਕਿੱਥੋਂ ਲੈ ਕੇ ਆਵਾਂ। ਕਹਿੰਦਾ ਜੀ ਮੇਰੇ ਵੱਸ ਨਹੀਂ ਹੈ। ਕਹਿੰਦੇ ਪਹਿਲਾਂ ਜਿੱਥੋਂ ਲਿਆ ਉੱਥੋਂ ਲਿਆ ਕੇ ਦੇ, ਨਹੀਂ ਤੇਰਾ ਸਾਰਾ ਬਾਲ ਬੱਚਾ ਮਰਵਾ ਦੂੰ। ਬੜਾ ਮੂੰਹ ਲਟਕਿਆ ਹੋਇਆ ਆਪਣੇ ਘਰ ਵੱਲ ਨੂੰ ਗਿਆ। ਤੇਰੇ ਘਰ ਵਾਲੀ ਪੁੱਛਦੀ, ਕਹਿੰਦੀ ਕੀ ਹੋ ਗਿਆ, ਬੜਾ ਮੂੰਹ ਲਟਕਾਇਆ ਹੋਇਆ? ਕਹਿੰਦਾ ਭਾਗਵਾਨ ਨੇ ਤੇਰੇ ਸਿਆਪਾ ਖੜਾ ਕੀਤਾ ਹੈ। ਕਹਿੰਦੀ ਹੋਇਆ ਕੀ? ਕਹਿੰਦੇ ਰਾਜਾ ਕਹਿੰਦਾ ਵੀ ਇਹਦੇ ਨਾਲ ਦਾ ਕੜਾ ਹੋਰ ਲਿਆ ਕੇ ਦੇ। ਕਿੱਥੋਂ ਲਿਆ ਕੇ ਦੇਵਾਂ? ਹੁਣ ਜਿਹੜਾ ਬਹਾਨਾ ਆਪਣੇ ਘਰ ਵਾਲੀ ਨੂੰ ਲਾਇਆ ਸੀ ਉਹ ਤੋਂ ਇਹ ਗੱਲ ਮੰਨੀ ਬੈਠੀ ਸੀ ਨਾ ਵੀ ਇਹਨੂੰ ਕਿਸੇ ਨੇ ਮੱਥਾ ਟੇਕਿਆ, ਭੇਟ ਕੀਤਾ ਹੈ। ਉਹ ਮੋਰਿਆਂ ਬੜੀ ਭੋਲੀ ਜੀ ਬਣ ਕੇ ਕਹਿੰਦੀ ਜਾਓ ਖਾ ਗੰਗਾ ਤੇ ਜਾ ਕੇ ਬਹਿ ਜਾਓ, ਕੋਈ ਮੱਥਾ ਟੇਕੂਗਾ ਹੀ। ਆਖੋ ਸਤਨਾਮ। ਵਾਹਿਗੁਰੂ। ਵੀ ਤੁਹਾਨੂੰ ਪਹਿਲਾਂ ਕਿਸੇ ਨੇ ਮੱਥਾ ਟੇਕਿਆ, ਹੁਣ ਵੀ ਕੋਈ ਟੇਕੂਗਾ ਹੀ।
ਉਹ ਭਗਵਾਨ ਨੇ ਕਹਿੰਦਾ ਮੱਥਾ ਮੈਨੂੰ ਕਿਹਨੇ ਟੇਕਣਾ ਸੀ, ਮੈਂ ਤੇ ਰੱਬ ਦੇ ਪਿਆਰੇ ਦੀ ਭੇਟਾ ਬੇਈਮਾਨੀ ਨਾਲ ਲੈ ਆਇਆ। ਉਹ ਕਹਿੰਦੀ ਤੇਰੀ ਮੱਤ ਤਾਂ ਨਹੀਂ ਵੱਜ ਗਈ, ਤੂੰ ਰੱਬ ਦੇ ਬੰਦੇ ਨਾਲ, ਰੱਬ ਦੇ ਪਿਆਰੇ ਮਹਾਂਪੁਰਸ਼ ਨਾਲ ਮੱਥਾ ਲਾ ਕੇ ਆਇਆ। ਉਹ ਗੱਲ ਸੁਣੋ, ਅੱਧੀ ਅੱਧੀ ਬੋਲਿਓ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ ਹੈ। ਅੱਧੀ ਅੱਧੀ ਪੜ੍ਹਿਓ ਸਾਰੇ ਜੀ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ। ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ। ਪੜ੍ਹੋ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ ਜੀ, ਲੇਖਾ ਦੇਣਾ ਔਖਾ ਹੋ ਜਾਂਦਾ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ। ਪੜੋ ਸਾਰੇ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ। ਪੜ੍ਹੋ, ਪੜ੍ਹੋ। ਕਦੇ ਮੱਥਾ ਨਹੀਂ ਫਕੀਰਾਂ ਨਾਲ ਲਾਈਦਾ, ਲੇਖਾ ਦੇਣਾ ਔਖਾ ਹੋ ਜਾਂਦਾ। ਰੱਬ ਦੇ ਬੰਦੇ ਨਾਲ ਰਵਿਦਾਸ ਜੀ ਮਹਾਰਾਜ ਨਾਲ ਤੂੰ ਮੱਥਾ ਲਾ ਕੇ ਚੰਗਾ ਨਹੀਂ ਕੀਤਾ। ਕਹਿੰਦੇ ਇਹਦਾ ਇੱਕੋ ਇੱਕ ਹੱਲ ਹੈ, ਹੁਣ ਤਾਂ ਜਾਨ ਛੁੱਟੇਗੀ। ਚਲੋ ਉਸੇ ਰਵਿਦਾਸ ਮਹਾਰਾਜ ਦੀ ਸ਼ਰਣੀ ਪਈਏ ਚੱਲ ਕੇ। ਮਹਾਰਾਜ ਦੇ ਚਰਨਾਂ ਵਿੱਚ ਆ ਗਏ, ਨਮਸਕਾਰ ਕੀਤੀ। ਸੁਣਿਓ, ਨਮਸਕਾਰ ਕੀਤੀ ਤੇ ਮਹਾਰਾਜ ਕਹਿੰਦੇ ਪੰਡਤ ਜੀ ਬੜੇ ਚਿਰ ਪਿੱਛੋਂ ਦਰਸ਼ਨ ਹੋਏ, ਮੁੜ ਕੇ ਵਾਪਸ ਗੰਗਾ ਤੋਂ ਆਉਂਦੇ ਆਏ ਹੀ ਨਹੀਂ, ਲੰਘ ਕਿਸੇ ਹੋਰ ਪਾਸੇ ਦੀ ਗਿਆ ਸੀ ਨਾ। ਫਿਰ ਹੱਥ ਜੋੜ ਕੇ ਕਹਿੰਦਾ ਮਹਾਰਾਜ ਸੱਚੋ ਸੱਚ ਸਾਰੀ ਗੱਲ ਦੱਸ ਦਿੱਤੀ ਵੀ ਤੁਹਾਡੀ ਭੇਟਾ ਗੰਗਾ ਨੇ ਭੇਜੀ ਸੀ, ਮੈਂ ਬੇਈਮਾਨੀ ਕਰਕੇ ਘਰ ਲੈ ਗਿਆ। ਰਾਜਾ ਹੁਣ ਕਹਿੰਦਾ ਵੀ ਉਹਦੇ ਨਾਲ ਦਾ ਕੜਾ ਹੋਰ ਲਿਆ ਕੇ ਦੇ। ਮਹਾਰਾਜ ਕਹਿੰਦੇ ਫਿਰ ਮੈਂ ਇਹਦੇ ਵਿੱਚ ਕੀ ਕਰ ਸਕਦਾ, ਹੁਣ ਭੇਟਾ ਗੰਗਾ ਨੇ ਭੇਜੀ, ਲੈ ਤੂੰ ਘਰੇ ਬੇਈਮਾਨੀ ਨਾ ਗਿਆ, ਮੇਰੇ ਕੋਲ ਮੈਂ ਗਰੀਬ ਬੰਦਾ, ਮੈਂ ਤੈਨੂੰ ਕਿੱਥੋਂ ਦੇ ਦਿਆਂ। ਇਹ ਕਹਿੰਦਾ ਨਹੀਂ ਮਹਾਰਾਜ ਕਿਰਪਾ ਕਰੋ, ਤੁਸੀਂ ਕਰ ਸਕਦੇ ਹੋ। ਜੇ ਤੁਹਾਡੀ ਭੇਟਾ ਗੰਗਾ ਬਾਂਹ ਕੱਢ ਕੇ ਲੈ ਸਕਦੀ, ਤੁਸੀਂ ਨਵਾਂ ਕੜਾ ਵੀ ਮੈਨੂੰ ਉਹੋ ਜਿਹਾ ਦੇ ਸਕਦੇ ਹੋ। ਤੇ ਮਹਾਰਾਜ ਨੇ ਹੱਥ ਜੋੜ ਲੈ, ਕਹਿਣ ਲੱਗੇ ਨਾ ਬਈ ਮੇਰੇ 'ਚ ਪਾਵਰ ਨਹੀਂ ਹੈ। ਜਿਹੜਾ ਰੱਬ ਦਾ ਬੰਦਾ ਹੋਏਗਾ ਨਾ, ਮਹਾਂਪੁਰਸ਼ ਹੋਏਗਾ, ਬੰਦਗੀ ਕਰਨ ਵਾਲਾ ਹੋਏਗਾ, ਉਹ ਕਦੇ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੁੰਦਾ। ਸਬਰ ਅੰਦਰ ਸਾਬਰੀ, ਧਨ ਏਵੈ ਜਾ ਲੀਨ, ਹੋਣ ਨਜ਼ੀਕ ਖੁਦਾਏ ਦਾ, ਭੇਤ ਨਾ ਕਿਸੇ ਦੇਣ। ਜਿਹਨੂੰ ਕੁਛ ਪ੍ਰਾਪਤ ਹੋਇਆ, ਜਿਹਦੇ ਭਾਂਡੇ ਵਿੱਚ ਕੁਛ ਹੈ, ਉਹ ਰੌਲਾ ਪਾ ਕੇ ਨਹੀਂ ਕਦੇ ਦੱਸੇਗਾ। ਜਿਨ ਹਰ ਪਾਇਓ ਤਿਨੇ ਛਪਾਇਓ। ਤੇ ਜਿਹੜਾ ਰੌਲਾ ਪਾਉਂਦਾ ਫਿਰਦਾ ਹੈ, ਆ ਜਾਓ ਮੇਰੇ ਕੋਲ ਪੁੱਛਾਂ ਲੈ ਲਓ, ਆ ਜਾਓ ਆਪਣਾ ਭਵਿੱਖ ਮੇਰੇ ਕੋਲ ਪੁੱਛ ਲਓ, ਮੇਰੇ ਤੇ ਰੱਬ ਦੀ ਕਿਰਪਾ, ਸਾਨੂੰ ਵਰ ਪ੍ਰਾਪਤ ਹੋਇਆ, ਸਮਝ ਲਓ ਖਾਲੀ ਭਾਂਡਾ, ਕੱਖ ਨਹੀਂ ਹੈਗਾ ਉਹਦੇ ਵਿੱਚ। ਆ ਪਖੰਡ ਆਪਣੇ ਹੁੰਦਾ ਨਹੀਂ ਲਗਨਾਂ ਦੇ ਵਿੱਚ, ਮੇਰੇ ਸਿਰ ਮਾਤਾ ਆਉਂਦੀ ਹੈ, ਮੇਰੇ 'ਚ ਬਾਬੇ ਪੀਰ ਆਉਂਦੇ ਹੈ, ਮੇਰੇ ਵਿੱਚ ਸ਼ਹੀਦ ਸਿੰਘ ਆਉਂਦੇ ਹੈ। ਚੱਲਦਾ ਨਾ ਆਪਣੇ ਲਗਨਾਂ 'ਚ ਕੰਮ। ਇਹ ਸ਼ਹੀਦ ਸਿੰਘ ਜਿਹੜੇ ਕਹਿੰਦੇ ਸਾਡੇ 'ਚ ਆਉਂਦੇ ਆ ਨਾ, ਇਹਨਾਂ ਨੂੰ ਕੋਈ ਬਾਂਹ ਤੋਂ ਫੜ ਕੇ ਪੁੱਛੇ ਵੀ ਹਜੇ ਆਏ ਨਹੀਂ, ਜਿੱਦਣ ਆਏ ਤੇਰੀਆਂ ਚੀਕਾਂ ਕਢਾ ਕੇ ਰੱਖ ਦੇਣਗੇ। ਆਖੋ ਸਤਿਨਾਮ, ਹਜੇ ਆਏ ਨਹੀਂ, ਜਿੱਦਣ ਆਏ ਨਾ ਫਿਰ ਪਤਾ ਲੱਗ ਜਾਊਗਾ। ਰੱਬ ਦਾ ਬੰਦਾ ਹਮੇਸ਼ਾ ਆਪਣੇ ਆਪ ਨੂੰ ਲੁਕੋ ਕੇ ਰੱਖੇਗਾ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੀਰਾਂ ਵਾਲੇ ਇੱਕ ਬਹੁਤ ਸੋਹਣਾ ਬਚਨ ਕਰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ, ਗੁੜ ਢਕਿਆ ਪਿਆ ਹੋਵੇ ਤਾਂ ਹੀ ਫਾਇਦਾ, ਨੰਗੇ ਨੂੰ ਮੱਖੀਆਂ ਖਰਾਬ ਹੀ ਕਰਦੀਆਂ। ਆਖੋ ਸਤਿਨਾਮ। ਜੇ ਤੁਸੀਂ ਸਵੇਰੇ ਉੱਠ ਕੇ 5 ਬਾਣੀਆਂ ਦਾ ਪਾਠ ਕਰਦੇ ਹੋ, 25 ਪਾਠ ਜਪਜੀ ਸਾਹਿਬ ਦੇ ਕਰ, ਜਿੰਨਾ ਵੀ ਭਜਨ ਬੰਦਗੀ ਕਰਦੇ ਹੋ, ਭਾਵ ਉਹਨੂੰ ਲੁਕੋ ਕੇ ਰੱਖੋ। ਤੁਹਾਡੇ ਵਿੱਚੋਂ ਬਹੁਤੇ ਮੈਨੂੰ ਪਤਾ ਖੇਤੀਬਾੜੀ ਕਰਨ ਵਾਲੇ ਬੈਠੇ ਹੋਣਗੇ, ਨਾ ਵੀ ਬੈਠੇ ਹੋਣ ਤਾਂ ਵੀ ਆਪਾਂ ਨੂੰ ਪਤਾ ਹੀ ਹੈ। ਜਦੋਂ ਆਪਾਂ ਹਲ ਵਾਹੁੰਦੇ ਆ ਨਾ ਜੀ, ਤੇ ਜਿਹੜਾ ਤੁਹਾਡਾ ਕਣਕ ਦਾ, ਝੋਨੇ ਦਾ ਕੋਈ ਵੀ ਬੀਜ ਨੰਗਾ ਪਿਆ ਰਹਿ ਜਾਏ, ਉਹਨੂੰ ਚਿੜੀਆਂ ਹੀ ਚੁਗਦੀਆਂ ਹੁੰਦੀਆਂ ਨੇ। ਤੇ ਜਿਹਦੇ ਉੱਪਰ ਮਿੱਟੀ ਪੈ ਜਾਏ, ਉੱਗੇਗਾ ਉਹ। ਤੁਸੀਂ ਖੰਡ ਪਾਠ ਕਰਵਾਇਆ, ਤੁਸੀਂ ਭਜਨ ਬੰਦਗੀ ਕੀਤੀ, ਤੁਸੀਂ ਨਾਮ ਜਪਿਆ, ਸੇਵਾ ਕੀਤੀ, ਦਾਨ ਦਿੱਤਾ, ਇਹਦੇ ਉੱਪਰ ਮਿੱਟੀ ਪਾ ਦਿਓ, ਲੁਕੋ ਦਿਓ ਇਹਨੂੰ, ਜਿਹਦਾ ਕੋਈ ਫਾਇਦਾ ਲੈਣਾ ਹੈ। ਤੇ ਜੇ ਇਹ ਕੰਮ ਰੱਖਣਾ ਹੈ, 200 ਰੁਪਈਆ ਗੁਰਦੁਆਰੇ ਗੁਰਪੁਰਬ ਨੂੰ ਦੇਣਾ, ਭੇਟਾ ਗਰਾਈ ਦੇਣੀ ਹੈ, ਸਾਰੇ ਟੱਬਰ ਨੇ 2 ਦਿਨ ਲੰਗਰ ਉੱਥੋਂ ਰੱਜ ਕੇ ਖਾਣਾ, ਘਰ ਵੀ ਲੈ ਜਾਣਾ, ਤੇ ਮੁੜ ਕੇ ਕਹਿਣਾ ਮੈਨੂੰ ਸਰੋਪਾ ਨਹੀਂ ਦਿੱਤਾ। ਵੀ 200 ਦੀ ਬਜਾਏ 2000 ਦਾ ਤਾਂ ਗੁਰੂ ਘਰੋਂ ਤੂੰ ਖਾ ਗਿਆ, ਹਜੇ ਤੈਨੂੰ ਸਰੋਪੇ ਦੀ ਕਮੀ ਹੈ।
ਕਦੇ ਵੀ ਜਣਾਉਣਾ ਨਹੀਂ ਹੈ ਆਪਣੇ ਆਪ ਨੂੰ। ਸਿਆਣੇ ਕਹਿੰਦੇ ਨੇ ਇਸ ਹੱਥ ਨਾਲ ਦਾਨ ਕਰੋ, ਇਹਨੂੰ ਪਤਾ ਨਾ ਲੱਗੇ। ਤੇ ਅਸੀਂ ਰੌਲਾ ਪਾਉਂਦੇ ਉੱਚੀ ਉੱਚੀ ਗੁਰੂ ਘਰਾਂ ਦੇ ਵਿੱਚ। ਮੈਂ ਬਹੁਤ ਥਾਵੇਂ ਗੱਲ ਕਹਿੰਦਾ ਹੁੰਦਾ ਵੀ ਸਾਡੇ ਮਨ ਕਾਲੇ ਸੀ, ਸਾਡੇ ਦਿਲ ਕਾਲੇ ਸੀ, ਅਸੀਂ ਗੁਰੂ ਘਰ ਵੀ ਨਹੀਂ ਛੱਡੇ, ਅਸੀਂ ਰੱਬ ਦਾ ਘਰ ਵੀ ਨਹੀਂ ਛੱਡਿਆ। ਅਸੀਂ ਉੱਥੇ ਵੀ ਆਪਣੇ ਨਾਮ ਦੇ ਪੱਥਰ ਲਿਖ ਕੇ ਗੁਰੂ ਦਾ ਘਰ ਵੀ ਕਾਲਾ ਕਰ ਦਿੱਤਾ, ਉਹ ਵੀ ਕਾਲਾ ਕਰ ਦਿੱਤਾ। 1500 ਦਾ ਪੱਖਾ ਹੁੰਦਾ ਹੈ ਤੇ ਸਾਰੇ ਟੱਬਰ ਦੇ ਉੱਪਰ ਨਾਮ, ਮੇਰੇ ਬਾਪੂ ਦਾ ਲਿਖ ਦੇ, ਮੇਰੇ ਦਾਦੇ ਦਾ ਲਿਖ ਦੇ, ਮੇਰਾ ਲਿਖ ਦੇ, ਮੇਰੇ ਨਿਆਣਿਆਂ ਦਾ ਲਿਖ ਦੇ। ਤੇ ਮੈਂ ਤਾਂ ਬਹੁਤ ਵਾਰੀ ਗੱਲ ਕਹਿੰਦਾ ਹੁੰਦਾ ਹੈ ਵੀ ਭਲਿਆ ਮਾਨਸਾ ਇੰਨਾ ਕੁਛ ਲਿਖਾ ਲਿਆ, ਹੁਣ ਜਿਹੜਾ ਜੰਮਣ ਵਾਲਾ ਉਹਦਾ ਵੀ ਲਿਖਾ ਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਜੰਮਣਾ ਤੈਨੂੰ ਪਤਾ ਹੀ ਹੋਏਗਾ ਕੀ ਨਾ। ਆਪਾਂ ਆਪਣੇ ਘਰਾਂ 'ਚ ਸਲਾਹ ਕਰਦੇ ਨਹੀਂ ਵੀ ਸਾਡੇ ਘਰੇ ਬੱਚਾ ਹੋਇਆ ਅਸੀਂ ਆਹ ਨਾਂ ਰੱਖਾਂਗੇ, ਉਹ ਵੀ ਲਿਖਾ ਦਿਆ ਕਰੋ ਉਹਦੇ ਉੱਪਰ। ਤੁਹਾਡੀ ਡਰਾਇੰਗ ਰੂਮ ਦੇ ਵਿੱਚ, ਤੁਹਾਡੇ ਘਰ ਦੇ ਜਿੱਥੇ ਤੁਹਾਡੇ ਪ੍ਰਾਹੁਣੇ ਆ ਕੇ ਬੈਠਦੇ ਆ, ਕਦੇ ਤੁਸੀਂ ਆਪਣੇ ਡਰਾਇੰਗ ਰੂਮ ਵਿੱਚ ਆਪਣੇ ਘਰ ਵਿੱਚ ਪੱਖਾ ਲਾਇਆ ਨਾਮ ਲਿਖ ਕੇ ਉਹਦੇ ਉੱਪਰ? ਤੁਹਾਨੂੰ ਕੋਈ ਕਹੇ ਵੀ ਤੂੰ 1500 ਛੱਡ, ਤੈਨੂੰ ਮੈਂ 5000 ਦਾ ਪੱਖਾ ਲੈ ਕੇ ਦਿੰਦਾ ਹੈ, ਉਹਦੇ ਉੱਪਰ ਮੇਰੇ ਪਰਿਵਾਰ ਦਾ ਨਾਂ ਲਿਖਿਆ ਹੋਊਗਾ, ਆਪਣੇ ਘਰੇ ਲਾ ਲਾ। ਆਪਾਂ ਕਦੇ ਨਹੀਂ ਲਾਵਾਂਗੇ, ਕਹਾਂਗੇ ਤੇਰਾ ਦਿਮਾਗ ਖਰਾਬ ਹੈ। ਤੇ ਸਾਨੂੰ ਆਹੀ ਘਰ ਲੱਭਦਾ ਹੈ ਆਪਣਾ ਆਪ ਜਣਾਉਣ ਵਾਸਤੇ, ਇੱਥੇ ਲੁਕੋ ਕੇ ਰੱਖੋ। ਅੱਛਾ ਆਓ ਸਮਾਪਤੀ ਵੱਲ ਨੂੰ ਆਈਏ। ਮਹਾਰਾਜ ਜੀ ਕਹਿਣ ਲੱਗੇ ਵੀ ਮੈਂ ਨਹੀਂ ਇਹ ਕੰਮ ਕਰ ਸਕਦਾ। ਨਹੀਂ ਮਹਾਰਾਜ, ਮੇਰੀ ਜਾਨ ਔਖੀ ਫਸ ਗਈ, ਤੁਸੀਂ ਛੁਡਾ ਸਕਦੇ ਹੋ, ਮੇਰੇ ਕੋਲ ਭੁੱਲ ਹੋ ਗਈ। ਕਹਿੰਦੇ ਚੰਗਾ ਫੇਰ ਇੱਦਾਂ ਕਰ, ਚਾਹੁੰਦਾ ਕੀ ਹੁਣ ਤੂੰ? ਕਹਿੰਦੇ ਮੇਰੇ ਨਾਲ ਗੰਗਾ 'ਤੇ ਚੱਲੋ, ਜਾ ਕੇ ਤੁਸੀਂ ਬੇਨਤੀ ਕਰੋ, ਤੁਹਾਡੀ ਬੇਨਤੀ ਕਰਨ 'ਤੇ ਗੰਗਾ ਇੱਕ ਕੜਾ ਹੋਰ ਦੇ ਦੇਗੀ ਆਪਾਂ ਨੂੰ। ਤੇ ਮਹਾਰਾਜ ਕਹਿੰਦੇ ਨੇ, ਰਵਿਦਾਸ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ? ਕਹਿੰਦੇ ਭੋਲਿਆ, ਗੰਗਾ 'ਤੇ ਜਾਣ ਦੀ ਲੋੜ ਨਹੀਂ, ਗੰਗਾ ਚੱਲ ਕੇ ਇੱਥੇ ਆਏਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਚੱਲ ਕੇ ਗੰਗਾ ਆਪ ਆਏਗੀ। ਹੈਰਾਨ ਹੋ ਗਿਆ, ਕਹਿੰਦੇ ਇੱਦਾਂ ਵੀ ਹੋ ਸਕਦੀ ਹੈ? ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਆਪਾਂ ਸਾਰੇ ਜਾਂਦੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ, ਆਪਣੇ ਪਾਪ ਲਾਉਣ ਨੂੰ। ਕਹਿੰਦੇ ਤੀਰਥ ਲੱਭਦੇ ਫਿਰਦੇ, ਕੋਈ ਸਾਨੂੰ ਰੱਬ ਦਾ ਪਿਆਰਾ ਮਹਾਂਪੁਰਸ਼ ਮਿਲੇ, ਅਸੀਂ ਆਪਣੇ ਪਾਪ ਉਹਦੇ ਕੋਲ ਬਖਸ਼ਾਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਕੋਲ ਬਖਸ਼ਾਈਏ। ਕਹਿੰਦੇ ਇੱਥੇ ਗੰਗਾ ਚੱਲ ਕੇ ਆਏਗੀ। ਤੇ ਰਵਿਦਾਸ ਜੀ ਮਹਾਰਾਜ ਨੇ ਜਦੋਂ ਇੰਨੀ ਗੱਲ ਕਹੀ ਨਾ, ਹੈਰਾਨ ਹੋ ਗਿਆ। ਕਹਿੰਦਾ ਜੀ ਕਿਰਪਾ ਕਰੋ, ਹੁਣ ਜਾਨ ਛਡਾਓ। ਜਿਸ ਪੱਥਰ 'ਤੇ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਗੁਰੂ ਰਵਿਦਾਸ ਸਾਹਿਬ ਜੀ ਮਹਾਰਾਜ ਆਪਣੇ ਜੋੜੇ ਗੰਢਦੇ ਸੀ ਨਾ ਬੈਠ ਕੇ, ਤੇ ਮਹਾਰਾਜ ਕਹਿੰਦੇ ਪੰਡਤ ਨੂੰ, ਕਹਿੰਦੇ ਉਹ ਪੱਥਰ ਚੁੱਕ। ਜਦੋਂ ਪੱਥਰ ਚੁੱਕਿਆ, ਕਹਿੰਦੇ ਪੱਥਰ ਥੱਲੇ ਦੀ ਗੰਗਾ ਵਗਦੀ ਵਿਖਾ ਦਿੱਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੰਗਾ ਵਗਦੀ ਜਾਂਦੀ ਹੈ, ਇੱਕ ਨਹੀਂ ਦੋ ਨਹੀਂ, ਲੱਖਾਂ ਕਰੋੜਾਂ ਕੰਗਣ ਰੁੜੇ ਜਾਂਦੇ ਨੇ ਵਿੱਚ ਦੀ ਗੰਗਾ ਦੇ ਵਿੱਚ ਦੀ। ਤੇ ਕਹਿੰਦੇ ਲੈ ਵੀ ਪਛਾਣ ਕੇ ਆਪਣੇ ਨਾਲ ਦਾ ਚੱਕ ਲਾ, ਜਿਹੜਾ ਤੈਨੂੰ ਚਾਹੀਦਾ ਹੈ। ਇਹ ਪੈਰੀ ਪੈ ਗਿਆ, ਨੇ ਸੋਨੇ ਦਾ ਕੜਾ ਵਿੱਚੋਂ ਕੱਢਿਆ ਗਿੱਲਾ, ਜਾ ਕੇ ਰਾਜੇ ਨੂੰ ਭੇਟ ਕੀਤਾ, ਹੱਥ ਜੋੜ ਕੇ ਕਹਿੰਦਾ ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ। ਕਹਿੰਦਾ ਜੀ ਮੈਨੂੰ ਤਾਂ ਇਹ ਗੰਗਾ ਨੇ ਭੇਟ ਕੀਤਾ ਸੀ, ਮੈਂ ਰਵਿਦਾਸ ਦੀ ਭੇਟਾ ਬੇਈਮਾਨੀ ਕਰਕੇ ਤੁਹਾਡੇ ਕੋਲ ਲਿਆਇਆ ਸੀ। ਰੱਬ ਆਪਣੇ ਬੰਦਿਆਂ ਨੂੰ ਕਦੇ ਗੁੱਝਾ ਨਹੀਂ ਰਹਿਣ ਦਿੰਦਾ। ਤੁਹਾਨੂੰ ਸਾਰਿਆਂ ਨੂੰ ਪੰਕਤੀ ਯਾਦ ਹੋਏਗੀ ਨਾ ਜੀ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਰੱਬ ਦਾ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਕਦੇ ਲੁਕਦਾ ਨਹੀਂ ਹੈ, ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ ਹੈ। ਗੁਲਾਬ ਦਾ ਫੁੱਲ ਖਿੜਿਆ ਹੋਵੇ, ਚਮੇਲੀ ਦਾ ਫੁੱਲ ਖਿੜਿਆ ਹੋਵੇ, ਉਹਨੂੰ ਆਪਣੀ ਸੁਗੰਧੀ ਦੇਣੀ ਨਹੀਂ ਪੈਂਦੀ, ਆਪਣੇ ਆਪ ਲੋਕਾਂ ਤੱਕ ਜਾਂਦੀ ਹੈ। ਆਪਣੇ ਆਪ ਭੌਰੇ ਚੱਲ ਕੇ ਉਹਦੇ ਕੋਲ ਆਉਂਦੇ ਹਨ। ਕਹਿੰਦੇ ਕਾਂਛੀ ਦਾ ਰਾਜਾ ਵੀ ਮਹਾਰਾਜ ਦੇ ਚਰਨੀ ਪੈ ਗਿਆ, ਹੱਥ ਜੋੜ ਲੈ, ਕਹਿਣ ਲੱਗਾ ਮੈਨੂੰ ਨਹੀਂ ਪਤਾ ਸੀ ਮੇਰੇ ਸ਼ਹਿਰ ਦੇ ਵਿੱਚ ਰੱਬ ਦੀ ਐਡੀ ਪੁੱਜੀ ਹੋਈ ਰੂਹ ਰਹਿੰਦੀ ਹੈ, ਜਿਨ੍ਹਾਂ ਦੀ ਆਪਾਂ ਦੇ ਯਾਦ ਵਿੱਚ ਜੁੜ ਕੇ ਬੈਠੇ ਹਾਂ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਾਰੇ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ। ਰੱਬ ਨਾਲ ਮਿਲਾਉਣ ਵਾਸਤੇ ਇਹੋ ਜਿਹੀਆਂ ਰੂਹਾਂ ਆਉਂਦੀਆਂ ਨੇ। ਆਪਾਂ ਹਰ ਰੋਜ਼ ਪੜ੍ਹਦੇ ਹਾਂ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਜਾਨੇ ਆਵਨ ਕਾ ਇਹ ਸਵਾਉ, ਜਨ ਕੇ ਸੰਗ ਚੇਤੇ ਆਵੇ ਨਾਉ। ਰੱਬ ਦੇ ਪਿਆਰਿਆਂ ਦਾ, ਮਹਾਂਪੁਰਸ਼ਾਂ ਦਾ, ਗੁਰੂਆਂ ਪੀਰਾਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੁੰਦਾ ਹੈ? ਵੀ ਉਹਨਾਂ ਦੇ ਆਉਣ ਨਾਲ ਸੰਸਾਰ ਨੂੰ ਰੱਬ ਦੀ ਯਾਦ ਆਉਂਦੀ ਹੈ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਲੋ ਪੜ੍ਹਿਓ ਆਖਰੀ ਧਾਰਨਾ, ਸਮਾਪਤੀ ਕਰੀਏ। ਜੇ ਅੱਜ ਆਪਾਂ ਗੁਰਪੁਰਬ ਮਨਾ ਰਹੇ ਹਾਂ ਨਾ ਰਵਿਦਾਸ ਮਹਾਰਾਜ ਜੀ ਦਾ, ਤੇ ਸਾਰੇ ਜਾਣੇ ਆਹ ਮੰਗ ਮੰਗ ਕੇ ਗੁਰੂ ਸਾਹਿਬ ਜੀ ਕੋਲ ਜਾਇਓ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਜੀ ਮਿਲੀ ਉਹਨਾਂ ਪਿਆਰਿਆਂ ਨੂੰ। ਮਿਲਿਆ ਤੇਰਾ ਨਾਮ
ਗੱਜ ਕੇ ਮੇਲੀ ਉਹਨਾਂ ਪਿਆਰਿਆਂ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਆਵੇ ਮਿਲਿਓ ਨਾ ਪਿਆਰਿਆਂ ਮੇਲੀ ਉਹਨਾਂ ਜੀ ਪਿਆਰਿਆਂ ਹਾਂ ਮੇਲੀ ਉਹਨਾਂ ਜੀ ਪਿਆਰਿਆਂ ਨੂੰ ਮਿਲਿਓ ਨਾ ਜੀ ਪਿਆਰਿਆਂ ਨੂੰ ਮਿਲਿਓ ਨਾ ਜੀ ਪਿਆਰਿਆਂ ਪੜੋ ਮੇਲੀ ਉਹਨਾਂ ਜੀ ਪਿਆਰਿਆਂ ਆ ਪਿਆਰਿਆਂ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਆਵੇ ਮਿਲਿਓ ਨਾ ਪਿਆਰਿਆਂ ਮਿਲਿਆ ਤੇਰਾ ਨਾਮ ਜਿਤ ਆਵੇ ਮਿਲਿਓ ਨਾ ਪਿਆਰਿਆਂ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਪੜ੍ਹੋ। ਆਵੇ ਉਹਨਾਂ ਪੜੋ ਪੜੋ ਜਿਨ੍ਹਾਂ ਮਿਲਿਆ ਮਿਲਿਓ ਨਾ ਪਿਆਰਿਆਂ ਆਜੀ ਜਨਮ ਮਰਨ ਦੋਹੋਂ ਮੈਂ ਨਾਹੀ ਜਾਣ ਪਾਇਓ ਪੰਗਾਰੀਆ ਦਾਨ ਦੇ ਭਗਤੀ ਲਾਇਨ ਹਰ ਨੈਣ ਮਿਲਾਏ ਹਰ ਵੀਰਾ ਛਾੜ ਕੇ ਆਜ ਕੀ ਆਸ ਤੇ ਮਰਨ ਇੱਕ ਜਾਹੇਂਗੇ ਸਮਾਗੇ ਰਵਦਾਸ ਸਤ ਜਨਮ ਵਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਆਓ ਇਹਨੀ ਸੇਵਾ ਕਰਿਓ ਪ੍ਰਮਾਨ। ਬੋਲਦਿਆਂ ਕੋਲੋਂ ਬਹੁਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਰਦਾਸ ਕਰਿਓ ਵੀ ਅੱਗੋਂ ਵਾਸਤੇ ਸੰਗਤ ਵਿੱਚ ਬਹਿ ਕੇ ਬੋਲਣ ਦਾ ਚੱਜ ਆ ਜਾਵੇ। ਕੋਈ ਲਫ਼ਜ਼ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਆਪਣਾ ਅਣਜਾਣ ਬੱਚਾ ਜਾਣ ਕੇ ਖਿਮਾ ਕਰਨੀ। ਗੁਰਬਾਣੀ ਪੜ੍ਹਦਿਆਂ ਬਹੁਤ ਲਗਾ ਮਾਤਰਾ ਵੱਧ ਘੱਟ ਲੱਗ ਜਾਂਦੀਆਂ ਹਨ। ਬਾਬਾ ਜੀ ਹੈੱਡ ਗ੍ਰੰਥੀ ਸਾਹਿਬ ਬੈਠੇ ਨੇ, ਚਲੋ ਫੋਕੀ ਵਡਿਆਈ ਨਹੀਂ ਕਰਨੀ ਚਾਹੀਦੀ, ਵੈਸੇ ਮੈਂ ਕਰਦਾ ਵੀ ਨਹੀਂ ਹੁੰਦਾ ਕਿਸੇ ਦੀ, ਵੀ ਟਕਸਾਲ ਦਾ ਸਿੰਘ ਮੂਹਰੇ ਬੈਠਾ ਹੋਵੇ ਨਾ ਮੇਰੇ ਵਰਗਾ ਤਾਂ ਪਹਿਲਾਂ ਹੀ ਕੰਬਣ ਲੱਗ ਪੈਂਦਾ ਵੀ ਕਿਤੇ ਬਾਣੀ ਵੱਧ ਘੱਟ ਗਲਤ ਨਾ ਬੜੀ ਜਾਵੇ। ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਟਕਸਾਲ ਦੇ ਉੱਪਰ। ਮੈਂ ਇੱਕ ਦਿਨ ਟਕਸਾਲ ਦੇ ਨਾ ਇਹ ਮਹਾਂਪੁਰਸ਼ ਬਾਬਾ ਸਵਾਮੀ ਬ੍ਰਹਮਦੇਵ ਜੀ ਪਤਨੀ ਕਲਾਂ ਵਾਲੇ, ਉਹ ਟਕਸਾਲ ਬਾਰੇ ਦੱਸ ਰਹੇ ਸੀ, ਦਮਦਮੀ ਟਕਸਾਲ ਬਾਰੇ, ਵੀ ਕਿੰਨੇ ਗ੍ਰੰਥ ਪੜ੍ਹ ਕੇ ਕਿੰਨੀ ਸੰਥਿਆ ਕਰਕੇ ਟਕਸਾਲ ਦਾ ਸਿੰਘ ਜਿਹੜਾ ਹੈ ਗਿਆਨੀ ਉਹਨੂੰ ਕਿਹਾ ਜਾਂਦਾ ਸੀ। ਮੈਂ ਬੜਾ ਹੈਰਾਨ ਹੋਇਆ, ਉਹ ਗ੍ਰੰਥਾਂ ਦੇ ਨਾਮ ਵੀ ਨਹੀਂ ਕਦੇ ਸੁਣੇ। ਬੜੀ ਕਿਰਪਾ ਗੁਰੂ ਸਾਹਿਬ ਜੀ ਦੀ ਦਮਦਮੀ ਟਕਸਾਲ ਦੇ ਉੱਪਰ ਹੈ। ਸੋ ਆਓ ਇੰਨੀ ਸੇਵਾ ਕਰਿਓ ਪ੍ਰਵਾਨ। ਤੁਹਾਡਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਮੈਂ ਆਇਆ ਨਾ ਅੰਦਰ ਵੜਿਆ ਇੱਥੇ ਤੇ ਮੈਨੂੰ ਲੱਗਾ ਯਾਰ ਵੀ ਟਾਈਮ ਪਾਸ ਕਰਨਾ ਔਖਾ ਹੋ ਜਾਣਾ, ਸੰਗਤ ਹੀ ਹੈ ਨਹੀਂ, ਵੀ ਥੋੜ੍ਹੇ ਜਿਹੀ ਬੀਬੀਆਂ ਉੱਧਰ ਬੈਠੀਆਂ, ਕੁਛ ਭਾਈ ਬੈਠੇ ਆ, ਵੀ 2 ਘੰਟੇ ਲਾਉਣੇ ਬਹੁਤ ਔਖੇ। ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ। ਸੁਣਨ ਵਾਲੇ ਹੋਣ ਭਾਵੇਂ ਥੋੜ੍ਹੇ ਹੀ ਹੋਣ, ਸੁਣਨ ਵਾਲਾ ਕੋਈ ਹੋਵੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਬਹੁਤ ਜ਼ਿਆਦਾ ਉੱਪਰ ਹੋ ਗਿਆ। ਮੈਨੂੰ ਭਾਈ ਜਗਰੀਤ ਸਿੰਘ ਜੀ ਕਹਿੰਦੇ ਸੀ ਵੀ 2 ਘੰਟਿਆਂ ਤੋਂ ਭਾਵੇਂ ਉੱਪਰ ਲੱਗ ਜਾ, ਥੱਲੇ ਨਾ ਜਾਵੇ ਕੰਮ। ਅਤੇ ਕਾਫੀ ਸਮਾਂ ਚਲੋ ਫਿਰ ਵੀ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਤੁਹਾਡੀ ਸਾਰੀ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਮੈਨੂੰ ਮੇਰੇ ਸਿੰਘ ਜਥੇ ਵਾਲੇ ਬਹੁਤ ਵਾਰੀ ਕਈ ਵਾਰ ਟਿਚਰਾਂ ਵੀ ਕਰਦੇ ਹੋ, ਤੁਸੀਂ ਇੱਕੋ ਗੱਲ ਵਾਰ-ਵਾਰ ਸੁਣਾਉਂਦੇ ਹੋ। ਉਹ ਮੈਂ ਕਿਹਾ ਤੁਸੀਂ ਸੁਣੀ ਹੁੰਦੀ, ਸੰਗਤ ਨੇ ਥੋੜ੍ਹਾ ਸੁਣੀ ਹੁੰਦੀ ਹੈ। ਸੁਣੀ ਤਾਂ ਆਪ ਅਸੀਂ ਰੋਡ ਸਟੇਜਾਂ 'ਚ ਜਾ ਕੇ ਬੋਲਣਾ ਹੈ। ਉਹ ਹਾਸੇ ਦੀ ਗੱਲ ਚੇਤੇ ਆ ਗਈ, ਕਹਿੰਦੇ ਕੋਈ ਮੇਰੇ ਵਰਗਾ ਸਟੇਜ 'ਤੇ ਬੈਠਾ ਨਾ, ਕਵਿਤਾ ਬੜੇ ਕਵੀ, ਕਵਿਤਾ ਪੜ੍ਹੇ ਉਹ 2-2.5 ਘੰਟੇ ਲੱਗਾ ਰਿਹਾ। ਇੰਨੇ ਨੂੰ ਨਾ ਵਿੱਚੋਂ ਸਰੋਤਿਆਂ 'ਚੋਂ ਇੱਕ ਜੱਟ ਉੱਠਿਆ ਡਾਂਗ ਲੈ ਕੇ। ਉਹ ਸਟੇਜ 'ਤੇ ਕਦੇ ਇੱਧਰ ਨੂੰ ਲੰਘ ਜਾਏ ਮੋਹਰ ਦੀ, ਕਦੇ ਇੱਧਰ ਨੂੰ ਲੰਘ ਜਾਏ, ਕਦੇ ਇੱਧਰ ਕਦੇ ਇੱਧਰ। ਉਹ ਡਰ ਗਿਆ ਸਟੇਜ 'ਤੇ ਬੈਠਾ ਕਵੀ, ਨਾਲੇ ਕਵਿਤਾ ਪੜ੍ਹੇ ਨਾਲੇ ਕੰਬਦੀ ਆਵਾਜ਼ ਨਾਲ ਕਹਿੰਦਾ ਜੀ ਜੇ ਸਮਾਂ ਵੱਧ ਹੋ ਗਿਆ ਤਾਂ ਬਸ ਕਰੀਏ, ਵੀ ਜ਼ਿਆਦਾ ਸਮਾਂ ਹੋ ਗਿਆ ਤਾਂ ਬਸ ਕਰ ਦਈਏ ਹੁਣ। ਉਹ ਜੱਟ ਸੀ ਖਿਰਿਆ ਹੋਇਆ, ਕਹਿੰਦਾ ਨਹੀਂ ਤੂੰ ਲੱਗਾ ਰਹਿ, ਤੈਨੂੰ ਨਹੀਂ ਮੈਂ ਕੁਛ ਕਹਿੰਦਾ। ਕਹਿੰਦੇ ਫਿਰ ਡਾਂਕਾ ਤੋਂ ਚੱਕੀ ਹੈ? ਕਹਿੰਦੇ ਮੈਂ ਤੇ ਉਹ ਲੱਭਦਾ ਜਿਹੜਾ ਤੈਨੂੰ ਲੈ ਕੇ ਆਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਤੇ ਉਹਨੂੰ ਲੱਭਦਾ ਜਿਹੜਾ ਤੈਨੂੰ ਲੈ ਕੇ ਆਇਆ। ਵੀ ਹੁਣ ਕਿਤੇ ਉਹ ਨਾ ਕੰਮ ਹੋ ਜਾ, ਸਰੋਪੇ ਪਾਇਆ ਨੂੰ ਹੋ ਗਿਆ ਅੱਧਾ ਘੰਟਾ,
ਤੇ ਮੁੜ ਕੇ ਕਮੇਟੀ ਵਾਲੇ ਕਹਿਣ ਜਦੋਂ ਭਾਈ ਪ੍ਰਸ਼ਾਦੇ ਦਾ ਟਾਈਮ ਵੀ ਨਿਕਲ ਗਿਆ, ਬੈਠੋ ਇੱਦਾਂ ਹੀ ਗੱਡੀ 'ਚ ਹੁਣ ਵੀ ਉੱਪਰ ਸਮਾਂ ਆ ਗਏ। ਖੁਸ਼ ਰਹੋ, ਇੱਦਾਂ ਹੀ ਗੁਰੂ ਨਾਨਕ ਦੇ ਘਰ ਵਿੱਚ ਹੱਸਦੇ ਆਇਆ ਕਰੋ ਤੇ ਹੱਸਦੇ ਜਾਇਆ ਕਰੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਗੱਜ ਵੱਜ ਕੇ ਸਾਰੇ ਆਨੰਦ ਸਾਹਿਬ ਜੀ ਦਾ ਜਾਪ, ਹੁਕਮਨਾਮੇ, ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਦੇਖ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਲਓ ਗੱਜ ਕੇ ਸਾਰੇ ਪੜਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਨਾ ਪਾਇਆ ਸਹਿਜ ਸੇਤੀ, ਮਨ ਵਟਿਆ ਵਾਤਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰੇ। ਸਭ ਕਿਛ ਹੈ ਜਿਸ ਦੇ ਤੂੰ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਤੁਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਵਿਸਦੀਆਂ ਇਹ ਵਡਿਆਈਆਂ। ਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਧ ਧਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਆਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਤੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ
ਫਤਿਹ। ਤੁਧ ਆਗੇ ਅਰਦਾਸ ਤੇਰਾ ਆਹ ਨਾਨਕ ਸਭ